ਸਤਿ ਸ਼੍ਰੀ ਅਕਾਲ। ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ। ਤਿਆਰੀ ਤੁਹਾਡੀ ਹੈ ਜਿਹੜੀ ਵਧੀਆ ਚੱਲ ਰਹੀ ਹੋ। ਆਪਾਂ ਲੜੀਵਾਰ ਕੰਪਿਊਟਰ ਦੇ ਪੁਰਾਣੇ ਕੁਐਸਚਨ ਡਿਸਕਸ ਕਰ ਰਹੇ ਹਾਂ, ਜਿਹਦੇ ਵਿੱਚ ਆਪਾਂ ਲੈਵਲ 2 ਤੇ ਜਿਹੜਾ ਮੇਨ ਫੋਕਸ ਕੀਤਾ ਹੋਇਆ। ਲੈਵਲ 2 ਆਪਣਾ ਆਲਮੋਸਟ ਕੰਪਲੀਟ ਹੋ ਗਿਆ। ਇਹ ਹੁਣ ਜਿਹੜਾ ਆਪਾਂ ਡਿਸਕਸ ਕਰ ਰਹੇ ਹਾਂ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਟੌਪਿਕ ਹੈ ਪੰਜਾਬ ਪੁਲਿਸ ਸਬ ਇੰਸਪੈਕਟਰ ਪੇਪਰ ਵਾਸਤੇ। ਜਿਹੜਾ ਟੌਪਿਕ ਹੈਗਾ VoIP ਵੌਇਸ ਓਵਰ ਇੰਟਰਨੈਟ ਪ੍ਰੋਟੋਕਾਲ। ਇਹਦਾ ਆਪਾਂ ਪਹਿਲਾ ਪਾਰਟ ਡਿਸਕਸ ਕਰ ਚੁੱਕੇ ਹਾਂ। ਇਹਨੂੰ ਆਪਾਂ 15ਵੇਂ ਚੈਪਟਰ ਦੇ ਵਿੱਚ ਕੰਪਿਊਟਰ ਦੇ ਵਿੱਚ ਰੱਖਿਆ, ਠੀਕ ਹੈ। ਸੋ ਇਹਦੀ ਮੈਨੂੰ ਥੋੜੀ ਜਿਹੀ ਥਿਊਰੀ ਬੰਨੀ ਜ਼ਿਆਦਾ ਆਪਾਂ ਧਿਆਨ ਦੇ ਰਹੇ ਹਾਂ, ਕਿਉਂਕਿ ਇਹ ਟੌਪਿਕ ਇੱਕ ਤਾਂ ਥੋੜਾ ਜਿਹਾ ਟੇਢਾ ਜਿਹਾ ਕਿਸੇ ਹੋਰ ਐਗਜ਼ਾਮ ਦੇ ਵਿੱਚ ਪੁੱਛਿਆ ਨਹੀਂ ਜਾਂਦਾ, ਤੇ ਇੱਕ ਇੰਟਰਨੈਟ ਉੱਪਰ ਇਹ ਤੇ ਜ਼ਿਆਦਾ ਥਿਊਰੀ ਵੀ ਅਵੇਲੇਬਲ ਨਹੀਂ ਹੈ, ਨਾ ਹੀ ਕੋਈ ਬੁੱਕ ਅਵੇਲੇਬਲ ਹੈ ਨਾ। ਸੋ ਇਹ ਫਿਰ ਆਥੈਂਟਿਕ ਮਟੀਰੀਅਲ ਆਪਾਂ ਦੇਖਣਾ ਵੀ ਕਿੱਥੋਂ ਅਸੀਂ ਪੜ੍ਹਨਾ ਹੈ, ਤਾਂ ਉਹਦੇ ਲਈ ਸਾਨੂੰ ਥੋੜਾ ਜਿਹਾ ਥਿਊਰੀ ਤੇ ਜ਼ਿਆਦਾ ਧਿਆਨ ਦੇਣਾ ਪਊਗਾ, ਹੈ ਨਾ। ਹੋ ਸਕਦਾ ਤੁਹਾਨੂੰ ਲੱਗ ਸਕਦਾ ਵੀ ਪਿਛਲੇ ਪਾਰਟ ਦੇ ਵਿੱਚ ਵੀ ਆਪਾਂ ਪੁਰਾਣਾ ਕੁਐਸਚਨ ਕੋਈ ਵੀ ਨਹੀਂ ਕੀਤਾ ਸੀ ਸਬ ਇੰਸਪੈਕਟਰ ਦਾ, ਹੈ ਨਾ। ਸੋ ਥੋੜੇ ਬਹੁਤ ਕੁਐਸਚਨ ਕੀਤੇ ਸੀ ਪੈਕੇਟ ਸਵਿਚਿੰਗ ਤੇ ਸਰਕਟ ਸਵਿਚਿੰਗ ਦੇ। ਆਪਾਂ ਬੇਸ ਹੀ ਡਿਵੈਲਪ ਕਰ ਰਹੇ ਸੀਗੇ ਕਿ ਕਿਸ ਤਰ੍ਹਾਂ VoIP ਨੂੰ ਚੰਗੀ ਤਰ੍ਹਾਂ ਸਮਝਣ ਦੇ ਲਈ ਜਿਹੜੇ ਨਾਲ ਲੱਗਦੇ ਰਿਲੇਟਡ ਕਨਸੈਪਟ ਨੇ ਉਹ ਸਮਝਣੇ ਜ਼ਰੂਰੀ ਨੇ, ਹੈ ਨਾ। ਸੋ ਇਹ ਪਾਰਟ 2 ਹੈ। ਪਾਰਟ 2 ਦੇ ਵਿੱਚ ਵੀ ਆਪਾਂ ਕਾਫੀ ਚੀਜ਼ਾਂ ਦੇਖਣ ਦੀ ਕੋਸ਼ਿਸ਼ ਕਰਾਂਗੇ, ਕੁਛ ਇਹਦੇ ਵਿੱਚ ਆਪਾਂ ਸਵਾਲ ਵੀ ਕਰਨ ਦੀ ਕੋਸ਼ਿਸ਼ ਕਰਾਂਗੇ, ਹੈ ਨਾ। ਸੋ ਹੌਲੀ ਸਟੈਪ ਬਾਏ ਸਟੈਪ ਜਿਹੜਾ ਹੈ ਇਹ ਟੌਪਿਕ ਤੁਹਾਨੂੰ ਚੰਗੀ ਤਰੀਕੇ ਨਾਲ ਸਮਝ ਆ ਜਾਊਗਾ। 2 ਜਾਂ 3 ਕੁਐਸਚਨ ਆ ਜਾਂਦੇ ਨੇ। 2022 ਦੇ ਵਿੱਚ 2 ਸਵਾਲ ਆਏ ਸੀ, 8 ਨੰਬਰ ਬਣੇ ਸੀ, ਤੇ ਬਹੁਤ ਸਾਰੇ ਬੱਚੇ ਐਵੇਂ ਦੇ ਵੀ ਨੇ ਜਿਨ੍ਹਾਂ ਨਾਲ ਤੁਹਾਡੀ ਵੀ ਗੱਲ ਹੋਣੀ, ਤੁਹਾਡੇ ਵਿੱਚੋਂ ਵੀ ਹੋਣਗੇ, ਮੈਨੂੰ ਵੀ ਮੈਸੇਜ ਆਏ ਵੀ 2 ਨੰਬਰਾਂ ਤੇ ਸਾਡਾ ਪੇਪਰ ਰਹਿ ਗਿਆ, ਹਨਾ। ਸੋ ਫਿਰ 2 ਕੁਐਸਚਨ ਬਹੁਤ ਮਾਇਨੇ ਰੱਖਦੇ ਨੇ। ਆਪਾਂ ਇਹ ਨਹੀਂ ਕਹਿ ਸਕਦੇ ਵੀ ਯਾਰ 2 ਕੁਐਸਚਨਾਂ ਵਾਸਤੇ ਆਪਾਂ ਇੰਨੀ ਲੰਬੀ ਥਿਊਰੀ ਪੜ੍ਹ ਲਈ, ਹੈ ਨਾ। ਤੇ 8 ਨੰਬਰ ਤੁਹਾਡੇ ਪੱਕੇ ਹੋ ਸਕਦੇ ਨੇ, ਤੇ ਮੈਂ ਤੁਹਾਨੂੰ ਇਸ ਚੀਜ਼ ਦੀ ਗਾਰੰਟੀ ਦਿੰਦਾ ਵੀ ਤੁਸੀਂ ਇਹਨਾਂ ਨੂੰ ਚੀਜ਼ਾਂ ਨੂੰ ਸਮਝ ਕੇ ਕਰੋਗੇ। ਹਾਂ, ਰੱਟੇ ਲਾਓਗੇ ਫਿਰ ਨਹੀਂ ਮੈਂ ਕੁਝ ਕਹਿ ਸਕਦਾ। ਜੇ ਤੁਸੀਂ ਇਹਨਾਂ ਕਨਸੈਪਟਸ ਨੂੰ ਸਮਝਣ ਦੀ ਕੋਸ਼ਿਸ਼ ਕਰੋਗੇ, ਤੁਸੀਂ ਇਹਨਾਂ ਦੇ ਨਾਲ ਲਗਾਵ ਮਹਿਸੂਸ ਕਰੋਗੇ ਵੀ ਹਾਂ ਯਾਰ ਸਾਨੂੰ ਚੀਜ਼ਾਂ ਇਹ ਸਮਝ ਆ ਗਈਆਂ, ਤਾਂ ਇਹ ਡਿਫਰੈਂਸ ਕ੍ਰੀਏਟ ਕਰਨਗੀਆਂ। ਜ਼ਿਆਦਾਤਰ ਬੰਦੇ VoIP ਛੱਡ ਕੇ ਜਾਣਗੇ, ਸੋਚਣਗੇ ਵੀ 2 ਸਵਾਲ ਆ, ਛੱਡ ਦਾਂਗੇ, ਕੋਈ ਗੱਲ ਨਹੀਂ 28 ਚੋਂ ਦੇਖਾਂਗੇ। ਪਰ ਤੁਸੀਂ ਛੱਡ ਕੇ ਨਹੀਂ ਜਾਣਾ, ਕਿਉਂਕਿ ਆਪਾਂ ਕਹਿ ਸਕਦੇ ਹਾਂ ਵੀ ਕੰਪੀਟੀਸ਼ਨ ਹੈ ਜਿਹੜਾ ਉਹ ਇੱਥੋਂ ਹੀ ਪਤਾ ਲੱਗਣਾ ਵੀ ਜਿਹੜੇ ਟੌਪਿਕ ਔਖੇ ਨੇ, ਜਿਹੜੇ ਸਾਨੂੰ ਔਖੇ ਲੱਗਦੇ ਨੇ, ਉੱਥੇ ਤਾਂ ਭੀੜ ਹੁੰਦੀ ਨਹੀਂ। ਭੀੜ ਤਾਂ ਉੱਥੇ ਜ਼ਿਆਦਾ ਲੱਗੂਗੀ ਜਿਹੜੇ ਕਨਸੈਪਟ ਸੌਖੇ ਨੇ, ਜਿਵੇਂ ਰੇਸ਼ੋ ਦਾ ਹੋ ਗਿਆ, ਐਵਰੇਜ ਦਾ ਹੋ ਗਿਆ, ਜਾਂ ਕੰਪਿਊਟਰ ਦੇ ਵਿੱਚ ਮੈਮਰੀ ਦੇ ਹੋ ਗਏ। ਸੌਖੇ ਸਵਾਲ ਨੇ, ਉਹ ਤਾਂ ਕੋਈ ਵੀ ਕਰ ਸਕਦਾ। ਜਿੱਥੇ ਗੱਲ ਆ ਗਈ ਕਿ ਥੋੜਾ ਜਿਹਾ ਜ਼ੋਰ ਲਾਉਣਾ, ਸਟ੍ਰੈਸ ਪਾਉਣਾ ਦਿਮਾਗ ਤੇ, ਉਹਨਾਂ ਸਵਾਲਾਂ ਤੇ ਸਾਨੂੰ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ। ਸੋ ਜੇਕਰ ਤੁਸੀਂ ਪਾਰਟ 1 ਨਹੀਂ ਦੇਖਿਆ ਤਾਂ ਪਹਿਲਾਂ ਪਾਰਟ 1 ਦੇਖੋ, ਕਿਉਂਕਿ ਇਹ ਸਾਰੇ ਹੀ ਪਾਰਟ ਆਪਸ ਦੇ ਵਿੱਚ VoIP ਦੇ ਜੁੜੇ ਹੋਏ ਨੇ। ਜੇ ਤੁਸੀਂ ਪਹਿਲਾਂ ਨਹੀਂ ਦੇਖਿਆ ਦੂਜਾ, ਉਨੀ ਤੁਹਾਨੂੰ ਗੱਲਬਾਤ ਨਹੀਂ ਬਣਨੀ। ਸੋ ਆਪਾਂ ਸਟਾਰਟ ਕਰਦੇ ਹਾਂ। ਜਿਵੇਂ ਲਾਸਟ ਪਾਰਟ ਦੇ ਵਿੱਚ ਆਪਾਂ ਗੱਲ ਕਰ ਰਹੇ ਸੀ ਸਰਕਟ ਸਵਿਚਿੰਗ ਤੇ ਪੈਕੇਟ ਸਵਿਚਿੰਗ ਦੇ ਵਿੱਚ ਫਰਕ ਦੇਖ ਰਹੇ ਸੀ, ਹੈ ਨਾ। 3 ਫੇਜ਼ ਹੁੰਦੇ ਨੇ ਸਰਕਟ ਸਵਿਚਿੰਗ ਦੇ ਵਿੱਚ, ਕਨੈਕਸ਼ਨ ਐਸਟੈਬਲਿਸ਼ਮੈਂਟ, ਡੇਟਾ ਟ੍ਰਾਂਸਫਰ ਤੇ ਕਨੈਕਸ਼ਨ ਰਿਲੀਜ਼। ਤੇ ਪੈਕੇਟ ਸਵਿਚਿੰਗ ਦੇ ਵਿੱਚ ਕੋਈ ਵੀ ਫੇਸ ਨਹੀਂ ਹੁੰਦਾ। ਡਾਇਰੈਕਟਲੀ ਆਪਾਂ ਡੇਟਾ ਟ੍ਰਾਂਸਮਿਟਿੰਗ ਸਟਾਰਟ ਕਰਦੇ ਨੇ, ਟ੍ਰਾਂਸਫਰ ਆਫ ਡੇਟਾ ਡਾਇਰੈਕਟਲੀ ਸਟਾਰਟ ਹੋ ਜਾਂਦਾ ਹੈ। ਜਿਹੜਾ VoIP ਕਨਸੈਪਟ ਹੈ ਉਹ ਪੈਕੇਟ ਸਵਿਚਿੰਗ ਨੂੰ ਹੀ ਯੂਜ਼ ਕਰਦਾ। ਸੋ ਇਹਦੇ ਵਿੱਚ ਇੱਕ ਪੁਆਇੰਟ ਰਹਿ ਗਿਆ ਸੀ, ਮੈਂ ਤੁਹਾਨੂੰ ਕਿਹਾ ਸੀਗਾ ਵੀ ਮੈਂ ਤੁਹਾਨੂੰ ਚੈੱਕ ਕਰਕੇ ਦੱਸੂਗਾ ਦੁਬਾਰਾ ਕਿ ਦੋਨਾਂ ਦੇ ਵਿੱਚੋਂ ਫਾਸਟਰ ਕਿਹੜਾ ਸੀ। ਸਲੋਅਰ ਸੀ ਸਰਕਟ ਸਵਿਚਿੰਗ ਤੇ ਫਾਸਟਰ ਸੀਗਾ ਪੈਕੇਟ ਸਵਿਚਿੰਗ। ਇਹੀ ਠੀਕ ਆ, ਮੈਂ ਦੁਬਾਰਾ ਵੀ ਚੈੱਕ ਕੀਤਾ, ਕਿਉਂਕਿ ਇੱਧਰ ਕਨੈਕਸ਼ਨ ਐਸਟੈਬਲਿਸ਼ਮੈਂਟ ਫੇਜ਼ ਤੇ ਕਨੈਕਸ਼ਨ ਰਿਲੀਜ਼ ਤੇ ਟਾਈਮ ਲੱਗ ਜਾਂਦਾ। ਇੱਧਰ ਡਾਇਰੈਕਟਲੀ ਬਿਨਾਂ ਹੀ ਕਾਲ ਸੈਟਅਪ ਕੀਤੇ ਸਾਡੇ ਪੈਕੇਟਸ ਨੇ ਜਿਹੜੇ ਡਿਫਰੈਂਟ ਰੂਟਸ ਦੇ ਵਿੱਚ ਫਾਰਵਰਡ ਕਰ ਦਿੱਤੇ ਜਾਂਦੇ ਨੇ। ਤਾਂ ਇਹ ਯਾਦ ਰੱਖਣਾ, ਪੈਕੇਟ ਸਵਿਚਿੰਗ ਜਿਹੜੀ ਫਾਸਟਰ ਹੈ, ਸਰਕਟ ਸਵਿਚਿੰਗ ਆਪਣੀ ਸਲੋਅਰ ਆ, ਠੀਕ ਹੈ। ਬਾਕੀ ਦੇ ਪੁਆਇੰਟ ਤਾਂ ਆਪਾਂ ਸਾਰੇ ਡਿਸਕਸ ਕਰ ਚੁੱਕੇ ਹਾਂ। ਸੋ ਇਹ ਜਿਵੇਂ ਇੱਕ ਡੈਫੀਨੇਸ਼ਨ ਜੀ ਹੋਰ ਪੜ੍ਹ ਲੈਂਦੇ ਹਾਂ ਵੀ VoIP ਕੰਮ ਕਿਵੇਂ ਕਰਦਾ। VoIP ਵਰਕਸ ਬਾਈ ਬ੍ਰੇਕਿੰਗ ਅਪ ਯੂਅਰ ਵੌਇਸ। ਜਿਹੜੀ ਵੀ ਆਵਾਜ਼ ਅਸੀਂ ਬੋਲਦੇ ਹਾਂ ਉਹਨੂੰ ਬ੍ਰੇਕ ਕਰ ਦਿੰਦਾ। ਜਿਵੇਂ ਇੱਕ ਅਸੀਂ ਕੁਝ ਬੋਲਿਆ ਥੋੜੇ ਸਮੇਂ ਲਈ, ਇਹਦੇ 4 ਪੈਕੇਟਸ ਬਣਾਤੇ, 2 ਇੱਧਰ ਨੂੰ ਚੱਲ ਗਏ ਉੱਪਰ ਨੂੰ, 2 ਨੀਚੇ ਨੂੰ ਚੱਲ ਗਏ, ਫਰਦਰ ਇਹ ਡਿਵਾਈਡ ਹੋ ਗਏ, ਤਾਂ ਡੈਸਟੀਨੇਸ਼ਨ ਤੇ ਇਹ ਆਊਟ ਆਫ ਆਰਡਰ ਪਹੁੰਚ ਗਏ। ਭੇਜੇ ਸੀ ਆਪਾਂ 1 2 3, ਇਹ ਪਹੁੰਚ ਗਏ 1 3 4 2। ਇਹਨਾਂ ਨੂੰ ਪੈਕੇਟਸ ਦੀ ਸੈਗਮੈਂਟੇਸ਼ਨ, ਆਹ ਦੇਖੋ ਪਹਿਲਾਂ ਪੈਕੇਟਸ ਇਕੱਠੇ ਨੇ, ਇਹਨਾਂ ਨੂੰ ਤੋੜਨਾ ਇਹਨੂੰ ਸੈਗਮੈਂਟੇਸ਼ਨ ਬੋਲ ਦਿੰਦੇ ਆ, ਦੁਬਾਰਾ ਇਕੱਠੇ ਕਰਨ ਨੂੰ ਰੀਅਸੈਂਬਲੀ ਬੋਲ ਦਿੰਦੇ ਆ। ਤੇ ਡਿਫਰੈਂਟ ਲੇਅਰਸ ਦਾ ਕੰਮ ਹੁੰਦਾ। ਨੈਟਵਰਕਸ ਦੀਆਂ ਲੇਅਰ ਹੁੰਦੀਆਂ ਨੇ 7 ਲੇਅਰ। ਲਾਸਟ ਵੀਡੀਓ ਦੇ ਵਿੱਚ ਵੀ ਆਪਾਂ ਗੱਲ ਕੀਤੀ ਸੀ ਵੀ 7 ਲੇਅਰਸ ਦਾ ਵੱਖੋ ਵੱਖਰਾ ਕੰਮ ਹੈ। ਸੋ ਆਪਾਂ ਇਹ ਦੇਖਾਂਗੇ ਵੀ ਇਹ ਕਿਹੜੀ ਲੇਅਰ ਦਾ ਕੰਮ ਹੈ। ਇਹ ਲੇਅਰ ਸਾਨੂੰ ਫੰਕਸ਼ਨੈਲਿਟੀ ਪ੍ਰੋਵਾਈਡ ਕਰਦੀ ਆ ਵੀ ਪੈਕੇਟਸ ਨੂੰ ਰੀਅਰੇਂਜ ਕਿਵੇਂ ਕਰਨਾ, ਪ੍ਰੋਪਰ ਆਰਡਰ ਦੇ ਵਿੱਚ ਕਿਵੇਂ ਕੰਮ ਕਰਨਾ, ਹੈ ਨਾ। ਉਹ ਅੱਗੇ ਆਪਾਂ ਦੇਖਾਂਗੇ ਵੀ 2 ਪ੍ਰੋਟੋਕਾਲ, ਵੱਡੀਆਂ ਪ੍ਰੋਟੋਕਾਲ TCP ਤੇ UDP, ਇਹਨਾਂ ਦਾ ਕੰਮ ਹੈ ਸਾਰਾ ਇਹ ਡੇਟਾ ਨੂੰ ਐਂਡ ਤੱਕ ਲੈ ਕੇ ਜਾਣਾ। ਕਲੀਅਰ ਹੋਈ ਗੱਲ।
ਸੋ ਜਿੰਨੀ ਕੁ ਲੋੜ ਹੈ ਬੇਸਿਕ ਉਹਨਾਂ ਕੁ ਦੁਬਾਰੇ ਪੜ੍ਹਦਾ ਮੈਂ। VoIP works by breaking up your voice into digital packets। ਇਹ ਵੌਇਸ ਨੂੰ ਬ੍ਰੇਕ ਕਰ ਦਿੰਦਾ ਹੈ ਡਿਜੀਟਲ ਪੈਕੇਟਸ ਦੇ ਵਿੱਚ, ਲਾਈਕ ਇਲੈਕਟ੍ਰੋਨਿਕ ਇਨਵੈਲਪਸ, ਐਂਡ ਸੈਂਡਿੰਗ ਦੋਜ਼ ਪੈਕੇਟਸ ਐਜ਼ ਡੇਟਾ ਟੂ ਰੈਸੀਪੈਂਟ ਓਵਰ ਦੀ ਇੰਟਰਨੈਟ। ਕਹਿੰਦਾ ਉਹਨੂੰ ਓਵਰ ਦੀ ਇੰਟਰਨੈਟ ਦੇ ਥਰੂ ਉਸ ਨੂੰ ਸੈਂਡ ਕੀਤਾ ਜਾਂਦਾ, ਕਿਹਦੇ ਕੋਲੇ? ਰੈਸੀਪੈਂਟ ਕੋਲੇ, ਜਿਹੜਾ ਰਿਸੀਵਰ ਹੁੰਦਾ। ਸੋ ਸਵਾਲ ਦੇਖ ਲੈਂਦੇ ਆ, ਜਿਹੜਾ 24 ਅਗਸਤ 2021 ਨੂੰ ਪੁੱਛਿਆ ਗਿਆ ਪੇਪਰ 2 ਤੇ ਸ਼ਿਫਟ 3 ਦੇ ਵਿੱਚ ਸਵਾਲ ਸੀ ਨਾ। ਬੜਾ ਸੌਖਾ ਸਵਾਲ ਸੀਗਾ। ਸੌਖਾ ਤਾਂ ਸੀ ਜੇ ਕਨਸੈਪਟ ਪੜ੍ਹਿਆ, ਬਿਨਾਂ ਪੜ੍ਹੇ ਤਾਂ ਫਿਰ ਆਪਾਂ ਤੁੱਕੇ ਹੀ ਲਾਉਣੇ ਹਨਾ, ਆਨਸਰ ਪਹਿਲਾਂ ਹੀ ਲੱਗਿਆ ਹੋਇਆ। ਚਲੋ ਮੈਂ ਹਟਾ ਦੇਣਾ, ਅੱਖਾਂ ਬੰਦ ਕਰ ਲਓ, ਤੁਹਾਨੂੰ ਪਤਾ ਨਹੀਂ ਲੱਗਣਾ ਚਾਹੀਦਾ ਆਨਸਰ ਕੀ ਲੱਗਿਆ ਹੋਇਆ। ਠੀਕ ਹੈ, ਸੋ ਭੁੱਲ ਗਿਆ ਮੈਂ ਇਹਦੇ ਤੇ ਐਨੀਮੇਸ਼ਨ ਲਾਉਣੀ, ਨਹੀਂ ਨਿਗਾਹ ਪਈ ਹੋਣੀ ਮੈਨੂੰ ਲੱਗਦਾ ਤੁਹਾਡੀ ਆਨਸਰ 'ਚ। ਦੇਖਦੇ ਆ, ਵਿੱਚ ਉਹਦੀ ਫੋਲੋਇੰਗ ਸਟੇਟਮੈਂਟ ਇਜ਼ ਟਰੂ ਰਿਗਾਰਡਿੰਗ VoIP। ਕਹਿੰਦਾ VoIP ਦੇ ਰਿਗਾਰਡਿੰਗ ਕਿਹੜੀ ਹੇਠ ਲਿਖਿਆ ਜੋ ਸਟੇਟਮੈਂਟ ਠੀਕ ਆ, ਟਰੂ ਹੈ? ਕਹਿੰਦਾ ਇਟ ਯੂਜ਼ਸ ਏ ਡੈਡੀਕੇਟਡ ਪਾਥ। ਇਹ ਕਹਿੰਦਾ ਡੈਡੀਕੇਟਡ ਪਾਥ ਯੂਜ਼ ਕਰਦਾ। ਦੂਸਰੀ ਸਟੇਟਮੈਂਟ ਹੈ ਇਟ ਯੂਜ਼ਸ ਪੈਕੇਟ ਸਵਿਚਿੰਗ। ਤਾਂ VoIP ਦੇ ਵਿੱਚ ਆਪਾਂ ਹੁਣੀ ਪੜ੍ਹ ਕੇ ਆਏ ਆ ਵੀ VoIP ਹੈ ਜਿਹੜਾ ਇਹ ਪੈਕੇਟ ਸਵਿਚਿੰਗ ਯੂਜ਼ ਕਰਦਾ। ਤਾਂ ਦੂਜਾ ਤਾਂ ਠੀਕ ਹੈ, ਟਰੂ ਪੁੱਛਿਆ ਗੋਲਾ ਮਾਰਾਂਗੇ। ਦੂਜਾ ਠੀਕ ਹੈ, ਇਹ ਆਨਸਰ ਹੋ ਸਕਦਾ ਹੈ, ਇਹ ਹੋ ਸਕਦਾ ਹੈ। ਪਹਿਲਾ A ਨਹੀਂ ਹੋ ਸਕਦਾ ਤੇ D ਨਹੀਂ ਹੋ ਸਕਦਾ, ਜਾਂ ਤਾਂ ਦੋਨੇ ਠੀਕ ਹੋ ਸਕਦੇ ਨੇ ਜਾਂ ਕੱਲਾ ਦੂਜਾ ਠੀਕ ਹੋ ਸਕਦਾ। ਉਹਦੇ ਲਈ ਸਾਨੂੰ ਪਹਿਲਾ ਸਟੇਟਮੈਂਟ ਵੀ ਚੈੱਕ ਕਰਨੀ ਪੈਣੀ ਹੈ ਵੀ ਕੀ ਇਹ ਠੀਕ ਹੈਗਾ ਕਿ ਨਹੀਂ। ਜਿਹੜਾ ਡੈਡੀਕੇਟਡ ਪਾਥ ਹੁੰਦਾ ਇਹ ਹੁੰਦਾ ਸਰਕਟ ਸਵਿਚਿੰਗ ਦੇ ਵਿੱਚ। ਸੋ ਆਪਾਂ ਕੱਲ ਪੜ੍ਹ ਚੁੱਕੇ ਸੀ ਹਨਾ। ਦੇਖੋ ਕੱਲ ਵਾਲੀ ਥਿਊਰੀ ਕੰਮ ਆ ਰਹੀ ਹੈ ਨਾ ਵੀ ਸਰਕਟ ਸਵਿਚਿੰਗ ਤੇ ਪੈਕੇਟ ਸਵਿਚਿੰਗ ਹੈ ਕੀ। ਜੇ ਆਪਾਂ ਡਿਟੇਲ ਦੇ ਵਿੱਚ ਚੀਜ਼ਾਂ ਪੜ੍ਹੀਆਂ ਨੇ ਤਾਂ ਇੱਥੇ ਇਸ ਤਰੀਕੇ ਨਾਲ ਕਨਸੈਪਟ ਲੱਗਦੇ ਨੇ। ਤਾਂ ਮੈਂ ਵਾਰੀ-ਵਾਰੀ ਬੋਲਦਾ ਕਿ ਥਿਊਰੀ ਤੇ ਜ਼ਿਆਦਾ ਧਿਆਨ ਦੇਣਾ ਆਪਾਂ। ਤਾਂ ਡੈਡੀਕੇਟਡ ਪਾਥ ਜਿਹੜਾ ਸਰਕਟ ਸਵਿਚਿੰਗ ਦੇ ਵਿੱਚ ਹੁੰਦਾ, VoIP ਹੈਗਾ ਜਿਹੜਾ ਹੈਗਾ ਹੀ ਪੂਰਾ ਪੈਕੇਟ ਸਵਿਚਿੰਗ ਦੇ ਬੇਸਡ ਹੈ। ਸੋ ਪਹਿਲਾ ਸੀਗਾ ਜਿਹੜਾ ਇਹ ਗਲਤ ਹੋ ਗਿਆ। ਸੋ ਆਨਸਰ ਆਪਣੇ ਕੋਲੇ C ਹੈ, ਓਨਲੀ 2 ਠੀਕ ਹੈ ਤੇ ਆਨਸਰ C ਹੀ ਲੱਗਿਆ ਹੋਇਆ। ਠੀਕ ਹੈ, ਸੋ ਅੱਗੇ ਆਪਾਂ ਦੇਖਦੇ ਹਾਂ ਬਹੁਤ ਸਾਰੇ ਫੰਕਸ਼ਨਸ ਨੇ VoIP ਦੇ ਵਿੱਚ ਕਿਹੜੀਆਂ-ਕਿਹੜੀਆਂ ਸਰਵਿਸਿਜ਼ ਨੇ ਜਾਂ ਐਡਵਾਂਟੇਜ ਨੇ ਜਾਂ ਕਿਹੜੀਆਂ-ਕਿਹੜੀਆਂ ਐਪਲੀਕੇਸ਼ਨ ਪ੍ਰੋਵਾਈਡ ਕਰਦਾ VoIP, ਉਹ ਚੀਜ਼ਾਂ ਆਪਾਂ ਦੇਖਦੇ ਹਾਂ। ਸਭ ਤੋਂ ਪਹਿਲਾਂ ਹੈਗਾ ਵੌਇਸ ਕਮਿਊਨੀਕੇਸ਼ਨ। ਇਹ ਵੈਸੇ ਤਾਂ ਉਹੀ ਚੀਜ਼ਾਂ ਹੀ ਰਿਪੀਟ ਹੋਈਆਂ ਨੇ, ਥੋੜਾ ਬਹੁਤ ਬਦਲਿਆ, ਨਾਮ ਨੂੰ ਜੇ ਬਦਲਿਆ, ਟੈਕਨੀਕਲੀ ਟਰਮਾਂ ਬਦਲੀਆਂ ਨੇ। ਵੌਇਸ ਕਮਿਊਨੀਕੇਸ਼ਨ ਦਾ ਪ੍ਰੋਵਾਈਡ ਕਰਦੇ ਆ। ਦਾ ਪ੍ਰਾਇਮਰੀ ਫੰਕਸ਼ਨ ਆਫ VoIP ਇਜ਼ ਟੂ ਫੈਸਿਲਿਟੇਟ ਵੌਇਸ ਕਮਿਊਨੀਕੇਸ਼ਨ ਓਵਰ ਦੀ ਇੰਟਰਨੈਟ। ਇਹਦਾ ਇੰਟਰਨੈਟ ਦੇ ਥਰੂ ਮੇਨ ਇਹਦਾ ਫੰਕਸ਼ਨ ਹੈਗਾ ਪ੍ਰਾਇਮਰੀ, ਵੀ ਅਸੀਂ ਆਵਾਜ਼ ਭੇਜ ਸਕੀਏ। ਡਾਟਾ ਤਾਂ ਪਹਿਲਾਂ ਵੀ ਜਾਂਦਾ ਹੀ ਸੀ, ਆਵਾਜ਼ ਅੱਜ ਕੱਲ੍ਹ ਫੋਨ ਕਾਲ ਵਗੈਰਾ ਆਪਾਂ ਕੀ ਕਰਦੇ ਆ, ਇੰਟਰਨੈਟ ਨਾਲ ਕਰਨ ਲੱਗ ਗਏ। ਇਟ ਕਨਵਰਟਸ ਐਨਾਲੌਗ ਵੌਇਸ ਸਿਗਨਲ, ਜਿਹੜਾ ਸਾਡਾ ਵੌਇਸ ਸਿਗਨਲ ਹੁੰਦਾ ਉਹ ਐਨਾਲੌਗ ਹੁੰਦਾ, ਇਨਟੂ ਡਿਜੀਟਲ ਡੇਟਾ ਪੈਕੇਟਸ। ਇਹਨੂੰ ਆਪਾਂ ਡਿਜੀਟਲ ਡੇਟਾ ਪੈਕੇਟਸ ਦੇ ਵਿੱਚ ਕਨਵਰਟ ਕਰ ਦਿੰਦੇ ਆ, ਵਿਚ ਆਰ ਟਰਾਂਸਮਿਟਡ ਓਵਰ IP ਨੈਟਵਰਕ, ਜਿਹੜਾ IP ਨੈਟਵਰਕ ਦੇ ਉੱਪਰ ਆਪਾਂ ਭੇਜ ਦਿੰਦੇ ਆ। VoIP allows user to make and receive phone call using IP-based device such as IP phone, soft phone, mobile applications। ਦੇ ਆਪਾਂ ਕੱਲ ਪੜ੍ਹੇ ਸੀਗੇ ਕਿਹੜੇ-ਕਿਹੜੇ ਡਿਵਾਈਸ ਉਹਦੇ 'ਚ ਯੂਜ਼ ਕੀਤੇ ਜਾਂਦੇ ਨੇ। ਪਹਿਲੇ ਵਾਲੇ ਪਾਰਟ 'ਚ ਆਪਾਂ ਦੇਖ ਚੁੱਕੇ ਹਾਂ IP ਫੋਨਸ, ਸੌਫਟ ਫੋਨ ਤੇ ਮੋਬਾਈਲ ਐਪਲੀਕੇਸ਼ਨ ਹੈ ਨਾ। ਸੋ ਇਹਦਾ ਫੰਕਸ਼ਨ ਹੈ। ਦੂਸਰਾ ਕੋਸਟ ਸੇਵਿੰਗ, ਤਾਂ ਸਿਗਨੀਫਿਕੈਂਟਲੀ ਕੋਸਟ ਜਿਹੜਾ ਟ੍ਰੈਡੀਸ਼ਨਲ ਫੋਨ ਸੀ ਉਹਦੇ ਨਾਲੋਂ ਬਹੁਤ ਜ਼ਿਆਦਾ ਘੱਟ ਹੈ। ਚਾਹੇ ਅਸੀਂ ਇੰਟਰਨੈਸ਼ਨਲ ਕਾਲ ਕਰਨੀ ਹੈ, ਪਹਿਲਾਂ ਜੇ ਆਪਾਂ ISD ਤੋਂ STD ਤੋਂ ਕਾਲ ਕਰਦੇ ਸੀ ਤਾਂ ਸਾਨੂੰ ਬੜੇ ਪੈਸੇ ਪੈਂਦੇ ਸੀ, ਸਾਨੂੰ ਪੈਕ ਕਰਾਉਣਾ ਪੈਂਦਾ ਸੀ। ਕਈ ਵਾਰੀ ਆਪਾਂ ਮਿਸ ਕਾਲ ਮਾਰਦੇ ਹਾਂ ਫੋਰਨ ਦੇ ਵਿੱਚ ਤਾਂ ਵੀ 7-8 ਰੁਪਏ ਉੱਡ ਜਾਂਦੇ, ਤੁਹਾਨੂੰ ਪਤਾ ਹੋਣਾ ਹੈ ਨਾ। ਬਟ ਜਦੋਂ ਦਾ ਹੀ ਇਹ VoIP ਆਇਆ, ਸਭ ਤੋਂ ਪਹਿਲਾਂ ਸ਼ੁਰੂ ਹੋਇਆ ਸੀ ਸਕਾਈਪ ਦੇ ਥਰੂ। ਸਕਾਈਪ ਦੇ ਵਿੱਚ ਆਪਾਂ ਵੀਡੀਓ ਕਾਲ ਕਰਨ ਲੱਗੇ, ਫਿਰ ਹੌਲੀ-ਹੌਲੀ VoIP ਦੇ ਆਪਾਂ ਕੱਲ ਪੜ੍ਹਿਆ ਸੀ ਵੀ ਉਹਦੀ ਐਡਵਾਂਸਮੈਂਟ ਹੋਣ ਲੱਗੀ, ਫੀਚਰ ਜ਼ਿਆਦਾ ਸੀ ਤਾਂ ਐਕਸੈਪਟੈਂਸ ਹੋਣ ਲੱਗੀ ਨੈਟਵਰਕਸ ਦੇ ਵਿੱਚ ਹੈ ਨਾ। ਫਿਰ ਹੌਲੀ-ਹੌਲੀ ਬਾਕੀ ਦੀਆਂ ਐਪਲੀਕੇਸ਼ਨਾਂ ਆਈਆਂ ਤੇ ਕੋਸਟ ਸੇਵਿੰਗ ਹੈ। ਅਗਲਾ ਹੈ ਐਡਵਾਂਸਡ ਫੀਚਰ, ਇਹ ਪ੍ਰੋਵਾਈਡ ਕਰਦਾ। ਇਹ ਵੀ ਆਪਾਂ ਪੜ੍ਹ ਚੁੱਕੇ ਹਾਂ ਵੀ ਐਡਵਾਂਸਡ ਫੀਚਰ ਨੇ ਇਹਦੇ ਵਿੱਚ। ਬੇਸਿਕ ਕਾਲਿੰਗ ਤੋਂ ਬਿਨਾ ਕਾਲ ਫਾਰਵਰਡ ਕਰ ਸਕਦੇ ਹਾਂ ਆਪਾਂ, ਵੇਟਿੰਗ ਦੇ ਵਿੱਚ ਲਗਾ ਸਕਦੇ ਹਾਂ, ਵੌਇਸ ਮੇਲ ਹੈ, ਕਾਲ ਰਿਕਾਰਡਿੰਗ ਹੈ, ਆਟੋ ਅਟੈਂਡੈਂਟ ਵੀ ਹੈ। ਜਿਵੇਂ ਆਪਾਂ ਰੋਬੋਟ ਵਗੈਰਾ ਆਨਲਾਈਨ ਆਟੋ ਕਾਲ ਨਹੀਂ ਹੋ ਜਾਂਦੀਆਂ, ਆਟੋ ਅਟੈਂਡੈਂਟ ਲਗਾ ਸਕਦੇ ਹਾਂ। ਇੰਟਰੈਕਟਿਵ ਵੌਇਸ ਰਿਸਪੌਂਸ ਲੱਗ ਸਕਦਾ ਹੈ, ਕਾਨਫਰੰਸ ਕਾਲ ਹੈ ਤੇ ਵੀਡੀਓ ਕਾਲਿੰਗ ਹੈ। ਇਹ ਸਾਰੇ ਕੀ ਨੇ, ਐਡਵਾਂਸਡ ਫੀਚਰ ਵੀ ਫੰਕਸ਼ਨ ਇਹਦਾ VoIP ਦਾ। ਅਗਲਾ ਹੈਗਾ, ਇਹ ਵੀ ਆਪਾਂ ਪੜ੍ਹ ਚੁੱਕੇ ਹਾਂ ਗੱਲ, ਇੰਟੀਗ੍ਰੇਸ਼ਨ ਵਿਦ ਅਦਰ ਸਰਵਿਸਿਜ਼। ਅਦਰ ਸਰਵਿਸਿਜ਼ ਕਿਹੜੀਆਂ ਨੇ, ਜਿਵੇਂ CRM, ਕਸਟਮਰ ਰਿਲੇਸ਼ਨਸ਼ਿਪ ਮੈਨੇਜਮੈਂਟ, ਹੈਲਪ ਡੈਸਕ ਹੋ ਗਏ, ਕੋਲੈਬੋਰੇਸ਼ਨ ਟੂਲਸ ਹੋ ਗਏ। ਇਹਨਾਂ ਸਾਰਿਆਂ ਦੇ ਵਿੱਚ ਵੀ ਇਹ ਕੀ ਹੈ, ਇਹ ਇੰਟੀਗ੍ਰੇਟ ਕਰ ਸਕਦੇ ਆਪਾਂ VoIP ਵੀ ਆਪਾਂ ਪੜ੍ਹ ਚੁੱਕੇ ਹਾਂ। ਅਗਲਾ ਹੈ
ਮੋਬਿਲਿਟੀ ਐਂਡ ਫਲੈਕਸੀਬਿਲਿਟੀ। ਮੋਬਿਲਿਟੀ ਦਾ ਮਤਲਬ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੇ ਮੂਵ ਕਰ ਸਕਦੇ ਹਾਂ, ਕਿਉਂਕਿ ਸਾਡੇ ਮੋਬਾਈਲ ਫੋਨ ਤੇ ਟੈਬਸ ਵਗੈਰਾ ਦੇ ਵਿੱਚ ਹੀ ਬਹੁਤ ਸਾਰੀਆਂ ਐਪਲੀਕੇਸ਼ਨ ਚੱਲਦੀਆਂ ਨੇ VoIP ਦੀਆਂ। ਤਾਂ ਮੋਬਾਈਲ ਫੋਨ ਨੇ ਜਿਹੜੇ, ਉਹਦਾ ਨਾਮ ਹੀ ਮੋਬਾਈਲ ਇਸ ਕਰਕੇ ਹੈ ਕਿਉਂਕਿ ਅਸੀਂ ਇੱਕ ਲੋਕੇਸ਼ਨ ਤੋਂ ਦੂਜੀ ਜਗ੍ਹਾ ਤੇ ਮੂਵ ਕਰਦੇ ਹੋਏ ਵੀ ਗੱਲ ਕਰ ਸਕਦੇ ਹਾਂ। ਸੋ ਇਹ ਵੀ ਇੱਕ ਫੰਕਸ਼ਨ ਹੈ। ਫਲੈਕਸੀਬਲ ਵੀ ਹੈ ਇਹ, ਵੀ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਈਜ਼ੀਲੀ ਇਸ ਨੂੰ ਦੂਜੇ ਮਤਲਬ ਐਪਲੀਕੇਸ਼ਨ ਨੂੰ ਅਪਡੇਟ ਕੀਤਾ ਜਾ ਸਕਦਾ। ਠੀਕ ਹੈ। ਬਾਕੀ ਸਿਰ ਇੱਕ ਗੱਲ ਹੋਰ ਪੜ੍ਹ ਲੈਂਦੇ ਆ। VoIP ਸਰਵਿਸ ਆਲਸੋ ਸਪੋਰਟ ਡਿਵਾਈਸ ਐਂਡ ਲੋਕੇਸ਼ਨ ਇੰਡੀਪੈਂਡੈਂਸ। ਉਹ ਡਿਵਾਈਸ ਨੂੰ ਸਪੋਰਟ ਕਰਦਾ ਤੇ ਲੋਕੇਸ਼ਨ ਇੰਡੀਪੈਂਡੈਂਸ, ਲੋਕੇਸ਼ਨ ਦੀ ਜ਼ਰੂਰਤ ਨਹੀਂ ਹੈ। allowing user to access their communication service on multiple device। ਬਹੁਤ ਸਾਰੇ ਡਿਵਾਈਸਿਸ ਤੇ ਇਹ ਫਲੈਕਸੀਬਲ ਹੈ, ਚੱਲ ਸਕਦਾ। ਠੀਕ ਹੈ। ਅਗਲਾ ਹੈਗਾ ਯੂਨੀਫਾਈਡ ਕਮਿਊਨੀਕੇਸ਼ਨ। ਯੂਨੀਫਾਈਡ ਕਮਿਊਨੀਕੇਸ਼ਨ ਦਾ ਮਤਲਬ ਯੂਨੀਵਰਸਲ ਨਹੀਂ, ਜਿਵੇਂ ਆਪਾਂ ਗੱਲ ਕਰਦੇ ਵੀ ਇੱਕ ਹੀ ਜਗ੍ਹਾ ਤੇ ਸਭ ਕੁਝ ਇਕੱਠਾ ਮਿਲ ਜੇ, ਹਨਾ। ਸੋ VoIP ਟੈਕਨੋਲੋਜੀ ਵੀ ਉਵੇਂ ਦੀ ਆ। forms the basis of unified communication solution which integrate voice, video messaging and collaboration tool into single platform। ਇੱਕੋ ਹੀ ਪਲੇਟਫਾਰਮ ਦੇ ਵਿੱਚ ਸਭ ਕੁਝ ਮਿਲ ਜਾਂਦਾ, ਉਸ ਨੂੰ ਅਸੀਂ ਬੋਲਦੇ ਹਾਂ ਯੂਨੀਫਾਈਡ ਕਮਿਊਨੀਕੇਸ਼ਨ। ਤਾਂ ਇਹ ਵੀ ਇੱਕ VoIP ਦਾ ਫੰਕਸ਼ਨ ਹੈ। ਨੈਕਸਟ ਹੈਗਾ ਸਕੇਲੇਬਿਲਿਟੀ ਐਂਡ ਫਲੈਕਸੀਬਿਲਿਟੀ। ਫਲੈਕਸੀਬਿਲਿਟੀ ਆਪਾਂ ਆਲਰੇਡੀ ਪੜ੍ਹ ਚੁੱਕੇ ਹਾਂ ਵੀ ਬਹੁਤ ਸਾਰੇ ਡਿਵਾਈਸ ਤੇ ਚੱਲ ਸਕਦਾ ਹੈ। ਸਕੇਲੇਬਿਲਿਟੀ ਦਾ ਮਤਲਬ ਵੀ ਤੁਸੀਂ ਆਪਣੇ ਬਿਜ਼ਨਸ ਨੂੰ ਸਕੇਲ ਕਰ ਸਕਦੇ ਹੋ, ਜ਼ਿਆਦਾ ਵੱਡਾ ਕਰਨਾ ਹੈ ਤਾਂ ਵੀ ਕੋਈ ਦਿੱਕਤ ਨਹੀਂ ਆਊਗੀ। ਇਹ ਨਹੀਂ ਹੋਊਗਾ ਵੀ ਇਹ 100 ਕਸਟਮਰ ਨੂੰ ਹੀ ਡੀਲ ਕਰਦਾ, ਕੱਲ ਨੂੰ ਤੁਹਾਡੇ ਕੋਲੇ 10,000 ਕਸਟਮਰ ਆ ਗਏ, ਫਿਰ VoIP ਕੰਮ ਹੀ ਨਹੀਂ ਕਰੂਗਾ। ਤਾਂ ਇਹ ਸਕੇਲੇਬਿਲਿਟੀ ਵੀ ਬੜੀ ਪ੍ਰੋਵਾਈਡ ਕਰਦਾ, ਇਹ ਵੀ ਇਹਦਾ ਫੰਕਸ਼ਨ ਹੈ। ਠੀਕ ਆ। ਅੱਗੇ ਹੈਗਾ ਹਾਈ ਕੁਆਲਿਟੀ ਕਾਲਸ। ਜੇਕਰ ਤੁਹਾਡੇ ਕੋਲੇ ਸਟੇਬਲ ਇੰਟਰਨੈਟ ਕਨੈਕਸ਼ਨ ਹੈਗਾ, ਵਧੀਆ ਕਨੈਕਸ਼ਨ ਹੈ, ਤਾਂ ਫਿਰ ਇਹ ਬਹੁਤ ਵਧੀਆ ਸਰਵਿਸ ਪ੍ਰੋਵਾਈਡ ਕਰਦਾ ਵਾ। ਸ਼ਰਤ ਇਹ ਹੈ ਕਿ ਇਹਦੇ ਵਿੱਚ ਕਾਲ ਡ੍ਰੌਪ ਤਾਂ ਮਤਲਬ ਕਿ ਐਡਵਾਂਸਮੈਂਟ ਆ ਪੜ੍ਹ ਲੈਂਦੇ ਆਪਾਂ, ਕਾਲ ਡ੍ਰੌਪ ਤਾਂ ਹੀ ਹੋਊਗੀ ਜੇ ਇੰਟਰਨੈਟ ਕਨੈਕਸ਼ਨ ਵਧੀਆ ਨਹੀਂ ਹੋਊਗਾ। ਜਿਵੇਂ ਐਡੀਸ਼ਨਲੀ advancements in technology have significantly improved call quality। ਜਿਵੇਂ ਕਹਿੰਦਾ ਕੁਆਲਿਟੀ ਦੇ ਵਿੱਚ ਐਡਵਾਂਸਮੈਂਟ ਹੋਈ ਹੈ, ਉਹਦੇ ਨਾਲ ਹੀ ਕਾਲ ਕੁਆਲਿਟੀ ਵਧੀਆ ਹੈ। ਰਿਡਿਊਸਿੰਗ ਦੀ ਇਸ਼ੂ ਲਾਈਕ ਲੇਟੈਂਸੀ, ਕੱਲ ਪੜ੍ਹਿਆ ਸੀ ਆਪਾਂ, ਲੇਟੈਂਸੀ, ਇਕੋ ਤੇ ਡ੍ਰੌਪਡ ਕਾਲ, ਇਹ ਵਾਲੀਆਂ ਚੀਜ਼ਾਂ ਨੇ ਜਿਹੜੀਆਂ ਘਟ ਜਾਂਦੀਆਂ ਨੇ। ਕਲੀਅਰ। ਅਗਲਾ ਹੈ ਇੰਟਰਨੈਸ਼ਨਲ ਪ੍ਰੈਜ਼ੈਂਸ। ਤੁਸੀਂ ਚਾਹੇ ਕਿਸੇ ਵੀ ਕੰਟਰੀ ਦੇ ਵਿੱਚ ਬਿਜ਼ਨਸ ਕਰ ਰਹੇ ਹੋ, ਤੁਸੀਂ ਵੱਖੋ ਵੱਖਰੀਆਂ ਕੰਟਰੀਆਂ ਦੇ ਵਿੱਚ ਆਪਣੇ ਵੱਖੋ ਵੱਖਰੇ ਨੰਬਰ, ਵਰਚੁਅਲ ਫੋਨ ਨੰਬਰ ਜਿਹੜੇ ਹੁੰਦੇ ਨੇ, ਵਰਚੁਅਲ ਫੋਨ ਨੰਬਰ ਕੰਟਰੀ ਦੇ ਹਿਸਾਬ ਦੇ ਨਾਲ ਤੁਸੀਂ ਲਾਂਚ ਕਰ ਸਕਦੇ ਹੋ ਤੇ ਉਹਨਾਂ ਨੰਬਰਸ ਦੇ ਹਿਸਾਬ ਦੇ ਨਾਲ ਹੀ ਤੁਹਾਨੂੰ ਬਿਜ਼ਨਸ ਕਾਲਸ ਆਉਣਗੀਆਂ। ਤਾਂ ਇੰਟਰਨੈਸ਼ਨਲ ਪ੍ਰੈਜ਼ੈਂਸ ਵੀ ਪ੍ਰੋਵਾਈਡ ਕਰਦਾ VoIP। ਨੈਕਸਟ ਆਪਾਂ ਦੇਖ ਲੈਂਦੇ ਹਾਂ ਵੀ ਲਿਮਿਟੇਸ਼ਨਾਂ ਵੀ ਹੋਣਗੀਆਂ। ਕਿਸੇ ਸਿਸਟਮ ਦੇ ਇੰਨੇ ਫੰਕਸ਼ਨਸ ਨੇ, ਇੰਨੀਆਂ ਫੈਸਿਲਿਟੀ ਦੇ ਰਿਹਾ ਤੇ ਉਹਦੀਆਂ ਕੁਝ ਲਿਮਿਟੇਸ਼ਨਸ ਵੀ ਹੋਣਗੀਆਂ, ਹਨਾ। ਸੋ ਇਹ ਆਪਾਂ ਦੇਖਦੇ ਹਾਂ। ਪਹਿਲਾ ਲਿਮਿਟੇਸ਼ਨ ਹੈਗਾ, ਕਹਿੰਦਾ ਕੰਪੈਟੀਬਿਲਿਟੀ ਵਿਦ ਲੈਗੇਸੀ ਸਿਸਟਮ। ਲੈਗੇਸੀ ਸਿਸਟਮ ਹੈ ਜਿਹੜਾ ਪੁਰਾਣਾ ਸਿਸਟਮ ਹੈ, ਉਹਨੂੰ ਕੰਪੈਟੀਬਿਲਿਟੀ ਬਣਾਉਣ ਦੇ ਲਈ ਸਾਨੂੰ ਐਡੀਸ਼ਨਲ ਇਕਵਿਪਮੈਂਟ ਚਾਹੀਦੇ ਹੁੰਦੇ ਨੇ, ਜਿਵੇਂ ਅਡਾਪਟਰ ਵਗੈਰਾ ਚਾਹੀਦੇ ਨੇ। ਤਾਂ ਉਹਨਾਂ ਦੇ ਲਈ ਸਾਨੂੰ ਕੰਪੈਟੀਬਿਲਿਟੀ ਕਰਨ ਦੇ ਲਈ ਥੋੜਾ ਜਿਹਾ ਮਤਲਬ ਕਾਸਟ ਲੱਗਦੀ ਹੈ, ਕਿ ਨਵੇਂ ਡਿਵਾਈਸ ਲੱਗਦੇ ਨੇ, ਹਨਾ। ਅਗਲਾ ਹੈ ਬੈਂਡਵਿਡਥ ਰਿਕੁਆਇਰਮੈਂਟ। ਬੈਂਡਵਿਡਥ ਵੀ ਆਪਾਂ ਨੂੰ ਚੰਗੀ ਅਵੇਲੇਬਿਲਿਟੀ ਚਾਹੀਦੀ ਹੈ। ਕੁਝ ਰੂਰਲ ਏਰੀਆ ਨੇ, ਜਿਨमें ਰੂਰਲ ਏਰੀਆ ਬਿਜ਼ੀ ਨੈਟਵਰਕ ਹੈ, ਕਾਲ ਕੁਆਲਿਟੀ ਉੱਥੇ ਕੰਪਰੋਮਾਈਜ਼ ਹੋ ਜਾਂਦੀ ਹੈ। ਜਿਵੇਂ ਹੁਣ ਅੱਜ ਕੱਲ ਬ੍ਰੌਡਬੈਂਡ ਦੇ ਲਈ ਆਪਾਂ ਜੀਓ ਚੱਲਦਾ, ਜ਼ਿਆਦਾਤਰ ਜੀਓ ਫਾਈਬਰ ਚੱਲਦਾ, ਹਨਾ। ਤੁਸੀਂ ਕਾਫੀ ਬੰਦੇ ਇਸ ਚੀਜ਼ ਦੇ ਨਾਲ ਅਵੇਅਰ ਹੋਣਗੇ। ਜੀਓ ਫਾਈਬਰ ਇਹ 399 ਰੁਪਏ ਦੇ ਵਿੱਚ ਬੇਸਿਕ ਜਿਹਾ ਪਲਾਨ ਦਿੰਦੇ ਨੇ, ਹਨਾ। ਸੋ ਇਹ ਮਤਲਬ ਕਿ ਟੈਕਸ ਟੁਕਸ ਪਾ ਕੇ 470 ਰੁਪਏ ਦਾ ਪੈ ਜਾਂਦਾ, ਸਭ ਤੋਂ ਸਸਤਾ ਪੈਂਦਾ, ਬਾਕੀਆਂ ਦੇ ਨਾਲੋਂ ਸਸਤਾ ਪੈਂਦਾ। ਆਪਾਂ ਕੋਈ ਐਡ ਨਹੀਂ ਕਰ ਰਹੇ, ਵੈਸੇ ਤੁਹਾਨੂੰ ਮੈਂ ਦੱਸ ਰਿਹਾ ਵੀ ਇਹ ਸਸਤਾ ਪੈ ਜਾਂਦਾ, ਹਨਾ। ਬਟ ਇਹਦੀ ਅਵੇਲੇਬਿਲਿਟੀ ਨਹੀਂ ਹੈ। ਜਿਵੇਂ ਅੱਜ ਕੱਲ ਤਾਰਾਂ ਪੈ ਰਹੀਆਂ ਨੇ ਰੂਰਲ ਏਰੀਆ, ਪਿੰਡਾਂ ਦੇ ਵਿੱਚ ਜੀਓ ਨਹੀਂ ਆਪਣੇ ਚੱਲਦਾ, ਪਿੰਡਾਂ ਦੇ ਵਿੱਚ ਤਾਂ ਦੂਜੇ BSNL ਦੇ ਜਾਂ ਕਨੈਕਟ ਵਾਲੇ ਹੀ ਚੱਲਦੇ ਨੇ, ਏਅਰਟੈਲ ਦੇ, ਹਨਾ। ਸੋ ਇਹ ਚੀਜ਼ਾਂ ਹਜੇ ਉੱਥੇ ਰੀਚੇਬਿਲਿਟੀ ਨਹੀਂ ਹੈ, ਤਾਂ ਉਨੀ ਕੁਆਲਿਟੀ ਨਹੀਂ ਹੈ। ਕਿਉਂ? ਕਿਉਂਕਿ ਜੀਓ ਕੋਲੇ ਫਾਈਬਰ ਹੈ, ਫਾਈਬਰ ਕੇਬਲ ਪਾ ਰਹੇ ਨੇ। ਸੋ ਬੈਂਡਵਿਡਥ ਵੀ ਅੱਛੀ ਹੋਣੀ ਚਾਹੀਦੀ ਹੈ। ਦੂਸਰਾ ਹੈ, ਅਗਲਾ ਪੁਆਇੰਟ ਹੈ ਰੈਗੂਲੇਟਰੀ ਕੰਸੀਡਰੇਸ਼ਨ। ਤਾਂ ਇਹ ਵੀ ਹੈ ਵੀ ਨਵਾਂ ਸਿਸਟਮ ਹੈ, ਇਹਦੇ ਚ ਵੱਖੋ ਵੱਖਰੀਆਂ ਕੰਟਰੀਆਂ ਦੇ ਰੂਲ ਰੈਗੂਲੇਸ਼ਨ ਦੇ ਵਿੱਚ ਦਿੱਕਤ ਆਉਂਦੀ। ਜਿਵੇਂ ਆਪਾਂ ਕੱਲ ਕੀਤਾ ਸੀ, ਸਹੀ ਕੋਈ ਪ੍ਰੋਪਰ ਇਹਦੀ ਗਾਈਡਲਾਈਨ ਹਜੇ ਨਹੀਂ ਬਣੀ ਹੋਈ। ਜਿਵੇਂ ਜਿਵੇਂ ਸਮਾਂ ਪੈਂਦਾ ਜਾਂਦਾ ਉਵੇਂ ਉਵੇਂ ਇਹ ਚੀਜ਼ਾਂ, ਇਹ ਵਾਲੇ ਚੈਲੰਜ ਨੇ ਜਿਹੜੇ ਹੌਲੀ ਹੌਲੀ ਦੂਰ ਹੁੰਦੇ ਜਾਂਦੇ ਨੇ। ਠੀਕ ਹੈ। ਅਗਲਾ ਪੁਆਇੰਟ ਹੈ ਡਿਪੈਂਡੈਂਸ ਔਨ ਇੰਟਰਨੈਟ ਕਨੈਕਸ਼ਨ। ਇਹ ਆਪਾਂ ਕਰ ਹੀ ਚੁੱਕੇ ਹਾਂ ਵੀ ਬੈਂਡਵਿਡਥ ਚਾਹੀਦੀ ਹੈ, ਇੰਟਰਨੈਟ ਤੇ ਡਿਪੈਂਡ ਹੈ। ਜੇ ਇੰਟਰਨੈਟ ਨਹੀਂ ਚੱਲਦਾ ਤਾਂ VoIP ਨਹੀਂ ਚੱਲੂਗਾ। ਅਗਲਾ ਹੈ ਕਾਲ ਕੁਆਲਿਟੀ ਇਸ਼ੂ। ਕਈ ਵਾਰੀ ਜਿੱਥੇ
ਇੰਟਰਨੈਟ ਦੇ ਵਿੱਚ ਕੋਈ ਬਹੁਤ ਸਾਰੀਆਂ ਦਿੱਕਤਾਂ ਆ ਜਾਂਦੀਆਂ ਨੇ ਤਾਂ ਉੱਥੇ ਇਸ਼ੂ ਆ ਜਾਂਦੇ ਨੇ, ਜਿਵੇਂ ਲੇਟੈਂਸੀ ਦਾ ਇਸ਼ੂ, ਜਿਟਰ ਹੋ ਸਕਦਾ ਹੈ, ਪੈਕੇਟ ਲਾਸ ਹੋ ਸਕਦਾ। ਕੱਲ ਆਪਾਂ ਕੀਤਾ ਸੀ ਵੀ ਜਿਟਰ ਕੀ ਹੁੰਦਾ ਹੈ, ਪੈਕੇਟ ਲਾਸ ਕੀ ਹੁੰਦਾ, ਸਾਰੇ ਇਹ ਵਾਲੇ ਇਸ਼ੂ ਹੋ ਸਕਦੇ ਨੇ। ਤੇ ਕੁਆਲਿਟੀ ਆਫ ਸਰਵਿਸ ਹੈ ਜਿਹੜੀ ਉਹ ਡਾਊਨ ਹੋ ਸਕਦੀ ਹੈ ਇੰਟਰਨੈਟ ਕਨੈਕਸ਼ਨ ਦੇ ਵਿੱਚ ਕੰਜੈਸ਼ਨ ਹੋਣ ਦੇ ਕਾਰਨ, ਠੀਕ ਹੈ। ਸੋ ਇਹ ਵੀ ਮੇਨ ਇਸ਼ੂ ਹੈ। ਨੈਕਸਟ ਹੈਗਾ ਐਮਰਜੈਂਸੀ ਕਾਲਿੰਗ ਲਿਮਿਟੇਸ਼ਨ। ਇਹ ਵੀ ਇਹਦੇ ਵਿੱਚ ਵੀ ਐਮਰਜੈਂਸੀ ਕਾਲਿੰਗ ਦੀ ਲਿਮਿਟੇਸ਼ਨ ਹੈ। Emergency call with VoIP phone can be difficult because IP address do not offer the exact location of caller। ਜਿਵੇਂ ਆਪਾਂ ਨੂੰ ਪਤਾ ਹੈ ਵੀ 911 911 ਇੱਕ ਐਮਰਜੈਂਸੀ ਕਾਲ ਹੈ ਜਿਹਦੇ ਵਿੱਚ ਆਪਾਂ ਐਮਰਜੈਂਸੀ ਡਾਇਲ ਕਰਦੇ ਹਾਂ। ਉਹ ਯੂਜ਼ਰ ਦੀ ਲੋਕੇਸ਼ਨ ਦੇ ਹਿਸਾਬ ਨਾਲ ਉੱਥੇ ਕੋਈ ਵੀ ਕ੍ਰਾਈਮ ਹੋ ਰਿਹਾ ਹੋਵੇ, ਹਨਾ, ਉੱਥੇ ਜਿਹੜੀਆਂ ਸਾਰੀਆਂ ਮੈਡੀਕਲ ਸਰਵਿਸਿਜ਼ ਹੋਣ, ਚਾਹੇ ਉਹ ਫਾਇਰ ਬ੍ਰਿਗੇਡ ਦੀ ਹੈ, ਵੱਖੋ ਵੱਖਰੀਆਂ ਜਦੋਂ 911 ਤੇ ਕਾਲ ਜਾਂਦੀ ਹੈ ਉਹਦੀ ਲੋਕੇਸ਼ਨ ਦੇ ਹਿਸਾਬ ਦੇ ਨਾਲ ਸਾਰੀਆਂ ਸਰਵਿਸਿਜ਼ ਹੀ ਉੱਥੇ ਪਹੁੰਚ ਜਾਂਦੀਆਂ ਨੇ। ਬਟ ਇਸ ਦੇ ਵਿੱਚ ਲਿਮਿਟੇਸ਼ਨ ਹੈ ਵੀ VoIP ਦੇ ਵਿੱਚ ਅਸੀਂ IP ਐਡਰੈਸ ਦਿੰਨੇ ਆ ਜਿਹੜਾ ਸਿਸਟਮ ਦਾ, ਜਿਹਦੇ ਨਾਲ ਅਸੀਂ ਕਮਿਊਨੀਕੇਸ਼ਨ ਕਰਦੇ ਆ, ਉੱਥੇ ਇਹ ਲੋਕੇਸ਼ਨ ਨਹੀਂ ਪ੍ਰੋਵਾਈਡ ਕਰਦਾ। ਕੁਝ ਨਵੇਂ ਫੋਨ ਦੇ ਵਿੱਚ ਇਹ ਚੀਜ਼ਾਂ ਸੈੱਟ ਵੀ ਕੀਤੀਆਂ ਗਈਆਂ, ਇਹ ਵਾਲੇ ਇਸ਼ੂ ਨੂੰ ਐਡਰੈਸ ਕੀਤਾ ਜਾ ਰਿਹਾ। ਬਟ ਹਜੇ ਤੱਕ ਇਸ ਦੀ ਇਹ ਲਿਮਿਟੇਸ਼ਨ ਹੈ ਵੀ ਸਾਰੇ ਜਗ੍ਹਾ ਤੇ ਇਹ ਲੋਕੇਸ਼ਨ ਇਨਫੋਰਮੇਸ਼ਨ ਪ੍ਰੋਵਾਈਡ ਨਹੀਂ ਕਰਦਾ। ਤਾਂ ਕਰਕੇ ਜਿਹੜੀਆਂ ਐਮਰਜੈਂਸੀ ਕਾਲਸ ਦੀ ਸਰਵਿਸਿਜ਼ ਹੈ ਉਹ VoIP ਤੇ ਥੋੜੀ ਜੀ ਔਖੀ ਹੈ, ਡਿਫਿਕਲਟ ਹੈ, ਠੀਕ ਹੈ। ਹੁਣ ਸਵਾਲ ਦੇਖ ਲੈਂਦੇ ਆ ਇੱਕ, ਜਿਵੇਂ ਕਹਿੰਦਾ ਵਿਚ ਆਫ ਦੀ ਫੋਲੋਇੰਗ ਸਟੇਟਮੈਂਟ ਇਜ਼ ਕਰੈਕਟ। ਹੇਠ ਲਿਖਿਆਂ ਚੋਂ ਕਿਹੜੀ ਸਟੇਟਮੈਂਟ ਕਰੈਕਟ ਹੈ? ਇੱਥੇ ਆਪਾਂ ਗੋਲਾ ਲਾਵਾਂਗੇ। VoIP ਕੈਨ ਅਲਾਉ ਯੂ ਟੂ ਮੇਕ ਕਾਲ ਡਾਇਰੈਕਟਲੀ ਫਰੋਮ ਕੰਪਿਊਟਰ। ਕਹਿੰਦਾ ਤੁਸੀਂ VoIP ਦੇ ਨਾਲ ਕੰਪਿਊਟਰ ਦੇ ਵਿੱਚੋਂ ਡਾਇਰੈਕਟਲੀ ਕਾਲ ਕਰ ਸਕਦੇ ਹੋ। ਅਗਲਾ ਪੁਆਇੰਟ ਹੈਗਾ VoIP phones do not have their own MAC address। ਤਾਂ ਕਹਿੰਦਾ do not ਹੈ ਵੀ VoIP phones ਦੇ MAC address ਨਹੀਂ ਹੁੰਦੇ। ਪਹਿਲਾਂ ਤਾਂ ਪਹਿਲਾ ਪੁਆਇੰਟ ਦੇਖਦੇ ਆ ਵੀ VoIP can allow you to make a call directly from computer। ਇਹ ਗੱਲ ਬਿਲਕੁਲ ਠੀਕ ਹੈ, ਆਪਣੇ ਕੰਪਿਊਟਰ ਦੇ ਵਿੱਚੋਂ ਡਾਇਰੈਕਟਲੀ ਕਿਸੇ ਨੂੰ VoIP ਤੇ ਕਾਲ ਕਰ ਸਕਦੇ ਆ, ਚਾਹੇ ਉਹ ਸਕਾਈਪ ਥਰੂ ਕਰ ਲਈਏ, ਚਾਹੇ ਗੂਗਲ ਮੈਸੇਂਜਰ ਥਰੂ ਕਰ ਲਈਏ, ਚਾਹੇ ਇੰਸਟਾਗ੍ਰਾਮ, ਚਾਹੇ ਫੇਸਬੁੱਕ, ਚਾਹੇ WhatsApp, ਕੋਈ ਵੀ ਐਪਲੀਕੇਸ਼ਨ ਬਰਾਊਜ਼ਰ ਦੇ ਵਿੱਚ ਖੋਲੋ, ਇਵਨ ਤੁਹਾਨੂੰ ਇੰਸਟਾਲ ਕਰਨ ਦੀ ਵੀ ਲੋੜ ਨਹੀਂ, ਉੱਥੇ ਯੂਜ਼ਰ ਨੇਮ ਤੇ ਲੌਗਇਨ ਭਰੋ ਤੇ ਡਾਇਰੈਕਟਲੀ ਆਪਾਂ ਕਾਲ ਕਰ ਸਕਦੇ ਹਾਂ। ਹੈੱਡਫੋਨ ਵਗੈਰਾ, ਹੈੱਡਫੋਨ ਤੇ ਮਾਈਕ ਤੁਹਾਡੇ ਕੋਲ ਹੋਣਾ ਚਾਹੀਦਾ ਕਾਲ ਦੇ ਲਈ। ਤਾਂ ਪਹਿਲਾ ਪੁਆਇੰਟ ਬਿਲਕੁਲ ਸਹੀ ਆ। ਦੂਜਾ ਪੁਆਇੰਟ ਕਹਿੰਦਾ VoIP ਫੋਨ ਡੂ ਨੋਟ ਹੈਵ देयर ਓਨ MAC ਐਡਰੈਸ। ਤਾਂ ਇਹ ਗੱਲ ਗਲਤ ਹੈ। MAC ਐਡਰੈਸ ਹਰ ਇੱਕ ਡਿਵਾਈਸ ਦਾ ਹੁੰਦਾ ਹੈ। MAC ਐਡਰੈਸ ਹੁੰਦਾ ਕੀ ਹੈ? ਮੀਡੀਆ ਐਕਸੈਸ ਕੰਟਰੋਲ। ਮੈਕ ਐਡਰੈਸ ਇੱਕ ਹਾਰਡਵੇਅਰ ਐਡਰੈਸ ਹੁੰਦਾ ਹੈ ਜਿਹੜਾ ਲੈਨ ਕਾਰਡ ਦਾ ਐਡਰੈਸ ਹੁੰਦਾ ਹੈ। ਮੀਡੀਆ ਐਕਸੈਸ ਕੰਟਰੋਲ, ਠੀਕ ਹੈ। ਇੱਕ ਆਪਰੇਟਿੰਗ ਸਿਸਟਮ ਵੀ ਹੁੰਦਾ ਮੈਕ, ਮੈਨੂੰ ਤਾਂ ਹੀ ਮੇਰੇ ਯਾਦ ਨਹੀਂ ਆ ਰਿਹਾ ਸੀ। ਮੈਕ ਇਹ ਆਪਰੇਟਿੰਗ ਸਿਸਟਮ ਹੈ, ਇਹਦੇ ਵਿੱਚ MAC ਛੋਟਾ ਹੁੰਦਾ, ਮੈਕਿੰਟੋਸ਼ ਹੈ ਇਹਦਾ ਨਾਮ ਪੂਰਾ, MACINTOSH। ਸਪੈਲਿੰਗ ਤੁਸੀਂ ਚੈੱਕ ਕਰ ਲਿਓ, ਮੈਕਿੰਟੋਸ਼। ਐਪਲ ਨੇ ਬਣਾਇਆ ਸੀ ਇਹ, ਠੀਕ ਆ। ਸੋ ਅੱਜ ਕੱਲ੍ਹ ਤਾਂ ਸਾਰਿਆਂ ਦੇ ਉਹਨਾਂ ਦੇ ਮੈਕ ਲੱਗਣ ਲੱਗ ਗਿਆ, ਮੈਕ ਬੁੱਕ ਕਰਕੇ। ਸੋ VoIP ਫੋਨ ਕਹਿੰਦਾ ਡੂ ਨੋਟ ਹੈਵ देयर ਓਨ MAC ਐਡਰੈਸ। ਇਹ ਗੱਲ ਗਲਤ ਹੈ। ਕੋਈ ਵੀ ਹਾਰਡਵੇਅਰ ਡਿਵਾਈਸ ਹੈ, ਚਾਹੇ ਉਹ ਸਵਿਚ ਹੈ, ਚਾਹੇ ਰਾਊਟਰ ਹੈ, ਚਾਹੇ ਫਾਇਰਵਾਲ ਹੈ, ਚਾਹੇ ਫੋਨ ਹੈ, ਜਿਹੜਾ ਵੀ ਇਲੈਕਟ੍ਰੋਨਿਕਸ ਡਿਵਾਈਸ ਉਹਦੇ ਵਿੱਚ MAC ਐਡਰੈਸ ਜ਼ਰੂਰ ਹੁੰਦਾ। ਜਿਹੜਾ ਵੀ ਕਮਿਊਨੀਕੇਸ਼ਨ ਦੇ ਲਈ ਵਰਤਿਆ ਜਾਂਦਾ ਉਹਦੇ ਵਿੱਚ MAC ਐਡਰੈਸ ਜ਼ਰੂਰ ਹੁੰਦਾ। MAC ਐਡਰੈਸ ਇੱਕ ਹਾਰਡਵੇਅਰ ਦਾ ਐਡਰੈਸ ਹੁੰਦਾ, ਹਾਰਡਵੇਅਰ ਐਡਰੈਸ, ਚਾਹੇ ਇਸ ਨੂੰ NIC ਨੈਟਵਰਕ ਇੰਟਰਫੇਸ ਕਾਰਡ ਐਡਰੈਸ ਵੀ ਬੋਲਿਆ ਜਾਂਦਾ, ਹੋਰ ਇਸ ਨੂੰ ਫਿਜ਼ੀਕਲ ਐਡਰੈਸ ਵੀ ਬੋਲਿਆ ਜਾਂਦਾ। ਵੈਸੇ ਤਾਂ ਇਹ ਸਾਰੀਆਂ ਚੀਜ਼ਾਂ ਮੈਂ ਕਰਾ ਚੁੱਕਿਆ, ਆਪਾਂ ਨੈਟਵਰਕਸ ਵਾਲੇ ਚੈਪਟਰ ਦੇ ਵਿੱਚ ਕਰ ਚੁੱਕੇ ਹਾਂ, ਪਰ ਮੈਨੂੰ ਐ ਹੁੰਦਾ ਫਿਰ ਵੀ ਆਪਾਂ ਦੱਸ ਦਿੰਦੇ ਹਾਂ ਵੀ ਰਿਵੀਜ਼ਨ ਹੋ ਜਾਂਦੀ ਹੈ। 48 ਬਾਈਟਸ ਦਾ ਹੁੰਦਾ ਹੈ, ਇਹਨੂੰ ਡਿਵਾਈਡ ਬਾਈ 8 ਕਰ ਦਾਂਗੇ, 6 ਬਿਟਸ ਗਲਤ ਹੋ ਗਿਆ ਕੰਮ, 48 ਬਿਟਸ ਨੇ, 48 ਛੋਟਾ b ਬਿਟਸ, ਇਹਨੂੰ ਡਿਵਾਈਡ ਕਰਾਂਗੇ 8 ਤੇ ਤਾਂ 6 ਬਾਈਟ। ਇਹ ਗੱਲ ਯਾਦ ਰੱਖਣੀ ਹੈ, ਠੀਕ ਹੈ। ਸੋ VoIP ਫੋਨ ਡੂ ਨਾਟ ਹੈਵ देयर ਓਨ MAC ਐਡਰੈਸ। ਇਹ ਗੱਲ ਗਲਤ ਹੈ ਕਿਉਂਕਿ ਹਰ ਇੱਕ ਡਿਵਾਈਸ ਦੇ ਵਿੱਚ MAC ਐਡਰੈਸ ਹੁੰਦਾ ਹੈ। MAC ਐਡਰੈਸ ਤੋਂ ਬਿਨਾ ਕੋਈ ਵੀ ਡਿਵਾਈਸ ਹੈ ਜਿਹੜਾ ਕਮਿਊਨੀਕੇਟ ਨਹੀਂ ਕਰ ਸਕਦਾ। ਤਾਂ ਫਿਰ ਆਨਸਰ ਹੈ ਜਿਹੜਾ ਤਾਂ D ਆ ਜਾਊਗਾ, ਓਨਲੀ 1 ਠੀਕ ਆ। ਠੀਕ ਆ, ਜਸਟੀਫਿਕੇਸ਼ਨ MAC ਐਡਰੈਸ ਦੀ ਮੈਂ ਦਿੱਤੀ ਹੋਈ ਹੈ। ਮੀਡੀਆ ਐਕਸੈਸ ਕੰਟਰੋਲ
ਤੇ ਇਹ ਨੈਟਵਰਕ ਇੰਟਰਫੇਸ ਕਾਰਡ ਦੇ ਵਿੱਚ ਆਇਡੈਂਟੀਫਾਇਰ ਦੇ ਤੋਂ ਯੂਨੀਕ ਆਇਡੈਂਟੀਫਾਇਰ ਹੁੰਦਾ ਹੈ। ਹਰੇਕ NIC ਕਾਰਡ ਨੂੰ ਸਾਈਨ ਕੀਤਾ ਜਾਂਦਾ। ਕਲੀਅਰ ਹੋਈ ਗੱਲ। ਅਗਲਾ ਸਵਾਲ ਕਹਿੰਦਾ ਵਿਚ ਆਫ ਦੀ ਫੋਲੋਇੰਗ ਸਟੇਟਮੈਂਟ ਇਜ਼ ਕਰੈਕਟ ਰਿਗਾਰਡਿੰਗ VoIP। ਦੇਖੋ ਸਟੇਟਮੈਂਟ ਵਾਲੇ ਇਹ ਸਵਾਲ ਹੀ ਜ਼ਿਆਦਾ ਪੁੱਛਦਾ ਹੈ VoIP ਦੇ ਵਿੱਚ। ਕਰੈਕਟ ਹੈ, ਪਹਿਲਾਂ ਕਰੈਕਟ ਤੇ ਗੋਲਾ ਲਾ ਲੈਣਾ। ਹੋ ਸਕਦਾ ਉਹ ਇਨਕਰੈਕਟ ਪੁੱਛਦਾ, ਇਨਕਰੈਕਟ ਦੇ ਹਿਸਾਬ ਨਾਲ ਆਨਸਰ ਬਦਲ ਜੂਗਾ। ਮੈਂ ਦੋਨੇ ਤਰੀਕੇ ਨਾਲ ਤੁਹਾਨੂੰ ਆਨਸਰ ਦੇਖਾਂਗੇ ਆਪਾਂ। ਕਹਿੰਦਾ ਟੈਲੀਫੋਨ ਨੰਬਰ ਕੈਨ ਨਾਟ ਬੀ ਸਟੋਰਡ ਇਨ VoIP ਫੋਨ ਮੈਮਰੀ। ਇਹ ਗੱਲ ਗਲਤ ਹੈ। ਜਿਵੇਂ ਜਿਹੜਾ ਨਵਾਂ VoIP ਫੋਨ ਬਣੂਗਾ ਉਹ ਪੁਰਾਣੇ ਫੋਨਾਂ ਦੀ ਤਰ੍ਹਾਂ ਹੀ ਕੰਮ ਕਰਦਾ। ਹੁਣ ਅਸੀਂ ਕੋਈ ਫੇਸਬੁੱਕ ਇੰਸਟਾਗ੍ਰਾਮ ਤੋਂ ਕਾਲ ਲਾਉਂਦੇ ਹਾਂ, ਕੀ ਅਸੀਂ ਉਹ ਬੰਦੇ ਦਾ ਕੰਟੈਕਟ ਨੰਬਰ ਸੇਵ ਕਰ ਸਕਦੇ ਹਾਂ ਕਿ ਨਹੀਂ ਕਰ ਸਕਦੇ? ਬਿਲਕੁਲ ਕਰ ਸਕਦੇ ਹਾਂ। ਟੈਲੀਫੋਨ ਨੰਬਰ ਕਿਉਂ ਨਹੀਂ ਸੇਵ ਕਰ ਸਕਦੇ? ਜੇ ਸਪੈਸੀਫਿਕ ਫੋਨ ਕੱਲਾ VoIP ਫੋਨ ਵੀ ਹੋਵੇ ਉਹਦੇ ਵਿੱਚ ਵੀ ਕੰਟੈਕਟ ਲਿਸਟ ਤਾਂ ਜ਼ਰੂਰੀ ਹੈ ਨਾ, ਉਹ ਤਾਂ ਬੇਸਿਕ ਜਿਹਾ ਫੀਚਰ ਹੈ। ਤਾਂ ਪਹਿਲੀ ਗੱਲ ਗਲਤ ਹੈ। ਟੈਲੀਫੋਨ ਨੰਬਰ ਕੈਨ ਨਾਟ ਬੀ ਸਟੋਰਡ ਇਨ VoIP ਫੋਨ ਮੈਮਰੀ ਤਾਂ ਇਹ ਨਹੀਂ ਹੈਗਾ। ਇਹਦਾ ਮਤਲਬ ਅਸੀਂ ਫੋਨ ਸਟੋਰ ਕਰ ਸਕਦੇ ਹਾਂ, ਬਾਕੀ ਦੀ ਇਨਫੋਰਮੇਸ਼ਨ ਉਹਦੀ ਮੇਲ ID ਐਡਰੈਸ ਵਗੈਰਾ ਸਾਰਾ ਕੁਝ ਆਪਾਂ ਸਟੋਰ ਕਰ ਸਕਦੇ ਹਾਂ। ਕਲੀਅਰ ਹੋਈ ਗੱਲ। ਅਗਲਾ ਯੂ ਕੈਨ ਨਾਟ ਪੁੱਟ ਦੀ ਫੋਨ ਔਨ ਹੋਲਡ ਵਿਦ VoIP। ਇਹ ਵੀ ਗੱਲ ਗਲਤ ਹੈ ਵੀ ਅਸੀਂ ਹੋਲਡ ਕਿਉਂ ਨਹੀਂ ਕਰ ਸਕਦੇ? ਅਸੀਂ ਹੋਲਡ ਕਰ ਸਕਦੇ ਹਾਂ। ਇੰਸਟਾਗ੍ਰਾਮ ਤੇ ਕਾਲ ਕਰ ਰਹੇ ਹਾਂ, WhatsApp ਤੇ ਕਰ ਰਹੇ ਹਾਂ, ਆਪਾਂ ਹੋਲਡ ਕਰ ਸਕਦੇ ਹੁੰਦੇ ਹਾਂ। ਸੋ VoIP ਦੀਆਂ ਜਿੰਨੀਆਂ ਵੀ ਕਾਲਸ ਨੇ ਉਹਨਾਂ ਦੇ ਵਿੱਚ ਆਪਾਂ ਹੋਲਡ ਕਰ ਸਕਦੇ ਹਾਂ। ਬਟ ਇਹ ਸਪੈਸੀਫਿਕਲੀ ਫੋਨ ਦੇ ਵਿੱਚ ਪੁੱਛ ਰਿਹਾ ਪੁੱਟ ਫੋਨ ਔਨ ਹੋਲਡ ਵਿਦ VoIP, ਤਾਂ ਅਸੀਂ ਹੋਲਡ ਤੇ ਪਾ ਸਕਦੇ ਹਾਂ। ਤਾਂ ਇਹ ਵੀ ਗਲਤ ਆ। ਜੇ ਉਹ ਪੁੱਛਦਾ ਹੈ ਵਿਚ ਆਫ ਦੀ ਫੋਲੋਇੰਗ ਇਜ਼ ਕਰੈਕਟ, ਤਾਂ ਕਰੈਕਟ ਦੋਨੋਂ ਨਹੀਂ ਹੈਗੇ, ਤਾਂ ਆਪਾਂ ਕਹਾਂਗੇ ਨਾਈਦਰ 1 ਤੇ ਨੋਰ 2। ਆਨਸਰ ਹੈਗਾ ਦੂਸਰਾ। ਜੇ ਪੁੱਛ ਲੈ ਇਨਕਰੈਕਟ ਤਾਂ ਫਿਰ ਆਨਸਰ ਕੀ ਹੋ ਜਾਊਗਾ? C ਹੋ ਜਾਊਗਾ। ਤਾਂ ਹੁਣ ਆਨਸਰ ਹੈਗਾ B ਜੇ ਕਰੈਕਟ ਪੁੱਛਦਾ, ਜੇ ਇਨਕਰੈਕਟ ਪੁੱਛਦਾ ਤਾਂ ਆਨਸਰ C ਹੋ ਜਾਣਾ। ਧਿਆਨ ਨਾਲ ਕਰਨਾ। ਇੱਥੇ ਹੀ ਆਪਾਂ ਮੇਨ ਕਹਿ ਲਓ ਵੀ ਮਾਰ ਖਾ ਜਾਂਦੇ ਹਾਂ, ਹਨਾ। ਅਗਲਾ ਸਵਾਲ ਹੈ, ਇਹ ਵੀ ਵਧੀਆ ਸਵਾਲ ਹੈ। ਵਿਚ ਆਫ ਦੀ ਫੋਲੋਇੰਗ ਸਟੇਟਮੈਂਟ ਇਜ਼ ਨਾਟ ਕਰੈਕਟ। ਦੇਖੋ ਹੁਣ ਸਵਾਲ ਬਦਲ ਗਿਆ, ਨਾਟ ਕਰੈਕਟ। ਜਾਂ ਇੱਥੇ ਵੀ ਇਹ ਵੀ ਪੁੱਛ ਸਕਦਾ ਹੈ ਵਿਚ ਆਫ ਦੀ ਫੋਲੋਇੰਗ ਸਟੇਟਮੈਂਟ ਇਜ਼ ਫਾਲਸ। ਇਜ਼ ਜਾਂ ਆਰ ਇੱਕ ਤੋਂ ਜ਼ਿਆਦਾ ਵੀ ਹੋ ਸਕਦੇ ਨੇ। ਨਾਟ ਕਰੈਕਟ ਇਜ਼ ਇਕੁਅਲ ਟੂ ਫਾਲਸ ਦੇ ਹੁੰਦਾ, ਹਨਾ। ਜਾਂ ਇਨਕਰੈਕਟ ਦੇ ਵੀ ਕਹਿ ਸਕਦੇ ਵਿਚ ਆਫ ਦੀ ਫੋਲੋਇੰਗ ਇਜ਼ ਇਨਕਰੈਕਟ। ਇੱਕੋ ਹੀ ਗੱਲ ਹੈ, ਇਹ ਤਿੰਨਾਂ ਵਿੱਚੋਂ ਕੋਈ ਵੀ ਪੁੱਛ ਸਕਦਾ ਹੈ। ਕਾਲ ਰਾਊਟਿੰਗ ਇਜ਼ ਪੋਸੀਬਲ ਯੂਜ਼ਿੰਗ VoIP। ਰਾਊਟਿੰਗ ਦਾ ਮਤਲਬ ਹੁੰਦਾ ਹੈ ਰੂਟ ਦੇਣਾ। ਰੂਟਿੰਗ ਹੁੰਦਾ ਇੱਕ ਤੋਂ ਜ਼ਿਆਦਾ ਰਸਤੇ ਦੱਸਣੇ। ਤੇ ਕਾਲ ਰੂਟਿੰਗ ਪੋਸੀਬਲ ਇਨ ਯੂਜ਼ਿੰਗ VoIP, ਹੈ ਨਾ। ਕੀ ਇਹ ਹੈਗਾ ਕਿ ਨਹੀਂ ਹੈਗਾ? ਕੱਲ ਵਾਲੇ ਆਪਾਂ ਲੈਕਚਰ ਪਾਰਟ 1 ਦੇ ਵਿੱਚ ਆਪਾਂ ਦੇਖਿਆ ਸੀਗਾ ਵੀ ਇਹ ਫੀਚਰ ਪ੍ਰੋਵਾਈਡ ਕਰਦਾ ਰੂਟਿੰਗ ਦਾ। ਰੂਟਿੰਗ ਤੋਂ ਬਿਨਾਂ ਤਾਂ ਭੇਜ ਹੀ ਨਹੀਂ ਸਕਦੇ। ਇੱਥੋਂ ਮੰਨ ਲਓ ਅਸੀਂ ਫੋਰਨ ਦੇ ਵਿੱਚ ਕਾਲ ਕਰਨੀ ਹੈ, ਪਾਕਿਸਤਾਨ 'ਚ ਹੀ ਕਾਲ ਕਰਨੀ ਹੈ, ਤਾਂ ਜੇਕਰ ਸਾਨੂੰ ਰੂਟ ਹੀ ਨਹੀਂ ਮਿਲੂਗਾ ਤਾਂ ਅਸੀਂ ਕਿਵੇਂ ਕਰ ਸਕਦੇ ਹਾਂ? ਰੂਟ ਤਾਂ ਸਾਨੂੰ ਗੂਗਲ ਮੈਪ ਵੀ ਦਿੰਦਾ। ਮਲਟੀਪਲ ਤੁਹਾਡੀਆਂ ਚੋਇਸਿਸ ਨੇ, ਤੁਸੀਂ ਜਿੱਧਰ ਨੂੰ ਜਾਣਾ, ਹੈ ਨਾ। ਸੋ ਇਹ ਬਹੁਤ ਬੇਸਿਕ ਫੀਚਰ ਹੈ, ਇਹ ਪ੍ਰੋਵਾਈਡ ਕਰਦਾ। ਦੂਸਰਾ VoIP ਕੰਪਰੈਸਿਸ ਡਿਜੀਟਲ ਸਿਗਨਲ ਐਂਡ ਸੈਂਡ ਇਟ ਓਵਰ ਇੰਟਰਨੈਟ। ਇਹ ਵੀ ਗੱਲ ਠੀਕ ਆ ਵੀ ਜਿਹੜਾ ਮੈਂ ਕੱਲ ਆਪਾਂ ਫੰਕਸ਼ਨ ਦੇ ਵਿੱਚ ਗੱਲ ਕਰ ਚੁੱਕੇ ਹਾਂ, ਥੋੜਾ ਜਿਹਾ ਆਪਾਂ ਪੜ੍ਹਿਆ ਸੀ ਵੀ ਕੋਡੈਕ ਪ੍ਰੋਵਾਈਡ ਕਰਦਾ ਕੰਪਰੈਸ਼ਨ ਤੇ ਡੀਕੰਪਰੈਸ਼ਨ, ਹੈ ਨਾ। ਸੈਂਡਰ ਸਾਈਡ ਕੰਪਰੈਸ਼ਨ, ਤਾਂ ਕਰਕੇ ਉਹ ਬੈਂਡਵਿਡਥ ਘੱਟ ਤੋਂ ਘੱਟ ਕੰਜ਼ਿਊਮ ਕਰੇ ਆਡੀਓ ਕਾਲ। ਜਿਵੇਂ 70 MB ਦੀ ਫਾਈਲ ਆਪਾਂ ਐਗਜ਼ਾਮਪਲ ਲਈ ਸੀ, 70 MB ਦਾ ਡਾਟਾ, ਉਹਨੂੰ ਘਟਾ ਕੇ ਉਹ 30 MB 'ਚ ਕਰ ਦਿੰਦਾ। ਦੈਨ ਉਹ ਨੈਟਵਰਕ ਤੇ ਟਰਾਂਸਮਿਟ ਕਰ ਦਿੰਦਾ। ਰਿਸੀਵਰ ਕੋਲੇ ਜਾ ਕੇ ਦੁਬਾਰਾ ਫੇਰ ਹੀ ਉਹ 70 MB 'ਚ ਕਨਵਰਟ ਹੋ ਜਾਂਦਾ। ਤਾਂ ਕੰਪਰੈਸ਼ਨ ਹੁੰਦੀ ਹੈ ਡਿਜੀਟਲ ਸਿਗਨਲ ਦੇ ਵਿੱਚ ਕਨਵਰਟ ਕਰਕੇ ਫਿਰ ਸੈਂਡ ਓਵਰ ਦਾ ਇੰਟਰਨੈਟ ਹੋ ਜਾਂਦਾ। ਤਾਂ ਵੱਡਾ ਭੇਜਣਾ ਔਖਾ ਹੈ, ਵੱਡਾ ਸਾਈਜ਼ ਹੋਊਗਾ ਫਾਈਲ ਦਾ। ਤਾਂ ਇਸ ਹਿਸਾਬ ਨਾਲ ਆਪਾਂ ਨੂੰ ਇੱਕ ਵਾਰੀ ਥੋੜੀ ਜਸਟੀਫਿਕੇਸ਼ਨ ਪੜ੍ਹ ਲੈਣਾ। ਕਾਲ ਰਾਊਟਿੰਗ ਇਜ਼ ਫੰਡਾਮੈਂਟਲ ਫੀਚਰ ਆਫ VoIP ਸਿਸਟਮ। ਇਟ ਅਲਾਉਜ਼ ਕਾਲਸ ਟੂ ਬੀ directed ਔਰ routed to desired destination based on various parameter। ਬਹੁਤ ਸਾਰੇ ਪੈਰਾਮੀਟਰ ਦੇ ਬੇਸ ਤੇ ਡਾਇਰੈਕਟ ਕੀਤੀ ਜਾ ਸਕਦੀ ਹੈ ਕਾਲ ਤੇ, ਇਹਨੂੰ ਰੂਟ ਦਿੱਤਾ ਜਾ ਸਕਦਾ ਹੈ। such as dialed number, time of the day, caller ID, specific routing rules set by the user or administrator। ਇਹਨਾਂ ਪੈਰਾਮੀਟਰ ਦੇ ਬੇਸ ਤੇ ਕਾਲ ਦੀ ਰੂਟਿੰਗ ਕੀਤੀ ਜਾਂਦੀ ਹੈ, ਰੂਟ ਦਿੱਤਾ ਜਾ ਸਕਦਾ ਹੈ। ਕਾਲ ਰਾਊਟਿੰਗ is a essential capability of VoIP that enables efficient and flexible call management। ਤਾਂ ਟ੍ਰੈਫਿਕ ਤਾਂ ਹੀ ਘਟੂਗਾ ਜੇ ਕਾਲ ਮੈਨੇਜਮੈਂਟ ਜਾਂ ਕਾਲ ਰੂਟਿੰਗ ਜ਼ਿਆਦਾ ਵਧੀਆ ਹੋਊਗੀ। ਠੀਕ ਹੈ। ਅਗਲਾ ਪੁਆਇੰਟ, VoIP technology uses compression algorithm to reduce the size of digital voice signal, making them more efficient for transmission over the internet। ਕਹਿੰਦਾ ਇੰਟਰਨੈਟ ਦੇ ਉੱਪਰ ਟਰਾਂਸਮਿਸ਼ਨ ਕਰਨ ਦੇ ਲਈ ਉਹਦੀ ਕੰਪਰੈਸ਼ਨ ਬਹੁਤ ਜ਼ਿਆਦਾ ਜ਼ਰੂਰੀ ਹੈ। compressed voice data is then packetized
ਪਹਿਲਾਂ ਉਹਦੀ ਕੰਪਰੈਸ਼ਨ ਕਰਦੇ ਆ, ਬਾਅਦ ਦੇ ਵਿੱਚ ਉਹਨੂੰ ਚੌਪਿੰਗ ਕਰ ਦਿੰਦੇ ਆ, ਜਾਂ ਆਪਾਂ ਕਹਿ ਦਿੰਦੇ ਆ ਸੈਗਮੈਂਟੇਸ਼ਨ ਕਰ ਦਿੰਦੇ ਆ, ਜਾਂ ਚੌਪਿੰਗ ਕਰ ਦਿੰਦੇ ਆ, ਜਾਂ ਪੈਕਟਾਈਜ਼ਡ ਕਰ ਦਿੰਦੇ ਆ। ਛੋਟੇ ਛੋਟੇ ਪੈਕਟਸ ਦੇ ਵਿੱਚ ਕੱਟ ਕੇ ਉਹਨੂੰ ਐਂਡ ਟਰਾਂਸਮਿਟਡ ਓਵਰ ਆਈਪੀ ਨੈਟਵਰਕ ਐਜ਼ ਡੇਟਾ ਪੈਕਟਸ। ਐਜ਼ ਏ ਡੇਟਾ ਪੈਕਟਸ ਬਹੁਤ ਸਾਰੇ ਰਸਤਿਆਂ ਦੇ ਵਿੱਚ ਦੀ ਭੇਜੇ ਜਾਂਦੇ ਨੇ, ਤੇ ਰਿਸੀਵਰ ਦੇ ਕੋਲੇ ਜਾ ਕੇ ਉਹ ਪੈਕਟ ਨੇ ਜਿਹੜੇ ਇਕੱਠੇ ਹੋ ਜਾਂਦੇ ਨੇ। ਤਾਂ ਉਹ ਇਕੱਠੇ ਜਿਹੜੇ ਹੋ ਜਾਂਦੇ ਨੇ, ਉਹਦੇ ਬਾਅਦ ਦੇ ਵਿੱਚ ਸੀਕੁਐਂਸ ਬਣਾਈ ਜਾਂਦੀ ਹੈ। ਜੇ ਹੁਣ ਕੋਈ ਗੱਲ ਜਿਹੜੀ ਆਪਾਂ ਕਿਸੇ ਨੂੰ ਬੋਲ ਰਹੇ ਹਾਂ ਫੋਨ ਤੇ, ਕਈ ਵਾਰੀ ਆਪਾਂ ਨੂੰ ਲੱਗਦਾ ਨਹੀਂ ਵੀ ਹੌਲੀ ਥੋੜੀ ਡਿਲੇ ਨਾਲ ਪਹੁੰਚ ਰਹੀ ਹੈ, 5-10 ਮਿੰਟ ਦਾ ਡਿਲੇ ਕਿਉਂ ਹੁੰਦਾ? ਉਹ ਡਿਸਟੈਂਸ ਵਧਣ ਦੇ ਨਾਲ ਜਿਹੜਾ ਡੇਟਾ ਹੈ ਟਰੈਵਲ ਕਰ ਰਿਹਾ, ਰਸਤੇ ਦੇ ਵਿੱਚੋਂ ਟਰੈਵਲ ਕਰ ਰਿਹਾ ਨਾ, ਤਾਂ ਕਰਕੇ ਉਹ ਥੋੜੇ ਸਮੇਂ ਦਾ ਪਾਊਜ਼ ਆਉਂਦਾ ਹੁੰਦਾ। ਤੇ ਜੇ ਉਹ ਪਾਊਜ਼ ਦੇ ਵਿੱਚ ਵੀ ਪੈਕਟ ਜਿਹੜੇ ਮੰਨ ਲਓ ਜਿਹੜੀ ਗੱਲ ਬੰਦੇ ਨੇ ਪਹਿਲਾਂ ਕਹੀ ਤੇ ਮਗਰੋਂ ਵਾਲੀ ਗੱਲ ਮੂਹਰੇ ਪਹਿਲਾਂ ਆ ਜੇ ਤੇ ਪਹਿਲਾਂ ਕਹੀ ਬਾਅਦ ਚ ਆਵੇ, ਫਿਰ ਤਾਂ ਸਾਨੂੰ ਪਤਾ ਹੀ ਨਹੀਂ ਲੱਗਣਾ ਵੀ ਬੰਦਾ ਕੀ ਕਹਿ ਰਿਹਾ। ਤਾਂ ਇੱਥੇ ਸਪੈਸ਼ਲ ਨੈਟਵਰਕਸ ਦੀਆਂ ਲੇਅਰ ਕੰਮ ਕਰਦੀਆਂ ਨੇ, ਜਿਹੜੀਆਂ ਉਹਦੀਆਂ ਸੈਗਮੈਂਟੇਸ਼ਨ ਐਂਡ ਰੀਅਸੈਂਬਲੀ ਐਂਡ ਸੀਕੁਐਂਸ ਨੰਬਰ ਹੁੰਦਾ ਇਹਦੇ ਵਿੱਚ ਵੀ, ਕਿਹੜੇ ਸੀਕੁਐਂਸ ਨੰਬਰ ਦੇ ਹਿਸਾਬ ਨਾਲ ਡੇਟਾ ਟਰਾਂਸਮਿਟ ਹੋ ਰਿਹਾ। ਬਹੁਤ ਸਾਰੀ ਫੰਕਸ਼ਨੈਲਿਟੀ ਹੁੰਦੀ ਹੈ ਉਹਦੀ, ਚੱਲ ਆਪਾਂ ਨੂੰ ਇੰਨੀ ਜ਼ਿਆਦਾ ਲੋੜ ਨਹੀਂ, ਪਰ ਥੋੜਾ ਬਹੁਤ ਪਤਾ ਹੋਣਾ ਚਾਹੀਦਾ ਆਪਾਂ ਨੂੰ ਵੀ ਸੀਕੁਐਂਸ ਨੰਬਰ ਦੇ ਵਿੱਚ ਪੈਕਟ ਜਾਂਦੇ ਨੇ, ਫਿਰ ਉਹਦੀ ਪ੍ਰੋਪਰ ਐਕਨੋਲੇਜਮੈਂਟ ਆਉਂਦੀ ਹੈ ਵੀ ਹਾਂ ਪਹੁੰਚ ਗਿਆ। ਜੇ ਐਕਨੋਲੇਜਮੈਂਟ ਨਹੀਂ ਆਊਗੀ ਤਾਂ ਡੇਟਾ ਉਹਨੂੰ ਕੀ ਕਰਨਾ ਪੈਂਦਾ? ਰੀਸੈਂਡ ਕਰਨਾ ਪੈਂਦਾ। ਤੇ ਇਹ ਜਿਹੜਾ ਰੀਸੈਂਡ ਹੈ ਸਾਰੇ ਜਗ੍ਹਾ ਲੋਡ ਨਹੀਂ ਹੁੰਦੀ, ਜਿੱਥੇ ਵੌਇਸ ਕਾਲ ਚੱਲ ਰਹੀ ਹੈ ਉੱਥੇ ਰੀਸੈਂਡ ਦੀ ਲੋਡ ਨਹੀਂ। ਕੁਝ ਪੈਕਟ ਕੱਟੇ ਵੀ ਜਾਣਗੇ ਤਾਂ ਚੱਲ ਜਾਂਦਾ, ਬਟ ਜਿਹੜੀ ਈਮੇਲ ਆ, ਈਮੇਲ ਦੇ ਵਿੱਚ ਪੈਕਟ ਡ੍ਰੌਪ ਅਸੀਂ ਨਹੀਂ ਕਰ ਸਕਦੇ, ਉੱਥੇ ਸਾਨੂੰ ਐਗਜ਼ੈਕਟ ਪੈਕਟ ਹੀ ਚਾਹੀਦੇ ਨੇ। ਜੇ ਨਹੀਂ ਪਹੁੰਚੇ ਤਾਂ ਸਾਨੂੰ ਰੀਸੈਂਡ ਕਰਨੇ ਪੈਣਗੇ। ਵੀਡੀਓ ਕਾਲਿੰਗ ਹੋਵੇ ਚਾਹੇ ਆਡੀਓ ਕਾਲਿੰਗ ਹੋਵੇ, ਉੱਥੇ ਅਸੀਂ ਕੁਝ ਪੈਕਟ ਡ੍ਰੌਪ ਨੇ ਜਿਹੜੇ ਉਹ ਚੱਲ ਜਾਣਗੇ, ਬਟ ਉੱਥੇ ਡਿਲੇ ਨਹੀਂ ਸਾਨੂੰ ਚਾਹੀਦੀ। ਠੀਕ ਹੈ, ਸੋ ਇਸ ਤਰੀਕੇ ਦੇ ਨਾਲ ਇਹ ਕਮਿਊਨੀਕੇਸ਼ਨ ਹੁੰਦਾ। ਤਾਂ ਆਪਾਂ ਨੂੰ ਸਵਾਲ ਸੀਗਾ ਨੋਟ ਕਰੈਕਟ, ਕਾਲ ਰੂਟਿੰਗ ਇਜ਼ ਪੋਸੀਬਲ ਇਨ VoIP, ਇਹ ਠੀਕ ਆ। VoIP ਕੰਪਰੈਸ ਇਹ ਵੀ ਠੀਕ ਆ ਦੋਨੋਂ। ਤਾਂ ਫਿਰ ਆਨਸਰ ਇਹਦਾ A ਬਣ ਜਾਊਗਾ, ਨਾ ਹੀ ਤਾਂ ਕਹਿੰਦਾ ਪਹਿਲਾ ਗਲਤ ਹੈ ਨਾ ਹੀ ਦੂਜਾ ਗਲਤ ਹੈ। ਕਲੀਅਰ ਹੋਈ ਗੱਲ? ਸੋ ਇਹ ਕੋਰਸ ਬਾਰੇ ਤੁਹਾਨੂੰ ਮੈਂ ਹਰ ਵੀਡੀਓ ਦੇ ਵਿੱਚ ਹੀ ਦੱਸਦਾ। ਬਹੁਤ ਸਾਰੇ ਬੱਚੇ ਆਪਣੇ ਨਾਲ ਜੁੜੇ ਹੋਏ ਹੈ, ਜਿਹੜੇ ਟੈਸਟ ਸੀਰੀਜ਼ ਆਨਲਾਈਨ ਟੈਸਟ ਸੀਰੀਜ਼ ਜੁਆਇਨ ਕਰਕੇ ਜਿਹੜੇ ਇਸ ਚੀਜ਼ ਦਾ ਬੈਨੀਫਿਟ ਲੈ ਰਹੇ ਆ। ਤੁਸੀਂ ਵੀ ਇਹ ਟੈਸਟ ਸੀਰੀਜ਼ ਦਾ ਬੈਨੀਫਿਟ ਲੈ ਸਕਦੇ ਹੋ। ਇਹਦੇ ਵਿੱਚ ਈਅਰ ਵਾਈਜ਼ ਕੁਇਜ਼ ਜਾਂ ਫੁੱਲ ਲੈਂਥ ਕੁਇਜ਼, ਟੋਟਲ 26 ਸਾਡੇ ਕੋਲੇ ਫੁੱਲ ਲੈਂਥ ਕੁਇਜ਼ ਨੇ, ਜਿਹਦੇ ਵਿੱਚੋਂ ਪੇਪਰ 1 ਦੇ 13, ਪੇਪਰ 2 ਦੇ ਵੀ 13 ਅਵੇਲੇਬਲ ਨੇ। ਠੀਕ ਹੈ, ਸੋ ਇਹ ਟੈਸਟ ਸੀਰੀਜ਼ ਨੇ ਤੁਹਾਡੀ ਬਹੁਤ ਜ਼ਿਆਦਾ ਬੈਨੀਫਿਟ ਮਿਲਣਾ ਹੈ, ਇਸ ਨੂੰ ਹੈਲਪ ਕਰਨੀ ਹੈ। ਤੁਸੀਂ ਚੈੱਕ ਕਰ ਸਕਦੇ ਹੋ ਵੀ ਨੈਗੇਟਿਵ ਮਾਰਕਿੰਗ ਨਾਲ ਤੁਹਾਨੂੰ ਡੀਲ ਕਰਨਾ ਆ ਗਿਆ ਕਿ ਨਹੀਂ, ਕੀ ਤੁਹਾਨੂੰ ਟਾਈਮ ਮੈਨੇਜਮੈਂਟ ਆ ਗਈ ਕਿ ਨਹੀਂ। ਇਹ ਮੌਕ ਟੈਸਟ ਕਿਸੇ ਵੀ ਪੇਪਰ ਦੇ ਵਿੱਚ ਜਾਣ ਤੋਂ ਪਹਿਲਾਂ ਤੁਹਾਡੇ ਇਹ ਕੌਨਫੀਡੈਂਸ ਵਧਾਉਂਦੇ ਨੇ। ਜੇ ਮੌਕ ਟੈਸਟ ਦੇ ਵਿੱਚ ਤੁਸੀਂ ਵਧੀਆ ਪਰਫਾਰਮੈਂਸ ਆ ਰਹੀ ਹੈ ਤੁਹਾਡੀ, ਤਾਂ ਹੋ ਹੀ ਨਹੀਂ ਸਕਦਾ ਵੀ ਤੁਹਾਡੀ ਫਾਈਨਲ ਦੇ ਵਿੱਚ ਪਰਫਾਰਮੈਂਸ ਰੁਕ ਜੇ। ਇੱਕ ਸਾਡਾ ਹਿਊਮਨ ਬ੍ਰੇਨ ਆ ਜਿਹੜਾ, ਉਹ ਵੀ ਇਸ ਤਰੀਕੇ ਨਾਲ ਕੰਮ ਕਰਦਾ। ਕੋਈ ਵੀ ਅਸੀਂ ਕੰਮ ਕਰਨਾ, ਅਸੀਂ ਸਵੇਰੇ ਉੱਠਦੇ ਹਾਂ ਹਨਾ, ਤਾਂ ਇੱਕਦਮ ਸਾਡਾ ਜਿਹੜਾ ਸਿਸਟਮ ਆ ਉਹ ਸਟਾਰਟ ਨਹੀਂ ਹੁੰਦਾ। ਤੇ ਜਿਵੇਂ ਉਹ ਚਾਰਲੀ ਚੈਪਲਿਨ ਤੁਸੀਂ ਦੇਖਿਆ ਹੋਣਾ ਵੀ ਉਹ ਨਟ ਜੇ ਕੱਸਦਾ, ਤਾਂ ਉਹਦੀ ਆਦਤ ਪੈ ਚੁੱਕੀ ਹੁੰਦੀ ਹੈ। ਉਹ ਫੈਕਟਰੀ 'ਚ ਰਹਿ ਕੇ ਉਹਦੀਆਂ ਬੜੀਆਂ ਫਨੀ ਵੀਡੀਓਜ਼ ਆਉਂਦੀਆਂ ਨੇ, ਉਹ ਨਟ ਕੱਸਦਾ ਵੈਸੇ ਹੀ ਭੱਜ ਲੈਂਦਾ। ਉਹ ਕਿਸੇ ਲੇਡੀ ਦੇ ਕੱਪੜੇ ਪਾਏ ਹੁੰਦੇ ਆ, ਉਹਦੇ ਵੀ ਇੱਥੇ ਨਟ ਜੇ ਲੱਗੇ ਹੁੰਦੇ, ਉਹਨੂੰ ਐਂ ਲੱਗਦਾ ਵੀ ਨਟ ਕੱਸਣ ਵਾਲੇ ਆ, ਉਹਦੇ ਪਿੱਛੇ ਭੱਜ ਲੈਂਦਾ ਹਨਾ। ਉਹ ਸਾਰਿਆਂ ਨੇ ਦੇਖੀ ਹੋਣੀ। ਤਾਂ ਬ੍ਰੇਨ ਹੈ ਜਿਹੜਾ, ਉਹਨੂੰ ਐਕਟੀਵੇਟ ਕਰਨ ਦੇ ਲਈ ਇੱਕ ਸਿਸਟਮ ਦੇ ਵਿੱਚ ਪਾਉਣਾ ਜ਼ਰੂਰੀ ਹੈ। ਜੇਕਰ ਅਸੀਂ ਉਵੇਂ ਦੀ ਐਕਟੀਵਿਟੀ ਕਰ ਰਹੇ ਹਾਂ ਜਿਹੜੀਆਂ ਫਾਈਨਲ ਪੇਪਰ ਦੇ ਵਿੱਚ ਹੋਣਗੀਆਂ, ਤਾਂ ਸਾਨੂੰ ਔਖਾ ਹੀ ਨਹੀਂ ਲੱਗਣਾ। ਤੁਸੀਂ ਸਾਨੂੰ ਜਾ ਕੇ ਲੱਗੂ ਮੌਕ ਟੈਸਟ ਹੀ ਦੇਣ ਆਏ ਆ, ਕਿਉਂਕਿ ਸਾਡਾ ਬ੍ਰੇਨ ਉਸ ਚੀਜ਼ ਨੂੰ ਸਮਝ ਚੁੱਕਿਆ ਹੋਊਗਾ। ਤੁਸੀਂ ਕੋਈ ਵੀ ਕੰਮ ਕਰਦੇ ਆ, ਆਪਾਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਜਾਂਦੇ ਆ ਹਨਾ, ਸਪੋਜ਼ ਕਰੋ ਤੁਸੀਂ ਕਿਤੋਂ 2-4 ਕਿਲੋਮੀਟਰ ਸਾਈਕਲ ਤੇ ਜਾਂਦੇ ਹੋ, ਜਾਂ ਬਾਈਕ ਤੇ ਜਾਂਦੇ ਹੋ, ਜਾਂ ਕਾਰ ਖੁਦ ਡਰਾਈਵ ਕਰਕੇ ਜਾਂਦੇ ਹੋ। 10-20-50 ਵਾਰੀ ਜਾਣ ਤੋਂ ਬਾਅਦ ਤੁਹਾਡਾ ਬ੍ਰੇਨ ਹੈ ਜਿਹੜਾ ਉਹ ਪੱਕ ਜਾਂਦਾ। ਤੁਸੀਂ ਲੋਕਾਂ ਨਾਲ, ਦੂਜਿਆਂ ਨਾਲ ਫੋਨ ਤੇ ਗੱਲਾਂ ਕਰਦੇ ਜਾਓ, ਚਾਹੇ ਤੁਹਾਡੇ ਨਾਲ ਬੰਦਾ ਬੈਠਾ ਉਹਦੇ ਨਾਲ ਗੱਲਾਂ ਕਰਦੇ ਹੋ, ਆਪਣੇ ਆਪ ਗੱਡੀ ਮੁੜ ਜਾਣੀ ਹੈ। ਜਿੱਥੇ ਰੁਕਣਾ ਹੋਇਆ ਤੁਹਾਡਾ ਘਰ ਆ ਗਿਆ, ਆਪਣੇ ਆਪ ਤੁਹਾਨੂੰ ਲੈ ਕੇ ਚਲਾ ਜਾਣਾ। ਤਾਂ ਉਹ ਕੀ ਹੋ ਗਈ? ਪ੍ਰੈਕਟਿਸ ਹੋ ਗਈ, ਟ੍ਰੇਨਿੰਗ ਹੋ ਗਈ ਬ੍ਰੇਨ ਦੀ। ਉਵੇਂ ਹੀ ਆਪਾਂ ਨੂੰ ਪੁਰਾਣੇ ਕੁਐਸਚਨ ਕਰਨੇ ਬਹੁਤ ਜ਼ਿਆਦਾ ਜ਼ਰੂਰੀ ਨੇ। ਉਸੇ ਅਸੀਂ ਤੁਹਾਡੀ ਹੈਲਪ ਕਰਨ ਦੇ ਲਈ ਹੀ ਅਸੀਂ ਟੈਸਟ ਸੀਰੀਜ਼ ਬਣਾਈ ਹੈ। ਸਿਰਫ 249 ਰੁਪਏ ਦੇ ਵਿੱਚ ਹੈ। ਅਗਰ ਤੁਸੀਂ ਚਾਹੁੰਦੇ ਹੋ ਤਾਂ 9465390346 ਤੇ ਮੈਸੇਜ ਕਰ ਸਕਦੇ ਹੋ। ਇਹਦੇ ਵਿੱਚ ਤੁਹਾਨੂੰ ਪੇਪਰ A ਜਿਹੜਾ ਕਿ ਬਹੁਤ ਜ਼ਿਆਦਾ ਇੰਪੋਰਟੈਂਟ ਆ, ਤੁਹਾਨੂੰ ਪਤਾ ਹੀ ਆ ਵੀ ਬਹੁਤ ਸਾਰੇ ਬੱਚਿਆਂ ਦਾ ਕਲੀਅਰ ਨਹੀਂ ਹੋਇਆ। 40%, 38 ਤੋਂ 40% ਬੱਚਿਆਂ ਦਾ ਜਿਹੜਾ ਪੇਪਰ ਸੀਗਾ ਉਹ ਐਕਸਾਈਜ਼ ਦੇ ਵਿੱਚ ਆਪਾਂ ਸਾਰਿਆਂ ਨੇ ਖਬਰ ਦੇਖੀ ਹੈ। ਸੋ ਪੇਪਰ A ਕਲੀਅਰ ਨਹੀਂ ਹੋਇਆ, ਇਹਦੇ ਵੀ ਪੁਰਾਣੇ ਕੁਐਸਚਨ ਤੁਹਾਨੂੰ ਮਿਲ ਜਾਣਗੇ ਜਿਹੜੇ ਹੁਣ ਤੱਕ ਸਾਰੇ ਹੋਏ ਨੇ। ਸੋ ਇਹ ਤੁਹਾਨੂੰ ਅਸੀਂ ਕੰਪਲੀਮੈਂਟਰੀ ਫ੍ਰੀ ਦੇਵਾਂਗੇ ਇਸ ਕੋਰਸ ਦੇ ਨਾਲ। ਠੀਕ ਹੈ, ਅਗਰ ਤੁਸੀਂ ਇਕੱਲਾ ਪੇਪਰ A ਲੈਣਾ ਚਾਹੁੰਦੇ ਹੋ ਤਾਂ ਇਹਦੀ ਅਸੀਂ ਕਾਸਟ ਬਹੁਤ ਹੀ ਮਾਰਜਨਲ ਰੱਖੀ ਹੈ, ਜ਼ਿਆਦਾ ਰੱਖੀ, ਸਿਰਫ 70 ਰੁਪਏ। ਤਾਂ ਤੁਸੀਂ ਕੀ ਕਰਨਾ ਹੈ, ਮੈਸੇਜ ਕਰੋ ਹੁਣੀ, 5 ਮਿੰਟ ਦੇ ਵਿੱਚ ਆਪਾਂ ਤੁਹਾਨੂੰ ਕੋਰਸ ਦੇ ਵਿੱਚ ਐਨਰੋਲ ਕਰ ਦਾਂਗੇ। 9465 ਤੇ 90346। ਅਗਲਾ ਸਵਾਲ ਦੇਖਦੇ ਹਾਂ,
ਕਹਿੰਦਾ ਵਿਚ ਆਫ ਦੀ ਫੋਲੋਇੰਗ ਸਟੇਟਮੈਂਟ ਇਜ਼ ਕਰੈਕਟ, ਹੇਠ ਲਿਖਿਆਂ ਚੋਂ ਕਿਹੜੀ ਸਟੇਟਮੈਂਟ ਠੀਕ ਆ, ਕਰੈਕਟ ਆ। ਨੈਟਵਰਕ ਇੰਟਰਫੇਸ ਕਾਰਡ ਡੂ ਨਾਟ ਪ੍ਰੋਵਾਈਡ ਦੀ ਕਨੈਕਸ਼ਨ ਪੋਰਟ ਫॉर LAN ਇਨ VoIP ਫੋਨ। ਦੇਖੋ ਪਹਿਲਾਂ ਤਾਂ ਸਟੇਟਮੈਂਟਾਂ ਸਮਝਣੀਆਂ ਹੀ ਥੋੜਾ ਜਿਹਾ ਟਾਈਮ ਲੱਗਦਾ ਇਹ ਚੀਜ਼ਾਂ ਤੇ, ਇਹ 2021 ਦਾ ਹੀ ਸਵਾਲ ਆ, ਦੁਬਾਰੇ ਪੜ੍ਹਦਾ ਮੈਂ ਸਟੇਟਮੈਂਟ। ਨੈਟਵਰਕ ਇੰਟਰਫੇਸ ਕਾਰਡ ਡੂ ਨਾਟ ਪ੍ਰੋਵਾਈਡ ਦੀ ਕਨੈਕਸ਼ਨ ਪੋਰਟ ਫॉर LAN ਇਨ VoIP ਫੋਨ। ਸਿੰਪਲ ਜੀ ਗੱਲ ਉਹ ਕਹਿ ਰਿਹਾ, ਕਹਿੰਦਾ NIC ਕਾਰਡ ਹੁੰਦਾ ਹੈ, ਨੈਟਵਰਕ ਇੰਟਰਫੇਸ ਕਾਰਡ ਹੁੰਦਾ ਜਿਹੜਾ, ਇਹ LAN ਪੋਰਟ ਨਹੀਂ ਪ੍ਰੋਵਾਈਡ ਕਰਦਾ VoIP ਫੋਨ ਦੇ ਵਿੱਚ। ਤਾਂ ਆਪਾਂ ਹੁਣੀ ਪੜ੍ਹ ਕੇ ਗਏ ਆ ਵੀ ਜਿਹੜਾ MAC ਐਡਰੈਸ ਹੁੰਦਾ ਜਾਂ ਹਾਰਡਵੇਅਰ ਐਡਰੈਸ ਜਿਹਨੂੰ ਬੋਲਦੇ ਆ MAC ਐਡਰੈਸ, ਇਹ ਕਾਹਦੇ ਵਿੱਚ ਸਟੋਰ ਹੁੰਦਾ ਹੈ? ਇਹ ਹੁੰਦਾ ਹੈ LAN ਕਾਰਡ ਦੇ ਵਿੱਚ, ਜਾਂ ਇਸੇ ਨੂੰ ਹੀ ਨੈਟਵਰਕ ਇੰਟਰਫੇਸ ਕਾਰਡ NIC ਕਾਰਡ ਬੋਲਦੇ ਨੇ ਆ। ਇਸ ਕਾਰਡ ਦੇ ਵਿੱਚ ਹੀ MAC ਐਡਰੈਸ ਹੁੰਦਾ, ਇਹਦੇ ਤੋਂ ਬਿਨਾਂ ਅਸੀਂ ਕਮਿਊਨੀਕੇਟ ਹੀ ਨਹੀਂ ਕਰ ਸਕਦੇ। ਜੇ ਸਾਡੇ ਕੋਲੇ LAN ਕਾਰਡ ਕੰਪਿਊਟਰ ਦਾ ਖਰਾਬ ਹੋ ਜਾਊਗਾ ਤਾਂ ਕੰਪਿਊਟਰ ਇੰਟਰਨੈਟ ਦੇ ਨਾਲ ਨਹੀਂ ਜੁੜ ਸਕਦਾ, ਚਾਹੇ ਲੋਕਲ ਏਰੀਆ ਦੇ ਨਾਲ ਕਨੈਕਟ ਕਰਨਾ ਹੈ ਤਾਂ ਉਹ ਨਹੀਂ ਚੱਲ ਸਕਦਾ। ਇੱਕ LAN ਦੇ ਵਿੱਚ ਕੰਪਿਊਟਰ ਨੂੰ ਕਮਿਊਨੀਕੇਟ ਕਰਨ ਦੇ ਲਈ ਉਹਦਾ LAN ਕਾਰਡ ਸਹੀ ਹੋਣਾ ਚਾਹੀਦਾ। ਤਾਂ ਉਵੇਂ ਹੀ ਫੋਨ ਦੇ ਵਿੱਚ, ਜੇਕਰ ਆਪਾਂ ਇਹ ਵੀ ਪੜ੍ਹਿਆ ਸੀ ਵੀ ਹਰ ਡਿਵਾਈਸ ਦੇ ਵਿੱਚ ਨੈਟਵਰਕ ਇੰਟਰਫੇਸ ਕਾਰਡ ਲੱਗਿਆ ਹੁੰਦਾ ਹੈ ਜਿਹਨੇ ਕਮਿਊਨੀਕੇਸ਼ਨ ਕਰਨਾ ਹੁੰਦਾ ਹਨਾ, ਤਾਂ ਇਹ ਨੈਟਵਰਕ ਇੰਟਰਫੇਸ ਕਾਰਡ ਕਹਿੰਦਾ ਨਹੀਂ ਪ੍ਰੋਵਾਈਡ ਕਰਦਾ, ਡਜ਼ ਨਾਟ ਪ੍ਰੋਵਾਈਡ ਦੀ ਕਨੈਕਸ਼ਨ ਪੋਰਟ ਫॉर LAN ਇਨ VoIP ਫੋਨ ਦੇ ਵਿੱਚ ਕਹਿੰਦਾ ਕਨੈਕਸ਼ਨ ਪੋਰਟ ਨਹੀਂ ਪ੍ਰੋਵਾਈਡ ਕਰਦਾ। ਤਾਂ ਇਹ ਗੱਲ ਰੋਂਗ ਹੈ, ਕਿਉਂਕਿ ਕਨੈਕਸ਼ਨ ਪੋਰਟ ਤੋਂ ਬਿਨਾ VoIP ਫੋਨ ਨੂੰ ਆਪਾਂ LAN ਦੇ ਨਾਲ ਕਿਵੇਂ ਕਨੈਕਟ ਕਰਾਂਗੇ। ਤਾਂ ਮੈਨੂੰ ਲੱਗਦਾ ਤੁਹਾਨੂੰ ਸਮਝ ਆ ਗਈ ਹੋਣੀ ਇਹ ਗੱਲ, ਨਹੀਂ ਤਾਂ ਮੈਂ ਥੋੜਾ ਜਿਹਾ ਦੱਸ ਦਿੰਦਾ। ਜਿਵੇਂ ਇਹ VoIP ਫੋਨਸ ਨੇ, ਇਹਦੇ ਵਿੱਚੋਂ ਲੈਂਡਲਾਈਨ ਪੁਰਾਣਾ ਵੀ ਵਰਤ ਸਕਦੇ ਹਾਂ ਅਸੀਂ VoIP ਅਡਾਪਟਰ ਲਾ ਕੇ, ਜਾਂ ਅਸੀਂ ਕੱਲ ਪੜ੍ਹਿਆ ਸੀਗਾ ATA ਕਨਵਰਟਰ ਲਾ ਕੇ, ਠੀਕ ਹੈ। ਵਾਇਰਲੈਸ ਫੋਨ ਹੋ ਸਕਦਾ ਹੈ, ਦੂਜਾ ਫੋਨ ਹੋ ਸਕਦਾ ਸਕਰੀਨ ਵਾਲਾ, ਇਹ ਵੀ ਹੋ ਸਕਦਾ ਸਪੀਕਰ ਦੇ ਨਾਲ ਜੁੜਿਆ ਹੋਇਆ ਨਾ। ਸੋ ਇਹਦੇ ਵਿੱਚ ਇਹ ਵਾਲਾ ਇਹਦੀ ਬੈਕ ਐਂਡ ਹੈ, ਇਹ ਸਾਰੇ ਜਿਹੜੇ ਪੋਰਟ ਲੱਗੇ ਹੋਏ ਨੇ, ਇੰਟਰਨੈਟ ਦਾ ਪੋਰਟ ਹੈ, PC ਦਾ ਪੋਰਟ ਹੈ, ਐਗਜ਼ਿਟ ਪੋਰਟ ਹੈ, ਇਹ ਵਾਲੇ ਦੂਜੇ ਜਿਹੜੇ ਟੈਲੀਫੋਨ ਦੇ ਹੁੰਦੇ ਨੇ, ਇਹ ਇਹਨਾਂ ਨੂੰ ਆਹ ਦੋ ਨੂੰ ਬੋਲਦੇ ਨੇ ਆਪਾਂ RJ45 ਪੋਰਟ ਨੇ। ਇਹ ਹੈਗੇ R11 ਜਿੱਥੇ ਟੈਲੀਫੋਨ ਤਾਰ ਲੱਗਦੀ ਹੈ, ਤਾਂ ਟੈਲੀਫੋਨ ਤਾਰ ਇੱਥੇ ਲਗਾ ਲਾਂਗੇ, ਇੱਥੋਂ ਆਪਾਂ ਐਕਸਟੈਂਡ ਕਰਕੇ ਇੰਟਰਨੈਟ ਵਗੈਰਾ, ਇੰਟਰਨੈਟ ਇੱਥੋਂ ਵੀ ਚੱਲ ਪੂਗਾ, ਇੱਥੋਂ ਇਹਨੂੰ ਐਕਸਟੈਂਡ ਕਰ ਸਕਦੇ ਹਾਂ। ਅੱਗੇ ਦਾ LAN ਦੇ ਵਿੱਚ ਆਪਾਂ ਅਸੀਂ ਲਗਾਉਣਾ ਲੋਕਲ ਏਰੀਆ ਨੈਟਵਰਕ ਦੇ ਵਿੱਚ, ਤਾਂ ਇੱਥੋਂ ਅਸੀਂ ਐਕਸਟੈਂਸ਼ਨ ਕਰ ਸਕਦੇ ਹਾਂ। ਤਾਂ ਜਿਹੜੀ ਪਹਿਲੀ ਸਟੇਟਮੈਂਟ ਸੀ ਨੈਟਵਰਕ ਇੰਟਰਫੇਸ ਕਾਰਡ ਡਜ਼ ਨਾਟ ਪ੍ਰੋਵਾਈਡ ਦੀ ਕਨੈਕਸ਼ਨ ਪੋਰਟ ਟੂ LAN ਇਨ VoIP, ਇਹ ਮਤਲਬ ਗਲਤ ਹੋ ਗਈ। ਇਹਦਾ ਮਤਲਬ ਹੈਗਾ ਵੀ ਨੈਟਵਰਕ ਇੰਟਰਫੇਸ ਕਾਰਡ ਹੈ ਜਿਹੜਾ ਉਹ ਪ੍ਰੋਵਾਈਡ ਕਰਦਾ ਕਨੈਕਸ਼ਨ ਪੋਰਟ LAN ਦੇ ਨਾਲ ਕਨੈਕਟ ਕਰਨ ਦੇ ਲਈ VoIP ਫੋਨ ਦੇ ਵਿੱਚ, ਠੀਕ ਹੈ। ਮੈਨੂੰ ਲੱਗਦਾ ਤੁਹਾਨੂੰ ਗੱਲ ਸਮਝ ਆ ਗਈ ਨਾ, ਹੈ ਗੱਲ ਥੋੜੀ ਟੇਢੀ, ਨਹੀਂ ਸਮਝ ਲੱਗੀ ਤਾਂ ਵੀਡੀਓ ਨੂੰ ਪਿੱਛੇ ਕਰਕੇ ਦੇਖ ਸਕਦੇ ਹੋ, ਪਾਊਜ਼ ਕਰਕੇ ਤੁਸੀਂ ਉਸ ਨੂੰ ਸੋਚ ਸਕਦੇ ਹੋ, ਕਿਉਂਕਿ ਸੋਚਣਾ ਅੰਡਰਸਟੈਂਡ ਕਰਨ ਦੇ ਨਾਲ ਹੀ ਚੀਜ਼ਾਂ ਸਮਝ ਆਉਂਦੀਆਂ ਨੇ। ਸੋ ਦੂਜਾ ਦੇਖਦੇ ਹਾਂ ਪੁਆਇੰਟ, MAC address is required for peacefully connecting to a Ethernet networks। ਦੇਖੋ ਇਹ ਦੋਨੋਂ ਚੀਜ਼ਾਂ ਹੀ ਕੰਪਲੀਮੈਂਟਰੀ ਹੋ ਗਈਆਂ ਨਾ। ਤਾਂ MAC address ਆਪਾਂ ਪਹਿਲਾਂ ਵੀ ਗੱਲ ਕੀਤੀ ਹੈ, ਕੱਲ ਵਾਲੇ ਪਾਰਟਸ ਦੇ ਵਿੱਚ ਵੀ ਕੀਤਾ ਸੀ ਵੀ MAC address ਹੈ ਜ਼ਰੂਰੀ ਹੁੰਦਾ। ਪੀਸਫੁਲੀ ਤਾਂ ਚਲੋ ਉਹਨੇ ਵੈਸੇ ਹੀ ਲਿਖਤਾ, ਈਥਰਨੈਟ ਨੈਟਵਰਕ ਕਹਿ ਲਓ ਚਾਹੇ LAN ਕਹਿ ਲਓ, ਇੱਕੋ ਹੀ ਗੱਲ ਹੁੰਦੀ ਹੈ। ਲੋਕਲ ਏਰੀਆ ਨੈਟਵਰਕ ਦੀ ਹੀ ਇੱਕ ਟਾਈਪ ਹੈ ਈਥਰਨੈਟ। ਈਥਰਨੈਟ ਇੱਕ ਪ੍ਰੋਟੋਕਾਲ ਹੈ ਜਿਹੜੀ LAN ਦੇ ਵਿੱਚ ਕੰਮ ਕਰਦੀ ਹੈ, ਜਾਂ LAN ਦੀ ਇੱਕ ਟਾਈਪ ਹੈ ਈਥਰਨੈਟ। ਤਾਂ MAC ਐਡਰੈਸ ਜ਼ਰੂਰੀ ਹੁੰਦਾ, ਇਹ ਗੱਲ ਬਿਲਕੁਲ ਠੀਕ ਆ। ਤਾਂ ਪਹਿਲਾ ਗਲਤ, ਦੂਜਾ ਠੀਕ ਹੈ, ਤਾਂ ਆਨਸਰ ਮੈਨੂੰ ਲੱਗਦਾ C ਹੋਣਾ ਚਾਹੀਦਾ ਹੈ, ਪਰ ਆਪਾਂ ਜਸਟੀਫਿਕੇਸ਼ਨ ਥੋੜੀ ਜਿਹੀ ਦੇਖ ਲੈਂਦੇ ਹਾਂ। ਕਹਿੰਦਾ ਇਨ VoIP ਫੋਨ ਦੀ ਨੈਟਵਰਕ ਇੰਟਰਫੇਸ ਕਾਰਡ ਪ੍ਰੋਵਾਈਡਸ ਦੇ ਕਨੈਕਸ਼ਨ ਪੋਰਟ ਫॉर ਲੋਕਲ ਏਰੀਆ ਨੈਟਵਰਕ। ਪਰ ਮੈਂ ਤੁਹਾਨੂੰ ਦੱਸ ਚੁੱਕਿਆ ਵੀ ਜਿਹੜਾ ਨੈਟਵਰਕ ਇੰਟਰਫੇਸ ਕਾਰਡ ਹੈ ਇਹ ਲੋਕਲ ਏਰੀਆ ਪੋਰਟ LAN ਕਾਰਡ ਦੇ ਲਈ ਪੋਰਟ ਕਨੈਕਸ਼ਨ ਪ੍ਰੋਵਾਈਡ ਕਰਦਾ। NIC is responsible for establishing the physical connection between VoIP phone and LAN infrastructure। ਇੱਕ ਪਾਸੇ VoIP ਫੋਨ ਚੱਲ ਰਿਹਾ, ਦੂਜੇ ਪਾਸੇ LAN ਇਨਫਰਾਸਟ੍ਰਕਚਰ ਹੈ, ਤਾਂ ਉਹਦੇ ਲਈ NIC ਕਾਰਡ ਹੀ ਜ਼ਰੂਰੀ ਆ, ਅਦਰਵਾਈਜ਼ ਕਮਿਊਨੀਕੇਸ਼ਨ ਨਹੀਂ ਹੋਊਗਾ। ਕਹਿੰਦਾ ਇਟ ਟਿਪੀਕਲੀ ਇਨਕਲੂਡਸ ਈਥਰਨੈਟ ਪੋਰਟ, ਉਹਦੇ 'ਚ ਈਥਰਨੈਟ ਪੋਰਟ ਹੋ ਸਕਦਾ, ਔਰ ਅਨਦਰ ਟਾਈਪ ਆਫ ਕਨੈਕਸ਼ਨ ਪੋਰਟ ਦੈਟ ਅਲਾਉਜ਼ VoIP ਫੋਨ ਟੂ ਕਨੈਕਟ ਦੀ ਲੋਕਲ ਏਰੀਆ ਨੈਟਵਰਕ ਐਂਡ ਕਮਿਊਨੀਕੇਟ ਓਵਰ ਦੀ LAN। ਤਾਂ ਇਹ ਆਪਾਂ ਦੇਖ ਹੀ ਚੁੱਕੇ ਹਾਂ ਵੀ ਇੱਕ ਤਾਂ ਈਥਰਨੈਟ ਪੋਰਟ ਹੁੰਦਾ, ਬਾਕੀ ਦੇ ਪੋਰਟ ਵੀ ਹੋ ਸਕਦੇ ਆ, ਬਾਕੀ ਦੇ ਆਪਾਂ ਕਮਿਊਨੀਕੇਟ ਕਰ ਸਕਦੇ ਹਾਂ LAN ਦੇ ਨਾਲ, ਠੀਕ ਹੈ। ਅਗਲਾ MAC ਬਾਰੇ ਆਪਾਂ ਪੜ੍ਹ ਹੀ ਚੁੱਕੇ ਹਾਂ, ਦੁਬਾਰੇ ਦੱਸ ਦੇਣਾ। MAC address is a unique identifier assigned to network device including those used in Ethernet connection। ਬਸ ਉਹੀ ਚੀਜ਼ਾਂ ਨੇ ਵੀ MAC ਜ਼ਰੂਰੀ ਹੈ, MAC ਤੋਂ ਬਿਨਾਂ ਆਪਾਂ ਕਮਿਊਨੀਕੇਟ ਨਹੀਂ ਕਰ ਸਕਦੇ।
ठीक है, ਉਹੀ ਲਿਖਿਆ ਹੋਇਆ। ਤਾਂ ਇਹਦਾ ਸਵਾਲ ਦਾ ਆਨਸਰ ਬਣ ਗਿਆ ਸੀ ਕਿ ਇਹਦਾ ਦੂਸਰਾ ਠੀਕ ਹੈ, ਪਹਿਲਾ ਜਿਹੜਾ ਗਲਤ ਆ। ਨੈਕਸਟ ਆਪਣੇ ਕੋਲੇ ਆ ਗਿਆ ਪ੍ਰੋਟੋਕੋਲ ਯੂਜ਼ਡ ਇਨ VoIP। ਇਹ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਨੇ। ਪ੍ਰੋਟੋਕੋਲ ਕਿਹੜੀਆਂ ਵਰਤੀਆਂ ਜਾਂਦੀਆਂ ਨੇ, ਇਹ ਆਪਾਂ ਕੱਲੀ ਪ੍ਰੋਟੋਕੋਲ ਡਿਸਕਸ ਕਰਾਂਗੇ। ਲਾਸਟ ਪਾਰਟ ਦੇ ਵਿੱਚ ਵੀ ਆਪਾਂ ਪਿਛਲੀ ਵਾਰੀ ਵੀ ਆਪਾਂ ਡਿਸਕਸ ਕੀਤਾ ਸੀ 2022 ਵਾਲੇ ਪੇਪਰ ਤੋਂ ਪਹਿਲਾਂ, ਉਹ ਵੀਡੀਓ ਪਈ ਆ, ਤੁਸੀਂ ਦੇਖ ਸਕਦੇ ਹੋ। ਉਹ ਸੀਗੀ 2 ਘੰਟੇ ਦੀ, 2 ਆਵਰਸ ਦੀ। ਉਹ ਥੋੜਾ ਜਿਹਾ ਲੈਂਦੀ ਹੋ ਗਿਆ ਸੀ ਕੰਮ, ਤੇ ਮੈਂ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਡੀਪ 'ਚ ਨਹੀਂ ਜਾ ਪਾਇਆ ਕਿਉਂਕਿ ਸਮਾਂ ਥੋੜਾ ਸੀ। ਤਾਂ ਇਸ ਵਾਰੀ ਆਪਣੇ ਕੋਲੇ ਸਮਾਂ ਸਫੀਸ਼ੀਐਂਟ ਹੈਗਾ ਕਿ ਇਹ ਚੀਜ਼ਾਂ ਨੂੰ ਅਸੀਂ ਡੀਪ ਦੇ ਵਿੱਚ ਪੜ੍ਹ ਸਕਦੇ ਹਾਂ। ਸੋ ਅਗਰ ਤੁਸੀਂ ਉਹ ਦੇਖੀਆਂ ਹੋਈਆਂ ਨੇ ਵੀਡੀਓ, ਪੁਰਾਣੀ ਵੀਡੀਓ ਦੇਖੀ ਹੋਈ ਆ, ਤਾਂ ਉਹਦੇ ਨਾਲੋਂ ਇਹਦੇ ਵਿੱਚ ਆਪਾਂ ਇਨਫੋਰਮੇਸ਼ਨ ਜ਼ਿਆਦਾ ਇਨਕਲੂਡ ਕੀਤੀ ਹੋਈ ਹੈ। ਤੁਹਾਡੇ ਬੱਚਿਆਂ ਦੇ ਮੈਨੂੰ ਕਮੈਂਟ ਆਏ ਸੀ ਵੀ ਇਸ ਨੂੰ ਆਪਾਂ ਅਲੱਗ ਤੋਂ ਕਰਕੇ ਕਰਵਾਈਏ, ਤਾਂ ਹੀ ਆਪਾਂ ਤੁਹਾਨੂੰ ਕਰਵਾ ਰਹੇ ਹਾਂ, ਠੀਕ ਹੈ। ਸੋ ਪ੍ਰੋਟੋਕੋਲ ਯੂਜ਼ਡ ਇਨ VoIP, ਕਹਿੰਦਾ ਵੈਰਾਈਟੀ ਆਫ ਫੰਕਸ਼ਨਸ ਆਰ ਨੀਡਡ ਟੂ ਇੰਪਲੀਮੈਂਟ VoIP ਕਮਿਊਨੀਕੇਸ਼ਨ। VoIP ਕਮਿਊਨੀਕੇਸ਼ਨ ਨੂੰ ਇੰਪਲੀਮੈਂਟ ਕਰਨ ਦੇ ਲਈ ਬਹੁਤ ਸਾਰੇ ਫੰਕਸ਼ਨ ਚਾਹੀਦੇ ਨੇ। ਪਹਿਲਾਂ ਆਪਾਂ ਇਹ ਪੜ੍ਹਿਆ ਵੀ ਹੋਇਆ ਨੈਟਵਰਕ ਵਾਲੇ ਚੈਪਟਰ ਦੇ ਵਿੱਚ ਵੀ ਪ੍ਰੋਟੋਕੋਲ ਹੁੰਦਾ ਕੀ ਹੈ। ਪ੍ਰੋਟੋਕੋਲ ਹੁੰਦੇ ਨੇ ਸੈਟ ਆਫ ਰੂਲਸ ਟੂ ਗਵਰਨਸ ਐਨੀ ਕਮਿਊਨੀਕੇਸ਼ਨ। ਹੁਣ ਇੱਕ ਯੂਨੀਵਰਸਿਟੀ ਨੂੰ ਚਲਾਉਣ ਦੇ ਲਈ, ਰਨ ਕਰਨ ਦੇ ਲਈ, ਉੱਥੇ ਸਾਨੂੰ ਬਹੁਤ ਸਾਰੇ ਫੰਕਸ਼ਨ ਇੰਪਲੀਮੈਂਟ ਕਰਨੇ ਨੇ। ਸਾਨੂੰ ਸਫਾਈ ਕਰਮਚਾਰੀ ਵੀ ਚਾਹੀਦੇ ਨੇ, ਹੋਸਟਲਾਂ ਦੇ ਵਿੱਚ ਚਾਹੀਦੇ ਨੇ, ਐਡਮਿਨ ਬਲਾਕ ਦੇ ਵਿੱਚ ਚਾਹੀਦੇ ਨੇ, ਫਿਰ ਸਾਨੂੰ ਪੀਅਨ ਚਾਹੀਦੇ ਨੇ, ਚਾਹ ਪਾਣੀ ਬਣਾਉਣ ਫੜਾਉਣ ਵਾਲੇ, ਫਾਈਲਾਂ ਨੂੰ ਫੜਾਉਣ ਵਾਲੇ, ਫਿਰ ਨੌਨ ਟੀਚਿੰਗ ਸਟਾਫ ਚਾਹੀਦਾ ਹੈ, ਕਲੈਰੀਕਲ ਸਟਾਫ ਚਾਹੀਦਾ ਹੈ, ਫਿਰ ਟੀਚਿੰਗ ਸਟਾਫ ਚਾਹੀਦਾ ਹੈ, ਫਿਰ ਐਡਮਿਨਿਸਟ੍ਰੇਟਿਵ ਦੀ ਟੀਮ ਚਾਹੀਦੀ ਹੈ, ਫਿਰ ਪ੍ਰਿੰਟਿੰਗ ਪ੍ਰੈਸ ਚਾਹੀਦੀ ਹੈ, ਫਿਰ ਟਰਾਂਸਪੋਰਟ ਵਾਲੇ ਚਾਹੀਦੇ ਨੇ, ਸਿਕਿਉਰਿਟੀ ਵਾਲੇ ਚਾਹੀਦੇ ਨੇ। ਦੇਖੋ ਇੰਨੇ ਬੰਦਿਆਂ ਦੇ ਲਈ ਕੋਈ ਫੰਕਸ਼ਨ ਬਣਾਉਣਾ ਪਊਗਾ, ਕੋਈ ਪ੍ਰੋਟੋਕੋਲ ਬਣਾਉਣੇ ਪੈਣਗੇ, ਕੋਈ ਰੂਲ ਬਣਾਉਣੇ ਪੈਣਗੇ। ਉਵੇਂ ਹੀ VoIP ਨੂੰ ਕਹਿੰਦਾ ਇੰਪਲੀਮੈਂਟ ਕਰਨ ਦੇ ਲਈ ਬਹੁਤ ਸਾਰੀਆਂ ਸਾਨੂੰ ਪ੍ਰੋਟੋਕੋਲਸ ਦੀ ਲੋੜ ਨੇ। ਜਾਂ ਇਹਨਾਂ ਨੂੰ ਇਹ ਸਮਝ ਲਓ ਵੀ ਇਹ ਡਿਪਾਰਟਮੈਂਟ ਹੈ। ਜਿਵੇਂ ਇੱਕ ਯੂਨੀਵਰਸਿਟੀ ਦੇ ਵਿੱਚ ਸਿਕਿਉਰਿਟੀ ਦਾ ਡਿਪਾਰਟਮੈਂਟ ਹੁੰਦਾ ਹੈ, ਉਵੇਂ ਹੀ VoIP ਦੇ ਵਿੱਚ ਇੱਕ ਪ੍ਰੋਟੋਕੋਲ ਹੈ ਜਿਹੜੀ ਸਿਕਿਉਰਿਟੀ ਨੂੰ ਦੇਖੂਗੀ। ਇੱਕ ਜਿਹੜੀ ਟੀਚਿੰਗ ਨੂੰ ਦੇਖਦੇ ਆ ਜਿਵੇਂ ਡਿਪਾਰਟਮੈਂਟ ਆ, ਉਵੇਂ ਹੀ ਇਹਦੇ ਵਿੱਚ ਬਹੁਤ ਸਾਰੇ ਫੰਕਸ਼ਨਾਂ ਨੂੰ ਡੀਲ ਕਰਨ ਦੇ ਲਈ ਸਾਨੂੰ ਪ੍ਰੋਟੋਕੋਲ ਚਾਹੀਦੀਆਂ ਨੇ। ਮੈਨੂੰ ਲੱਗਦਾ ਤੁਹਾਨੂੰ ਗੱਲ ਸਮਝ ਆ ਗਈ। ਸਮ ਪ੍ਰੋਟੋਕੋਲ ਪਰਫਾਰਮਸ ਮਲਟੀਪਲ ਫੰਕਸ਼ਨ। ਹੁਣ ਕੁਝ ਪ੍ਰੋਟੋਕੋਲ ਜਿਹੜਾ ਸਵੀਪਰ ਹੈ, ਸਫਾਈ ਕਰਮਚਾਰੀ ਆ, ਉਹ ਬਹੁਤ ਥਾਵਾਂ ਤੇ ਕੰਮ ਕਰ ਸਕਦਾ। ਇੱਕ ਮਾਲੀ ਆ, ਪੂਰੀ ਯੂਨੀਵਰਸਿਟੀ ਦੇ ਵਿੱਚ ਵੀ ਹੈੱਡ ਸੁਪਰਵਾਈਜ਼ ਕਰ ਸਕਦਾ। ਇੱਕ ਟੀਚਿੰਗ ਵਾਲਾ ਬੰਦਾ ਯੂਨੀਵਰਸਿਟੀ ਦੇ ਵਿੱਚ, ਉਹ ਕਲਾਸ ਵੀ ਲੈ ਸਕਦਾ, ਉਹ ਡਿਪਾਰਟਮੈਂਟ ਦਾ ਹੈੱਡ ਵੀ ਹੋ ਸਕਦਾ, ਉਹ ਡੀਨ ਸਟੂਡੈਂਟ ਵੈਲਫੇਅਰ ਵੀ ਹੋ ਸਕਦਾ, ਡੀਨ ਫੈਕਲਟੀ ਹੋ ਸਕਦਾ, ਤੇ ਉਹ ਵਾਈਸ ਚਾਂਸਲਰ ਵੀ ਹੋ ਸਕਦਾ। ਤਾਂ ਇੱਕ ਤੋਂ ਜ਼ਿਆਦਾ ਫੰਕਸ਼ਨ ਵੀ ਪਰਫਾਰਮ ਕਰ ਸਕਦਾ। ਵਾਈਲ ਅਦਰ ਪਰਫਾਰਮ ਏ ਫਿਊ ਐਂਡ ਮਸਟ ਬੀ ਯੂਜ਼ਡ ਇਨ ਕੰਸਰਟ। ਦੂਜਾ ਕਹਿੰਦਾ ਕੁਝ ਫਿਊ ਫੰਕਸ਼ਨ ਪਰਫਾਰਮ ਕਰ ਸਕਦਾ, ਠੀਕ ਆ। ਇਹ ਪ੍ਰੋਟੋਕੋਲ ਦਾ ਪਹਿਲਾਂ ਤਾਂ ਦੇਖੋ 2 ਤਰੀਕੇ ਦੇ ਸਵਾਲ ਬਣ ਸਕਦੇ ਆ, 3 ਤਰੀਕੇ ਦੇ ਸਵਾਲ ਬਣ ਸਕਦੇ ਆ, ਜਿਵੇਂ ਕਿ ਮਾਡਲ 1, ਮਾਡਲ 2 ਤੇ ਮਾਡਲ 3। ਮਾਡਲ 1 ਦੇ ਵਿੱਚੋਂ ਉਹ ਪੁੱਛ ਸਕਦਾ ਵੀ ਹੇਠ ਲਿਖਿਆਂ ਦੇ ਵਿੱਚੋਂ ਕਿਹੜੀਆਂ ਪ੍ਰੋਟੋਕੋਲਸ VoIP ਦੇ ਵਿੱਚ ਯੂਜ਼ ਨਹੀਂ ਕੀਤੀਆਂ ਜਾਂਦੀਆਂ। ਤਾਂ ਮਾਡਲ 1 ਦੇ ਵਿੱਚ ਸਿਰਫ ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਵੀ ਕਿਹੜੀਆਂ ਪ੍ਰੋਟੋਕੋਲਸ ਨੇ। ਮਾਡਲ 2 ਦੇ ਵਿੱਚ ਉਹ ਪ੍ਰੋਟੋਕੋਲ ਦੀਆਂ ਐਬਰੀਵੇਸ਼ਨ ਪੁੱਛ ਸਕਦਾ। ਜਿਵੇਂ 2022 ਚ ਹੁਣੀ ਆਪਾਂ ਸਵਾਲ ਦੇਖਾਂਗੇ, ਸਿਪ ਦੀ ਐਬਰੀਵੇਸ਼ਨ ਪੁੱਛ ਲਈ, VoIP ਦੀ ਐਬਰੀਵੇਸ਼ਨ ਪੁੱਛ ਲਿਓ, ਤਾਂ ਐਬਰੀਵੇਸ਼ਨ ਪੁੱਛ ਸਕਦਾ ਉਹ। ਤੀਜਾ ਮਾਡਲ ਦੇ ਵਿੱਚ ਉਹ ਪ੍ਰੋਟੋਕੋਲ ਦੇ ਫੰਕਸ਼ਨਸ ਕੀ ਨੇ, ਕੀ ਕੰਮ ਕਰਦੀਆਂ। ਇਹਦੇ ਵੀ ਤੀਜੇ ਦੇ ਵੀ ਫਰਦਰ ਲੈਵਲ ਹੋ ਸਕਦੇ ਨੇ, ਬੇਸਿਕ, ਮੀਡੀਅਮ ਤੇ ਹਾਰਡ। ਆਪਾਂ ਸਾਰੇ ਦੇਖਾਂਗੇ। ਬੇਸਿਕ ਲੈਵਲ ਦੇ ਵਿੱਚ ਬੇਸਿਕ ਜੇ ਫੰਕਸ਼ਨ, ਮੀਡੀਅਮ ਤੇ ਹਾਰਡ ਲੈਵਲ ਦੇ ਵਿੱਚ ਉਹਦੇ ਕਰਸਪੋਂਡਿੰਗਲੀ ਫੰਕਸ਼ਨ ਆਪਾਂ ਨੂੰ ਪੁੱਛ ਸਕਦਾ। ਸੋ ਇਹ ਪ੍ਰੋਟੋਕੋਲ ਨੇ ਜਿਹੜੀਆਂ ਆਪਾਂ 1 ਬਾਏ 1 ਕਰਕੇ, ਪਹਿਲਾਂ ਇਸ ਵਾਲੇ ਪਾਰਟ, ਦੂਜੇ ਪਾਰਟ ਦੇ ਵਿੱਚ ਆਪਾਂ ਸਿਰਫ ਇਹਨਾਂ ਦੇ ਨਾਮ ਤੇ ਐਬਰੀਵੇਸ਼ਨਾਂ ਹੀ ਦੇਖਾਂਗੇ। ਡਿਟੇਲ ਇਹਨਾਂ ਦੀ ਆਪਾਂ ਆਉਣ ਵਾਲੀਆਂ ਵੀਡੀਓ ਦੇ ਵਿੱਚ ਦੇਖਾਂਗੇ। ਜਿਵੇਂ H.323 ਆਪਾਂ ਪਾਰਟ 1 ਚ ਦੇਖਿਆ ਸੀ, ਸਭ ਤੋਂ ਜ਼ਿਆਦਾ ਪਹਿਲੀ ਜਿਹੜੀ ਪ੍ਰੋਟੋਕੋਲ ਇਹਦੀ ਇੰਪਲੀਮੈਂਟ ਹੋਈ H.323 ਸਿਪ। ਉਸ ਤੋਂ ਬਾਅਦ ਬਣੀ ਸੈਸ਼ਨ ਇਨੀਸ਼ੀਏਸ਼ਨ ਪ੍ਰੋਟੋਕੋਲ, ਫਿਰ ਬਣੀ IMS IP। ਇਹ ਨਹੀਂ ਹੈਗਾ ਵੀ ਪਹਿਲਾਂ 2 ਇਹ ਬਣੀਆਂ, ਤੀਜੀ ਬਣੀ, ਬਟ ਪਹਿਲੇ ਨੰਬਰ ਤੇ ਇਹ, ਦੂਜੇ ਨੰਬਰ ਤੇ ਇਹ। ਅਗਲੀਆਂ ਨਹੀਂ ਮੈਂ ਧਿਆਨ ਚ ਨਹੀਂ, ਬਸ ਬਾਕੀ ਦੀਆਂ ਪ੍ਰੋਟੋਕੋਲਸ ਨੇ। IMS ਹੁੰਦਾ ਹੈ IP ਮਲਟੀਮੀਡੀਆ ਸਬ ਸਿਸਟਮ। SDP ਸੈਸ਼ਨ ਡਿਸਕ੍ਰਿਪਸ਼ਨ ਪ੍ਰੋਟੋਕੋਲ। RTP ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਵੀ ਪਹਿਲਾਂ ਬਣੀ ਸੀ। ਰੀਅਲ ਟਾਈਮ ਟਰਾਂਸਫਰ ਪ੍ਰੋਟੋਕੋਲ, ਰੀਅਲ ਟਾਈਮ ਟਰਾਂਸਪੋਰਟ ਪ੍ਰੋਟੋਕੋਲ, ਨਾ ਕਿ ਟਰਾਂਸਫਰ। ਫਿਰ RTCP ਰੀਅਲ ਟਾਈਮ ਟਰਾਂਸਪੋਰਟ ਕੰਟਰੋਲ ਪ੍ਰੋਟੋਕੋਲ। ਫਿਰ SRTP ਸਿਕਿਉਰ ਰੀਅਲ ਟਾਈਮ ਟਰਾਂਸਫਰ ਪ੍ਰੋਟੋਕੋਲ। ਜੇ ਦੇਖੋ ਦੋਨੇ ਲਿੰਕਡ ਨੇ ਆਪ ਦੇ ਵਿੱਚ। RTP ਦੇ ਅੱਗੇ ਕੀ ਲੱਗ ਗਿਆ, ਸੌਰੀ ਇਹ ਵਾਲੀਆਂ ਨਹੀਂ, ਇਹ ਵਾਲੀਆਂ
RTP ਦੇ ਵਿੱਚ ਜੇ S ਲੱਗ ਗਿਆ ਤਾਂ ਸਿਕਿਉਰ ਹੋ ਗਈ। ਉਵੇਂ ਹੀ ਰੀਅਲ ਟਾਈਮ ਟਰਾਂਸਫਰ ਕੰਟਰੋਲ ਪ੍ਰੋਟੋਕਾਲ ਦੇ ਵਿੱਚ ਜੇਕਰ S ਲੱਗ ਗਿਆ ਤਾਂ ਸਿਕਿਉਰ ਹੋ ਗਿਆ, ਸਿਕਿਉਰ। ਠੀਕ ਹੈ, ਜਿਵੇਂ ਮੈਨੂੰ ਲੱਗਦਾ ਸ਼ਾਇਦ ਪਟਵਾਰੀ ਦੇ ਪੇਪਰ 'ਚ ਉਹਨੇ ਪੁੱਛਿਆ ਸੀਗਾ ਵੀ HTTPS ਦੇ ਵਿੱਚ S ਕੀ ਹੁੰਦਾ ਹੈ? ਸਿਕਿਉਰ ਹੁੰਦਾ। ਉਵੇਂ ਇਹਦੇ 'ਚ ਵੀ ਪੁੱਛ ਸਕਦਾ। SGCP ਹੁੰਦਾ ਸਿੰਪਲ ਗੇਟਵੇ ਕੰਟਰੋਲ ਪ੍ਰੋਟੋਕਾਲ। ਨੈਕਸਟ ਹੈ MGCP ਮੀਡੀਆ ਗੇਟਵੇ ਕੰਟਰੋਲ ਪ੍ਰੋਟੋਕਾਲ। ਅਗਲਾ H.248 ਤੇ XMPP, ਜਿਹਨੂੰ XMPP ਬੋਲਾਂਗੇ, ਐਕਸਟੈਂਸ਼ੇਬਲ ਮੈਸੇਜਿੰਗ ਐਂਡ ਪ੍ਰੈਜ਼ੈਂਸ ਪ੍ਰੋਟੋਕਾਲ। IAX ਇੰਟਰ ਆਸਟਰਿਕ ਐਕਸਚੇਂਜ। SCCP ਇਹ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਸਵਾਲ ਇਹਦਾ ਪੁੱਛਿਆ ਗਿਆ ਇੱਕ ਦੋ ਵਾਰੀ। ਸਕਿਨੀ ਕਲਾਇੰਟ ਕੰਟਰੋਲ ਪ੍ਰੋਟੋਕਾਲ। SCCP ਸਕਿਨੀ ਕਲਾਇੰਟ ਕੰਟਰੋਲ ਪ੍ਰੋਟੋਕਾਲ। IGMP ਇੰਟਰਨੈਟ ਗਰੁੱਪ ਮੈਨੇਜਮੈਂਟ ਪ੍ਰੋਟੋਕਾਲ। ਸੋ ਇਹ ਸੀਗੀਆਂ ਸਾਰੀਆਂ ਪ੍ਰੋਟੋਕਾਲਸ। ਇਹਦਾ ਜਿਵੇਂ ਆਹ ਸਵਾਲ ਪੁੱਛਿਆ 2022 ਦੇ ਵਿੱਚ, ਬੜਾ ਸੌਖਾ ਸਵਾਲ ਸੀ ਇਹ, ਫੁੱਲ ਫਾਰਮ ਆਫ ਸਿਪ। ਦੇਖੋ 2022 ਚ ਨੇ ਬੜੇ ਸੌਖੇ ਸਵਾਲ ਪੁੱਛੇ ਸੀਗੇ BOIP ਦੇ ਵਿੱਚੋਂ। ਇਹ ਜ਼ਰੂਰੀ ਨਹੀਂਗਾ ਕਿ ਇਸ ਵਾਰ ਵੀ ਸਾਨੂੰ ਇਹ ਇਕੱਲੀਆਂ ਐਬਰੀਵੇਸ਼ਨਾਂ ਚ ਵੀ ਪੁੱਛ ਲੂ, ਬਾਕੀ ਸਾਨੂੰ ਜਾਣ ਦੀ ਲੋੜ ਨਹੀਂ, ਉਹ ਕਿਤੋਂ ਵੀ ਪੁੱਛ ਸਕਦਾ। ਆਪਾਂ ਸਾਰੇ ਸਵਾਲ ਕਰਾਂਗੇ, ਡਿਟੇਲ ਚ ਹੀ ਕੰਮ ਕਰਾਂਗੇ। ਫੁੱਲ ਫਾਰਮ ਆਫ SIP ਕੀ ਹੁੰਦਾ? ਸੈਸ਼ਨ ਇਨੀਸ਼ੀਏਸ਼ਨ ਪ੍ਰੋਟੋਕਾਲ। ਤਾਂ ਆਨਸਰ ਇਹਦਾ ਇਹ ਹੀ ਸੀਗਾ, ਤਾਂ ਬਿਲਕੁਲ ਠੀਕ ਹੈ। ਤਾਂ ਇਹ ਹੈਗਾ ਆਪਣੇ ਕੋਲੇ ਸਟਰਕਚਰ, ਜੇ ਆਪਾਂ ਕਹਿ ਦਈਏ BOIP ਦਾ ਸਟਰਕਚਰ ਜਾਂ ਪ੍ਰੋਟੋਕਾਲ ਯੂਜ਼ਡ ਇਨ BOIP, ਹਨਾ। ਤਾਂ BOIP ਦੇ ਵਿੱਚ ਫੰਕਸ਼ਨ ਹੁੰਦੇ ਨੇ, ਜਿਵੇਂ ਕਾਲ ਕੰਟਰੋਲ ਇੱਕ ਪਹਿਲਾ ਫੰਕਸ਼ਨ ਹੈ, ਦੂਜਾ ਫੰਕਸ਼ਨ ਹੈਗਾ ਗੇਟਵੇ ਕੰਟਰੋਲ, ਤੀਜਾ ਫੰਕਸ਼ਨ ਹੈਗਾ ਮੀਡੀਆ ਕੰਟਰੋਲ। ਠੀਕ ਹੈ, ਵੱਖੋ ਵੱਖਰੇ ਕੰਮ ਨੇ ਜਿਹੜੇ, ਇਹਨਾਂ ਦੇ ਲਈ ਵੱਖੋ ਵੱਖਰੀਆਂ ਪ੍ਰੋਟੋਕਾਲਸ ਨੇ। ਜਿਵੇਂ ਕਾਲ ਕੰਟਰੋਲ ਦੇ ਲਈ H.323 ਪ੍ਰੋਟੋਕਾਲ ਹੈ। ਠੀਕ ਹੈ, ਇੱਥੋਂ ਤੱਕ ਆ ਜਾਂਦਾ ਹੈ। ਇਹ ਇੱਕ ਪ੍ਰੋਟੋਕਾਲ ਹੈ, ਇਹਦੀਆਂ ਸਬ ਪ੍ਰੋਟੋਕਾਲ ਨੇ ਜਿਵੇਂ H.245, Q931, RAS, H.225 ਪੜਾਂਗੇ ਆਪਾਂ। ਫਿਰ ਸਿਪ ਹੋ ਗਈ ਇੱਕ ਨਵੀਂ, ਹਨਾ। ਸੋ ਉਵੇਂ ਹੀ ਗੇਟਵੇ ਕੰਟਰੋਲ ਦੇ ਲਈ SCCP, MGCP ਹੈ। ਮੀਡੀਆ ਕੰਟਰੋਲ ਦੇ ਲਈ ਮੀਡੀਆ ਦੇ ਵਿੱਚ ਆਡੀਓ ਵੀਡੀਓ ਆ ਜਾਂਦਾ ਹੈ। ਗੇਟਵੇ ਦੇ ਨਾਲ ਨੈਟਵਰਕਸ ਦੇ ਵਿੱਚੋਂ ਇੱਕ ਦੂਜੇ ਚੋਂ ਬਾਹਰ ਜਾਣਾ, ਉਹ ਚੀਜ਼ਾਂ। ਕਾਲ ਕੰਟਰੋਲ ਦੇ ਵਿੱਚ ਕਾਲ ਦੀ ਸੈਟਅਪ ਕਰਨੀ, ਕਾਲ ਟਰਾਂਸਫਰ ਕਰਨੀ ਤੇ ਕਾਲ ਐਂਡ ਕਰਨਾ। ਠੀਕ ਹੈ, ਸੋ ਇਹ ਸਿਗਨਲਿੰਗ ਦੀ ਗੱਲ ਕਰਦਾ, ਇਹਦੇ ਵਿੱਚ ਸਿਗਨਲ ਟਰੈਵਲ ਹੁੰਦੇ ਨੇ। ਮੀਡੀਆ ਦੇ ਵਿੱਚ ਆਪਾਂ ਆਡੀਓ ਤੇ ਵੀਡੀਓ ਦੀ ਗੱਲ ਕਰਾਂਗੇ। ਠੀਕ ਹੈ, ਸੋ ਇਹ ਵੱਖੋ ਵੱਖਰੀਆਂ ਲੇਅਰ ਤੇ ਕੰਮ ਕਰਦੀਆਂ ਨੇ। ਜਿਵੇਂ ਆਪਾਂ ਪਿਛਲੇ ਪਾਰਟ ਦੇ ਵਿੱਚ ਦੇਖਿਆ ਸੀ ਵੀ ਇੱਕ ਮਾਡਲ ਦੇ ਵਿੱਚ ਬਹੁਤ ਸਾਰੀਆਂ ਲੇਅਰਸ ਹੋ ਸਕਦੀਆਂ ਨੇ। ਫਿਜ਼ੀਕਲ ਲੇਅਰ, ਡਾਟਾ ਲਿੰਕ ਲੇਅਰ, ਨੈਟਵਰਕ ਲੇਅਰ, ਟਰਾਂਸਪੋਰਟ ਲੇਅਰ, ਸੈਸ਼ਨ ਲੇਅਰ, ਪ੍ਰੈਜੈਂਟੇਸ਼ਨ ਲੇਅਰ ਤੇ ਐਪਲੀਕੇਸ਼ਨ। ਠੀਕ ਹੈ, ਪਹਿਲਾ ਹੈਗਾ ਜਿਵੇਂ ਫਿਜ਼ੀਕਲ ਲੇਅਰ, ਦੂਸਰਾ ਡਾਟਾ ਲਿੰਕ ਲੇਅਰ, ਤੀਸਰਾ ਨੈਟਵਰਕ ਲੇਅਰ, ਚੌਥਾ ਟਰਾਂਸਪੋਰਟ, ਪੰਜਵਾਂ ਸੈਸ਼ਨ, ਛੇਵਾਂ ਪ੍ਰੈਜੈਂਟੇਸ਼ਨ ਤੇ ਸੱਤਵਾਂ ਐਪਲੀਕੇਸ਼ਨ। 7 ਲੇਅਰਸ ਨੇ ਦੇਖੋ OSI ਮਾਡਲ ਦੇ ਵਿੱਚ। ਤਾਂ ਜਿਹੜਾ IP ਹੈ ਉਹ ਤੀਜੀ ਲੇਅਰ ਤੇ ਕੰਮ ਕਰਦਾ, ਨੈਟਵਰਕ ਲੇਅਰ ਤੇ। ਟਰਾਂਸਪੋਰਟ ਲੇਅਰ ਦੀਆਂ ਦੋ ਪ੍ਰੋਟੋਕਾਲਸ ਨੇ, TCP ਤੇ UDP। ਠੀਕ ਹੈ, ਸੋ ਇਹ ਮੈਂ ਤੁਹਾਨੂੰ ਡਿਟੇਲ ਦੇ ਵਿੱਚ ਆਪਾਂ ਦੇਖਦੇ ਹਾਂ, ਕਿਉਂਕਿ ਇਹਦੇ ਚੋਂ ਬਹੁਤ ਸਵਾਲ ਪੁੱਛੇ ਜਾਂਦੇ ਨੇ। ਜ਼ਰੂਰੀ ਨਹੀਂ ਇਹ BOIP ਦਾ ਟੌਪਿਕ ਹੈ TCP ਤੇ UDP, ਇਹ ਆਪਣੇ ਕੋਲੇ ਬਾਕੀ ਦੀਆਂ ਉਹਦੇ ਵਿੱਚ ਵੀ ਪੁੱਛਿਆ ਜਾਂਦਾ, ਜਿਹੜੀਆਂ ਮਤਲਬ ਨੈਟਵਰਕਸ ਵਾਲੇ ਟੌਪਿਕ ਦੇ ਵਿੱਚ ਵੀ TCP ਤੇ UDP ਆਪਾਂ ਨੂੰ ਪੁੱਛਿਆ ਜਾਂਦਾ। ਤਾਂ ਆਪਾਂ ਪਹਿਲਾਂ OSI ਮਾਡਲ ਸਮਝ ਲੈਂਦੇ। OSI ਦੇ ਵਿੱਚ ਹੁਣੀ ਆਪਾਂ ਦੇਖੀਆਂ ਨੇ, ਟੋਟਲ 7 ਲੇਅਰਸ ਨੇ। OSI ਦੀ ਐਬਰੀਵੇਸ਼ਨ ਪੁੱਛ ਲਏ ਤਾਂ ਓਪਨ ਸਿਸਟਮ ਇੰਟਰਕਨੈਕਸ਼ਨ। ਇੱਕ SOI ਨਹੀਂ ਹੁੰਦਾ, OSI ਹੁੰਦਾ, ਇੱਕ ਹੁੰਦਾ SOI ਹੁੰਦਾ, ਪਤਾ ਨਹੀਂ ਸ਼ਾਇਦ ਇਹ ਮੇਰੇ ਯਾਦ ਨਹੀਂ। OSI ਚਲੋ ਮੈਂ ਅੱਗੇ ਦੱਸੂਗਾ ਤੁਹਾਨੂੰ। SOI ਇੱਕ ਸਟੈਂਡਰਡ ਨਹੀਂ ਹੁੰਦਾ, OSI ਮਾਡਲ ਹੁੰਦਾ ਓਪਨ ਸਿਸਟਮ ਇੰਟਰਕਨੈਕਸ਼ਨ। ਹਾਂ, ਤੇ ਇਹਦੀਆਂ 7 ਲੇਅਰਸ ਨੇ ਆਪਣੇ ਕੋਲੇ। TCP/IP ਹੁੰਦਾ ਟਰਾਂਸਮਿਸ਼ਨ ਕੰਟਰੋਲ ਪ੍ਰੋਟੋਕਾਲ ਤੇ IP ਇੰਟਰਨੈਟ ਪ੍ਰੋਟੋਕਾਲ। ਇਹਦੇ ਇਕੁਇਵਲੈਂਟ 4 ਲੇਅਰਸ ਨੇ। ਜਿਵੇਂ ਪਹਿਲੀਆਂ 3 ਲੇਅਰਸ ਨੂੰ ਮਿਲਾ ਕੇ ਇੱਕ ਲੇਅਰ ਬਣ ਗਈ, ਜਿਹਨੂੰ ਉਹਨੇ ਐਪਲੀਕੇਸ਼ਨ ਲੇਅਰ ਬੋਲਦਾ। ਇਹ ਸਵਾਲ ਪੁੱਛ ਸਕਦਾ ਆਪਾਂ ਨੂੰ, ਜ਼ਰੂਰੀ ਨਹੀਂ ਇਹ BOIP ਦੇ ਵਿੱਚ। ਵੈਸੇ ਨੈਟਵਰਕ ਵਾਲੇ ਚੈਪਟਰ ਦੇ ਵਿੱਚ ਵੀ ਮੈਂ ਤੁਹਾਨੂੰ ਇਹ ਕਰਾਊਂਗਾ ਚੀਜ਼ਾਂ। ਕਹਿੰਦਾ ਐਪਲੀਕੇਸ਼ਨ TCP ਦੀ ਐਪਲੀਕੇਸ਼ਨ ਲੇਅਰ OSI ਦੀਆਂ ਕਿਹੜੀਆਂ 3 ਲੇਅਰ ਨੂੰ ਮਿਲਾ ਕੇ ਬਣੀ ਹੈ? ਤਾਂ ਆਪਾਂ ਯਾਦ ਰੱਖਣਾ ਐਪਲੀਕੇਸ਼ਨ, ਪ੍ਰੈਜੈਂਟੇਸ਼ਨ ਤੇ ਸੈਸ਼ਨ, ਪਹਿਲੀਆਂ 3 ਲੇਅਰਸ ਨੂੰ, ਜਾਂ 7ਵਾਂ, 6ਵਾਂ ਤੇ 5ਵਾਂ ਨੂੰ। ਟਰਾਂਸਪੋਰਟ ਉਵੇਂ ਹੀ ਰਹੀ, ਡਾਟਾ ਲਿੰਕ ਲੇਅਰ ਤੇ ਫਿਜ਼ੀਕਲ ਨੂੰ ਮਿਲਾ ਕੇ ਇੱਕ ਜਿਹੜੀ ਲੇਅਰ ਬਣ ਗਈ ਡਾਟਾ ਲਿੰਕ ਲੇਅਰ। ਨੈਟਵਰਕ ਲੇਅਰ ਨੂੰ ਉਹਨੇ ਇੰਟਰਨੈਟ ਲੇਅਰ ਕਿਹਾ ਤੇ ਟਰਾਂਸਪੋਰਟ ਨੂੰ ਡਾਇਰੈਕਟ ਟਰਾਂਸਪੋਰਟ ਲੇਅਰ ਕਿਹਾ। ਠੀਕ ਹੈ,
ਸੋ ਇਹ ਸੀਗੀਆਂ ਲੇਅਰਸ। ਅੱਗੇ ਦੇ ਆਪਾਂ ਦੇਖਦੇ ਹਾਂ ਵੀ ਐਡਰੈਸ ਕਿਹੜੇ-ਕਿਹੜੇ ਹੋ ਸਕਦੇ ਨੇ, ਕਿਉਂਕਿ ਆਪਾਂ ਨੈਟਵਰਕਸ ਵਾਲੇ ਚੈਪਟਰ ਦੇ ਵਿੱਚ ਬਹੁਤ ਸਾਰੇ ਐਡਰੈਸ ਪੜ੍ਹੇ ਨੇ, ਫਿਜ਼ੀਕਲ ਐਡਰੈਸ, ਲੌਜੀਕਲ ਐਡਰੈਸ, ਵੈਬ ਸਪੈਸੀਫਿਕ ਐਡਰੈਸ, ਪੋਰਟ ਐਡਰੈਸ। ਕਿਹੜੀ ਲੇਅਰ ਤੇ ਕਿਹੜੇ ਐਡਰੈਸ ਕੰਮ ਕਰਦੇ ਨੇ ਉੱਥੇ ਵੀ ਮੈਂ ਦੱਸਿਆ ਸੀ। ਪਹਿਲੀਆਂ 3 ਲੇਅਰ ਤੇ ਜਿਹੜਾ ਐਡਰੈਸ ਕੰਮ ਕਰਦਾ ਹੁੰਦਾ ਵੈਬ ਸਪੈਸੀਫਿਕ ਜਾਂ ਡੋਮੇਨ ਐਡਰੈਸ, ਡੋਮੇਨ ਨੇਮ ਹੈ ਨਾ, ਤੇ ਟਰਾਂਸਪੋਰਟ ਲੇਅਰ ਤੇ ਪੋਰਟ ਐਡਰੈਸ ਕੰਮ ਕਰਦਾ। ਆਈਪੀ ਜਾਂ ਲੌਜੀਕਲ ਹੁੰਦਾ ਨੈਟਵਰਕ ਲੇਅਰ ਤੇ ਜਿਹੜੀਆਂ ਲਾਸਟ ਵਾਲੀਆਂ 2 ਲੇਅਰਸ ਨੇ ਉਹ ਹੈਗੀਆਂ ਨੇ ਡਾਟਾ ਲਿੰਕ ਲੇਅਰ ਜਾਂ ਫਿਜ਼ੀਕਲ ਲੇਅਰ। ਇਹਨਾਂ ਵਿੱਚ ਫਿਜ਼ੀਕਲ ਐਡਰੈਸ ਜਾਂ ਮੈਕ ਐਡਰੈਸ ਕੰਮ ਕਰਦਾ। ਮੈਕ ਐਡਰੈਸ ਆਪਾਂ ਹੁਣੀ ਪੜ੍ਹ ਕੇ ਗਏ ਆ, ਮੀਡੀਆ ਐਕਸੈਸ ਕੰਟਰੋਲ। ਜੇ ਸਾਨੂੰ ਪੁੱਛ ਲਿਆ ਜਾਵੇ ਮੈਕ ਐਡਰੈਸ ਕਿਹੜੀ ਲੇਅਰ ਤੇ ਕੰਮ ਕਰਦਾ, TCP ਦੇ ਹਿਸਾਬ ਨਾਲ ਡਾਟਾ ਲਿੰਕ ਲੇਅਰ ਤੇ, OSI ਦੇ ਹਿਸਾਬ ਨਾਲ ਦੋਨੋਂ ਲੇਅਰ ਤੇ। ਜੇ ਪੁੱਛ ਲਏ ਇੰਟਰਨੈਟ ਲੇਅਰ ਤੇ ਜਾਂ ਨੈਟਵਰਕ ਲੇਅਰ ਤੇ ਕਿਹੜਾ ਐਡਰੈਸ ਕੰਮ ਕਰਦਾ, ਤਾਂ IP ਐਡਰੈਸ ਤੇ ਲੌਜੀਕਲ ਐਡਰੈਸ। ਟਰਾਂਸਪੋਰਟ ਲੇਅਰ ਤੇ ਕਿਹੜਾ ਐਡਰੈਸ ਕੰਮ ਕਰਦਾ, ਪੋਰਟ ਐਡਰੈਸ। ਇਹ ਬਹੁਤ ਜ਼ਿਆਦਾ ਇੰਪੋਰਟੈਂਟ ਨੇ, ਇਹ ਤੂੰ ਛੱਡ ਕੇ ਨਹੀਂ ਜਾਣਾ, ਠੀਕ ਹੈ। ਮੈਂ ਇੱਥੇ ਤਾਂ ਕਰਾ ਰਿਹਾ ਕਿ ਜੇ ਤੁਹਾਨੂੰ ਹੁਣ ਘੱਟ ਸਮਝ ਆਇਆ, ਜਦੋਂ ਆਪਾਂ ਨੈਟਵਰਕਸ ਵਾਲੇ ਚੈਪਟਰ ਦੇ ਵਿੱਚ ਲੈਵਲ 3 ਕਰਾਂਗੇ, ਉੱਥੋਂ ਤੱਕ ਪਹੁੰਚਦੇ ਸਾਨੂੰ ਇਹ ਚੀਜ਼ਾਂ ਵਾਰੀ-ਵਾਰੀ ਪੜ੍ਹ ਕੇ ਆਦਤ ਪੈ ਜਾਊਗੀ, ਹਨਾ। ਸੋ ਅਗਲਾ ਸਵਾਲ ਉਹ ਪੁੱਛ ਲੈਂਦਾ ਹੈ ਵੀ ਪ੍ਰੋਟੋਕਾਲ ਦਾ ਪੋਰਟ ਨੰਬਰ ਆਪਾਂ ਪੜ੍ਹ ਚੁੱਕੇ ਹਾਂ, ਇਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਪੁੱਛਿਆ ਵੀ ਗਿਆ। SSH ਪ੍ਰੋਟੋਕਾਲ ਦਾ ਪੋਰਟ ਨੰਬਰ 22 ਹੈ, SMTP ਦਾ 25 ਹੈ, POP ਦਾ 110 ਹੈ, IMAP ਜਿਹੜੀਆਂ ਈਮੇਲ ਦੇ ਵਿੱਚ ਯੂਜ਼ ਹੁੰਦੀਆਂ ਨੇ। ਆਹ ਵਾਲੀਆਂ 2 ਜਿਹੜੀਆਂ ਨੇ ਡਾਊਨਲੋਡਿੰਗ ਦੇ ਲਈ, ਡਾਊਨਲੋਡਿੰਗ ਈਮੇਲ ਵਾਲੇ ਚੈਪਟਰ ਦੇ ਵਿੱਚ ਵੀ ਮੈਂ ਚੰਗੀ ਤਰ੍ਹਾਂ ਦੱਸਿਆ, ਡਾਊਨਲੋਡਿੰਗ ਦੀ ਈਮੇਲ। SMTP ਹੈ ਜਿਹੜੀ ਟ੍ਰਾਂਸਫਰ ਦੀ ਈਮੇਲ, ਟ੍ਰਾਂਸਫਰ। ਆ ਬਹੁਤ ਵਾਰੀ ਪੁੱਛਿਆ ਗਿਆ, SMTP 25 ਤੇ ਇੱਕ HTTP ਦਾ 80 ਸ਼ਾਇਦ ਲਿਖਿਆ ਹੋਵੇ, ਹਾਂ HTTP ਦਾ 80 ਤੇ HTTPS ਦਾ 443। ਇਹ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਨੇ। DNS ਵੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਇਹ ਵੀ ਦੱਸੂਗਾ ਅੱਗੇ। IMAP ਦਾ 143, ਠੀਕ ਹੈ। ਸੋ ਇਹ ਪੋਰਟ ਨੰਬਰ ਪੁੱਛ ਸਕਦਾ। ਤਾਂ ਅੱਗੇ ਹੋਰ ਚੀਜ਼ਾਂ ਜਿਹੜੀਆਂ ਇੱਥੇ ਲੋੜ ਹੈ ਨਹੀਂ, ਪਰ ਮੈਂ ਫਿਰ ਵੀ ਤੁਹਾਨੂੰ ਦੱਸ ਦਿੰਦਾ। ਅਗਰ ਤੁਸੀਂ ਪੜ੍ਹਨਾ ਚਾਹੋਗੇ, ਜੇ ਤੁਹਾਨੂੰ ਲੱਗਦਾ ਵੀ ਉਦੋਂ ਤੱਕ ਹੋ ਸਕਦਾ ਆਪਣਾ ਪੇਪਰ ਹੀ ਨਾ ਹੋ ਜਾਏ ਜਦੋਂ ਤੱਕ ਆਪਾਂ ਨੈਟਵਰਕ ਵਾਲੇ ਚੈਪਟਰ ਤੱਕ ਪਹੁੰਚਾਂਗੇ, ਤਾਂ ਮੈਨੂੰ ਇਹ ਲੱਗਿਆ ਵੀ ਮੈਂ ਨਾਲ ਲੱਗਦਾ ਟੌਪਿਕ ਹੈ, ਇੱਥੇ ਮੈਂ ਸਾਰਾ ਹੀ ਕਰਾ ਦੇਣਾ ਤੁਹਾਨੂੰ। ਤਾਂ ਜੇ ਆਪਾਂ ਗੱਲ ਕਰੀਏ ਪ੍ਰੋਟੋਕਾਲਸ ਦੀ, ਕਿਹੜੀ ਲੇਅਰ ਤੇ ਕਿਹੜੀਆਂ ਪ੍ਰੋਟੋਕਾਲਸ ਕੰਮ ਕਰਦੀਆਂ ਨੇ, ਵੀ ਆਪਾਂ ਨੂੰ ਪੁੱਛ ਲੈਂਦਾ। SMTP, POP, IMAP, DNS, HTTP, HTTPS, FTP, TFT, DHCP, BOOTP, ਟੈਲਨੈਟ, ਇਹ ਸਾਰੀਆਂ ਐਪਲੀਕੇਸ਼ਨ ਲੇਅਰ ਤੇ ਕੰਮ ਕਰਦੀਆਂ ਨੇ OSI ਦੇ ਹਿਸਾਬ ਨਾਲ। ਪ੍ਰੈਜੈਂਟੇਸ਼ਨ ਲੇਅਰ ਤੇ TLS, SSL, JPEG, MPEG, GIF, TIFF, PNG, MIME, MP3 ਤੇ MP4 ਪ੍ਰੈਜੈਂਟੇਸ਼ਨ ਲੇਅਰ ਤੇ ਨੇ। ਤੇ ਸੈਸ਼ਨ ਲੇਅਰ ਤੇ RTP, RTCP, PPTP, PAP, ਠੀਕ ਹੈ, ਪਾਸਵਰਡ ਐਕਸੈਸ ਪ੍ਰੋਟੋਕਾਲ ਸ਼ਾਇਦ। ਤੇ ਇਹ ਵਾਲੀਆਂ ਇਹ ਮੈਨੂੰ ਪ੍ਰੋਪਰ ਨਹੀਂ ਯਾਦ, ਮੈਂ ਵੈਸੇ ਹੀ ਬੋਲ ਜਿੱਦਾਂ, ਤੁਸੀਂ ਚੈੱਕ ਕਰ ਲਿਓ ਜੇ ਐਬਰੀਵੇਸ਼ਨਾਂ ਦੇਖਣੀਆਂ ਨੇ, ਠੀਕ ਹੈ। ਵੈਸੇ ਨਹੀਂ, ਮੈਂ ਉਹ ਵਾਲੇ ਚੈਪਟਰ ਦੇ ਵਿੱਚ ਆਪਾਂ ਡਿਟੇਲ 'ਚ ਕਰਾਂਗੇ, ਜਦੋਂ ਆਪਾਂ ਲੈਵਲ 3 ਨੈਟਵਰਕਸ ਵਾਲੇ ਚੈਪਟਰ ਦੇ ਵਿੱਚ ਜਾਵਾਂਗੇ, ਉੱਥੇ ਮੈਂ ਇਹ ਡਿਟੇਲ ਦੇ ਵਿੱਚ ਕਰਾਉਂਗਾ। ਮੈਂ ਪਹਿਲਾਂ ਕਰਵਾਈਆਂ ਵੀ ਹੋਈਆਂ ਕਿਸੇ, ਸ਼ਾਇਦ ਮੈਨੂੰ ਯਾਦ ਨਹੀਂ, ਕਿਸੇ ਇੱਕ ਵੀਡੀਓ ਦੇ ਵਿੱਚ ਆਪਾਂ ਇਹ ਚੰਗੀ ਤਰ੍ਹਾਂ ਕੀਤੀਆਂ ਵੀ ਹੋਈਆਂ ਨੇ। ਤਾਂ ਅਗਲਾ ਹੈ ਟਰਾਂਸਪੋਰਟ ਲੇਅਰ ਤੇ TCP ਤੇ UDP। ਇਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਪੁੱਛ ਲਈ ਜਾਂਦੀ ਹੈ ਵੀ TCP ਤੇ UDP ਪ੍ਰੋਟੋਕਾਲ ਕਿਹੜੀ ਲੇਅਰ ਤੇ ਕੰਮ ਕਰਦੀਆਂ ਨੇ, ਤਾਂ ਆਪਾਂ ਯਾਦ ਰੱਖਣਾ ਟਰਾਂਸਪੋਰਟ ਲੇਅਰ ਤੇ। ਨੈਟਵਰਕ ਲੇਅਰ ਤੇ IP, ARP, RARP ਤੇ ICMP। ARP ਹੁੰਦਾ ਐਡਰੈਸ ਰੈਜ਼ੋਲੂਸ਼ਨ ਪ੍ਰੋਟੋਕਾਲ, RARP ਹੁੰਦਾ ਰਿਵਰਸ ਐਡਰੈਸ ਰੈਜ਼ੋਲੂਸ਼ਨ ਪ੍ਰੋਟੋਕਾਲ, ICMP ਇੰਟਰਨੈਟ ਕੰਟਰੋਲ ਮੈਸੇਜ ਪ੍ਰੋਟੋਕਾਲ, ਸ਼ਾਇਦ ਇਹੀ ਹੋਵੇ, ਇੰਟਰਨੈਟ ਕੰਟਰੋਲ ਮੈਸੇਜ ਪ੍ਰੋਟੋਕਾਲ। ਤੇ ਡੇਟਾ ਲਿੰਕ ਲੇਅਰ ਤੇ ਈਥਰਨੈਟ, PPP, HDLC, ਫਰੇਮ ਰਿਲੇ ਤੇ ATM। ਫਿਜ਼ੀਕਲ ਲੇਅਰ ਤੇ ਫਰੇਮ ਰਿਲੇ, ਇਹਤੇ ਵੀ ਹੁੰਦਾ, ਇਹਤੇ ਵੀ DSL, ISDN ਤੇ X.25। ਇਹ ਪ੍ਰੋਟੋਕਾਲ ਬਾਰੇ ਗੱਲ ਸੀ। ਜੇ ਹੁਣ ਆਪਾਂ ਡਿਵਾਈਸਿਸ ਬਾਰੇ ਗੱਲ ਕਰੀਏ, ਇਹ ਵੀ ਨੈਟਵਰਕਸ ਦਾ ਹੀ ਟੌਪਿਕ ਹੈ, ਵੈਸੇ ਆਪਾਂ ਪੜ੍ਹ ਚੁੱਕੇ ਹਾਂ ਸਾਰੇ ਡਿਵਾਈਸ, ਪਰ ਫਿਰ ਵੀ ਮੈਂ ਥੋੜ੍ਹੇ ਜਿਹੇ ਦੱਸ ਦਿੰਦਾ ਵੀ ਜਿਵੇਂ ਫਾਇਰਵਲ ਤੇ ਗੇਟਵੇ ਨੇ ਜਿਹੜੇ ਐਪਲੀਕੇਸ਼ਨ ਲੇਅਰ ਤੇ ਕੰਮ ਕਰਦੇ ਨੇ। ਦੂਜੀਆਂ 2 ਲੇਅਰ ਤੇ ਕੁਝ ਵੀ ਨਹੀਂ ਹੁੰਦਾ। ਟਰਾਂਸਪੋਰਟ ਲੇਅਰ ਤੇ ਵੀ ਫਾਇਰਵਲ ਹੋ ਸਕਦੀ ਹੈ। ਨੈਟਵਰਕ ਲੇਅਰ ਤੇ ਰਾਊਟਰ ਹੁੰਦੇ ਨੇ। ਡਾਟਾ ਲਿੰਕ ਲੇਅਰ ਤੇ ਸਵਿਚ ਤੇ ਬ੍ਰਿਜ। ਫਿਜ਼ੀਕਲ ਲੇਅਰ ਤੇ ਹੱਬ, ਰਿਪੀਟਰ ਤੇ ਟਰਾਂਸੀਵਰ ਹੁੰਦਾ ਜਿਹੜਾ ਟਰਾਂਸਮਿਟ ਵੀ ਕਰਦਾ ਤੇ ਰਿਸੀਵ ਕਰਦਾ। ਸੈਲੂਲਰ ਨੈਟਵਰਕ ਦੇ ਵਿੱਚ ਜਿਹੜਾ ਟਾਵਰ ਆਪਾਂ ਪੜ੍ਹਿਆ ਸੀ ਉਹ ਟਰਾਂਸੀਵਰ ਹੀ ਹੁੰਦਾ। ਤਾਂ ਇਹ ਯਾਦ ਰੱਖਣਾ, ਇਹ ਸਾਰੇ ਡਿਵਾਈਸ ਬਹੁਤ ਜ਼ਿਆਦਾ ਇੰਪੋਰਟੈਂਟ ਨੇ। ਇਹ 1-2 ਵਾਰੀ ਪੁੱਛਿਆ ਉਹਨੇ ਵੀ ਸਵਿਚ ਤੇ ਬ੍ਰਿਜ ਕਿਹੜੀ ਲੇਅਰ ਤੇ ਕੰਮ ਕਰਦੇ ਨੇ, ਡਾਟਾ ਲਿੰਕ ਲੇਅਰ ਤੇ। ਰਾਊਟਰ ਕਿਹੜੀ ਲੇਅਰ ਤੇ ਕੰਮ ਕਰਦਾ, ਨੈਟਵਰਕ ਲੇਅਰ ਤੇ। ਹੱਬ, ਰਿਪੀਟਰ ਤੇ ਟਰਾਂਸੀਵਰ ਕਿਹੜੀ ਲੇਅਰ ਤੇ ਕੰਮ ਕਰਦੇ ਨੇ, ਫਿਜ਼ੀਕਲ ਲੇਅਰ ਤੇ।
ਅੱਗੇ ਆ ਗਿਆ ਯੂਜ਼ ਤੇ ਫੰਕਸ਼ਨ ਕੀ ਨੇ। ਇਹ ਵੀ ਸਵਾਲ ਇੱਕ ਵਾਰੀ ਪੁੱਛਿਆ ਹੋਇਆ, ਤਾਂ ਹੀ ਮੈਨੂੰ ਸਾਰੇ ਕਰਾਉਣੇ ਪੈ ਗਏ। ਕਹਿੰਦਾ ਪਹਿਲਾ ਐਪਲੀਕੇਸ਼ਨ ਲੇਅਰ ਦਾ ਕੀ ਕੰਮ ਹੈ, ਸਰਵਿਸ ਟੂ ਐਂਡ ਯੂਜ਼ਰ। ਐਪਲੀਕੇਸ਼ਨ ਲੇਅਰ ਹੈ ਜਿਹੜੀ ਬਹੁਤ ਨੇੜੇ ਹੁੰਦੀ ਹੈ ਯੂਜ਼ਰ ਦੇ। ਜੇ ਆਪਾਂ ਨੂੰ ਪੁੱਛ ਲੇ which layer is very close to user, then we can say that application layer is very close to user. That is why we can say that it provides services to end user. Next presentation layer ਕਾਦੇ ਲਈ ਹੁੰਦੀ ਹੈ ਇਹ, ਡੇਟਾ ਟਰਾਂਸਲੇਸ਼ਨ, ਕੰਪਰੈਸ਼ਨ, ਇਨਕ੍ਰਿਪਸ਼ਨ ਤੇ ਡੀਕ੍ਰਿਪਸ਼ਨ। ਇਹ ਸਵਾਲ ਪੁੱਛਿਆ ਸੀ ਉਹਨੇ। ਕਹਿੰਦਾ ਡੇਟਾ ਟਰਾਂਸਲੇਸ਼ਨ, ਕੰਪਰੈਸ਼ਨ, ਇਨਕ੍ਰਿਪਸ਼ਨ ਤੇ ਡੀਕ੍ਰਿਪਸ਼ਨ OSI ਮਾਡਲ ਦੀ ਕਿਹੜੀ ਲੇਅਰ ਤੇ ਪਰਫਾਰਮ ਹੁੰਦੇ ਨੇ, ਤਾਂ ਪ੍ਰੈਜੈਂਟੇਸ਼ਨ ਲੇਅਰ ਤੇ। ਆਪਾਂ ਕਿਸੇ ਨੂੰ ਪ੍ਰੈਜ਼ੈਂਟ ਕਰਨੇ ਨੇ ਤਾਂ ਉੱਥੇ ਕੰਪਰੈਸ਼ਨ, ਡੀਕੰਪਰੈਸ਼ਨ, ਇਨਕ੍ਰਿਪਸ਼ਨ ਇਹ ਚੀਜ਼ਾਂ ਹੋਣੀਆਂ ਜ਼ਰੂਰੀ ਨੇ, ਠੀਕ ਹੈ। ਤਾਂ ਇਹ ਯਾਦ ਰੱਖਣਾ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਸੈਸ਼ਨ ਲੇਅਰ ਦੇ ਵਿੱਚ ਸਾਨੂੰ ਪਤਾ ਹੀ ਹੈ ਵੀ ਇੱਕ ਸੈਸ਼ਨ ਨੂੰ ਅਸੀਂ ਮੇਨਟੇਨ ਕਰ ਸਕਦੇ ਹਾਂ, ਮੈਨੇਜ ਕਰ ਸਕਦੇ ਹਾਂ, ਸਟੈਬਲਿਸ਼ ਕਰ ਸਕਦੇ ਹਾਂ ਤੇ ਟਰਮੀਨੇਟ ਕਰ ਸਕਦੇ ਹਾਂ, ਤੇ ਪੂਰੀ ਸੈਸ਼ਨ ਮੈਨੇਜਮੈਂਟ ਇਹਦੇ ਤੇ ਹੁੰਦੀ ਹੈ ਸੈਸ਼ਨ ਲੇਅਰ ਤੇ। ਟਰਾਂਸਪੋਰਟ ਲੇਅਰ ਤੇ ਸੈਗਮੈਂਟੇਸ਼ਨ ਐਂਡ ਰੀਅਸੈਂਬਲੀ ਵੀ ਇਹਦੇ ਤੇ ਹੁੰਦਾ। ਰਿਲਾਇਬਲ ਮੈਸੇਜ ਡਿਲੀਵਰੀ ਫਰੋਮ ਪ੍ਰੋਸੈਸ ਟੂ ਪ੍ਰੋਸੈਸ, ਇਹ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਰਿਲਾਇਬਲ ਦਾ ਮਤਲਬ ਹੁੰਦਾ ਭਰੋਸੇਯੋਗ। ਮੈਸੇਜ ਦੀ ਡਿਲੀਵਰੀ ਕਿੱਥੋਂ ਲੈ ਕੇ, ਇੱਕ ਪ੍ਰੋਸੈਸ ਤੋਂ ਲੈ ਕੇ ਦੂਸਰੇ ਪ੍ਰੋਸੈਸ ਤੱਕ, ਪ੍ਰੋਸੈਸ ਟੂ ਪ੍ਰੋਸੈਸ। ਤਾਂ ਅਗਲਾ ਹੈਗਾ ਨੈਟਵਰਕ ਲੇਅਰ, ਕਾਹਦੇ ਲਈ ਹੁੰਦੀ ਹੈ, ਮੂਵਿੰਗ ਪੈਕੇਟਸ ਫਰੋਮ ਸੋਰਸ ਟੂ ਡੈਸਟੀਨੇਸ਼ਨ। ਇੱਕ ਸੋਰਸ ਤੋਂ ਲੈ ਕੇ ਡੈਸਟੀਨੇਸ਼ਨ ਤੱਕ ਪਹੁੰਚਾਉਣ ਦੇ ਲਈ ਨੈਟਵਰਕ ਲੇਅਰ ਵਰਤੀ ਜਾਂਦੀ ਹੈ। ਤੇ ਡਾਟਾ ਲਿੰਕ ਹੁੰਦੀ ਹੈ used for error free transfer of data frames। ਇਹ ਹੁੰਦੀ ਹੈ ਹੋਪ ਟੂ ਹੋਪ। ਤੇ ਫਿਜ਼ੀਕਲ ਲੇਅਰ ਦੇ ਵਿੱਚ ਪ੍ਰੋਵਾਈਡ ਫਿਜ਼ੀਕਲ ਮੀਡੀਅਮ ਥਰੂ ਵਿੱਚ ਬਿਟਸ ਆਰ ਟਰਾਂਸਮਿਟਡ। ਜਿੰਨੀਆਂ ਤਾਰਾਂ ਵਗੈਰਾ, ਮੀਡੀਅਮ ਵਗੈਰਾ ਚੈਨਲ ਨੇ, ਉਹ ਫੰਕਸ਼ਨ ਕਿਹਦੇ ਨੇ, ਫਿਜ਼ੀਕਲ ਲੇਅਰ ਦੇ ਨੇ। ਆ ਮੈਂ ਤੁਹਾਨੂੰ ਇੱਕ ਚੀਜ਼ ਹੋਰ ਇੱਥੇ ਸਮਝਾ ਦੇਣਾ ਵੀ ਜੇ ਆਪਾਂ ਗੱਲ ਕਰੀਏ, ਸਪੋਜ਼ ਕਰੋ ਇਹ ਕੰਪਿਊਟਰ ਹੈ, ਇਹਦੇ ਵਿੱਚ ਪ੍ਰੋਸੈਸ ਚੱਲ ਰਹੀਆਂ ਨੇ P1, ਮੰਨ ਲਓ ਇਹ ਹੈਗਾ ਫੇਸਬੁੱਕ, ਇਹ ਹੈਗਾ WhatsApp, ਤੇ ਇਹਦੇ ਰਸਤੇ ਦੇ ਵਿੱਚ ਬਹੁਤ ਸਾਰੇ ਰਾਊਟਰਸ ਵਿੱਚ ਨੈਟਵਰਕ ਹੈ ਨਾ ਪੂਰਾ, ਇਹ ਲੱਗੇ ਹੋਣਗੇ। ਐਂਡ ਤੇ ਫਿਰ ਰਿਸੀਵਰ ਹੋਊਗਾ। ਆ ਸੀਗਾ ਸੈਂਡਰ ਐਸ ਤੇ, ਆ ਹੈਗਾ ਰਿਸੀਵਰ। ਇਹਦੇ ਕੋਲੇ ਵੀ ਫੇਸਬੁੱਕ ਚੱਲਦਾ, WhatsApp ਵੀ ਚੱਲਦਾ, ਇੰਸਟਾਗ੍ਰਾਮ ਵੀ ਚੱਲਦਾ, ਹੈਨਾ। ਇਹਦਾ ਇੱਕ IP ਐਡਰੈਸ ਹੋਊਗਾ, ਜਿਵੇਂ ਆਪਾਂ ਲੈ ਲਿਆ 126.4.5.6, ਇਹਦਾ ਆਪਾਂ ਐਡਰੈਸ ਲੈ ਲਿਆ 72.16.54.42, ਵੈਸੇ ਹੀ ਲੈ ਲਿਆ ਰੈਂਡਮਲੀ। ਹੁਣ ਸੈਂਡਰ ਹੈ ਜਿਹੜਾ, ਇਹ ਮੈਸੇਜ ਭੇਜਣਾ ਚਾਹੁੰਦਾ ਹੈਗਾ, ਇਹ ਇੱਥੋਂ ਇੱਕ ਮੈਸੇਜ ਭੇਜਣਾ ਚਾਹੁੰਦਾ ਫੇਸਬੁੱਕ ਦੇ ਵਿੱਚੋਂ। ਫੇਸਬੁੱਕ ਤੋਂ ਮੈਸੇਜ ਇੱਥੇ ਪਹੁੰਚਦਾ ਇਹਦੇ ਵੀ ਫੇਸਬੁੱਕ ਤੇ ਪਹੁੰਚਣਾ ਚਾਹੀਦਾ। ਆ ਹੋ ਗਿਆ ਹੋਪ 1, ਹੋਪ 2, ਜਾਂ ਇਹਨੂੰ ਨੋਡ ਵੀ ਬੋਲ ਸਕਦੇ ਹਾਂ, ਤਾਂ ਵੀ ਇੱਕੋ ਹੀ ਗੱਲ ਹੈ, ਠੀਕ ਹੈ, ਨੋਡ। ਤਾਂ ਜਿਹੜੀ ਇੱਥੋਂ ਲੈ ਕੇ ਮੈਸੇਜ ਦੀ ਡਿਲੀਵਰੀ ਕਰਾਉਣੀ ਇੱਥੋਂ ਤੱਕ, ਫਿਰ ਇੱਥੋਂ ਲੈ ਕੇ ਇੱਥੋਂ ਤੱਕ, ਫਿਰ ਇੱਥੋਂ ਲੈ ਕੇ ਇੱਥੋਂ ਤੱਕ, ਇਹਦੇ ਲਈ ਕਿਹੜੀ ਪ੍ਰੋਟੋਕਾਲ ਵਰਤੀ ਜਾਂਦੀ ਹੈ, ਤਾਂ ਡਾਟਾ ਲਿੰਕ ਲੇਅਰ। ਤਾਂ ਆਪਾਂ ਲਾਸਟ ਇਹੀ ਪੜ੍ਹਿਆ ਸੀ, ਤਾਂ ਯਾਦ ਰੱਖਿਓ ਡਾਟਾ ਲਿੰਕ, ਇਹ ਲਿਖ ਲਿਓ ਡਾਟਾ ਲਿੰਕ ਲੇਅਰ, ਕਿਉਂਕਿ ਇਹਨੇ ਉੱਡ ਜਾਣਾ, ਫਿਰ ਆਪਾਂ ਵੈਸੇ ਹੀ ਬਲੈਂਕ ਪੇਜ ਲਿਆ ਹੋਇਆ, W ਸ਼ਾਰਟ ਕੱਢ ਦੇਣਾ। ਡਾਟਾ ਲਿੰਕ ਲੇਅਰ ਦੇ ਵਿੱਚ ਕੀ ਹੁੰਦਾ ਹੈ, ਹੋਪ ਟੂ ਹੋਪ ਜਾਂ ਨੋਡ ਟੂ ਨੋਡ ਡਿਲੀਵਰੀ ਆਫ ਮੈਸੇਜ। ਇੱਕ ਮੈਸੇਜ ਨੂੰ ਇੱਕ ਹੋਪ ਤੋਂ ਦੂਜੇ ਹੋਪ ਤੱਕ ਲਿਜਾਣ ਦੇ ਲਈ ਕਿਹੜੀ ਪ੍ਰੋਟੋਕਾਲ ਜਾਂ ਕਿਹੜੀ ਲੇਅਰ ਜ਼ਰੂਰੀ ਚਾਹੀਦੀ ਹੈ ਆਪਾਂ ਨੂੰ, ਡਾਟਾ ਲਿੰਕ ਲੇਅਰ ਚਾਹੀਦੀ ਹੈ, ਲੇਅਰ ਨੰਬਰ 2 ਹੈ ਇਹ। ਤੇ ਦੂਸਰੀ ਜੇ ਆਪਾਂ ਗੱਲ ਕਰੀਏ ਸੋਰਸ ਤੋਂ ਲੈ ਕੇ, ਜਾਨੀ ਕਿ ਆਪਾਂ ਹੋਸਟਲ ਸਮਝ ਲਈਏ, ਇਹ ਹੋਮੀ ਭਾਬਾ ਹੋਸਟਲ ਹੈ ਪੰਜਾਬੀ ਯੂਨੀਵਰਸਿਟੀ ਦਾ, ਇੱਥੋਂ ਅਸੀਂ ਬੰਦਾ ਬਹਾਦਰ ਪੰਜਾਬੀ ਯੂਨੀਵਰਸਿਟੀ ਦਾ ਇੱਕ ਦੂਸਰਾ ਹੋਸਟਲ ਹੈ, ਇੱਕ ਹੋਸਟਲ ਤੋਂ ਦੂਜੇ ਹੋਸਟਲ ਤੱਕ ਲੈ ਕੇ ਜਾਣਾ, ਉਹਦੇ ਲਈ ਸਾਡੇ ਕੋਲੇ ਨੈਟਵਰਕ ਲੇਅਰ ਹੁੰਦੀ ਹੈ। ਨੈਟਵਰਕ ਲੇਅਰ ਇਹ ਕੀ ਕੰਮ ਕਰਦੀ ਆ, ਸੋਰਸ ਟੂ ਡੈਸਟੀਨੇਸ਼ਨ ਡਿਲੀਵਰੀ ਆਫ ਡੇਟਾ ਜਾਂ ਡਿਲੀਵਰੀ ਆਫ ਮੈਸੇਜ। ਸੋਰਸ ਤੋਂ ਲੈ ਕੇ ਡੈਸਟੀਨੇਸ਼ਨ ਤੱਕ ਡੇਟਾ ਪਹੁੰਚਾਉਣ ਦੇ ਲਈ
ਜਿਹੜੀ ਪ੍ਰੋਟੋਕਾਲ ਜਾਂ ਲੇਅਰ ਵਰਤੀ ਜਾਂਦੀ ਹੈ ਉਹ ਵਰਤੀ ਜਾਂਦੀ ਹੈ ਨੈਟਵਰਕ ਲੇਅਰ। ਕਿ ਇੱਥੋਂ ਲੈ ਕੇ ਮੈਸੇਜ ਨੂੰ ਇੱਥੋਂ ਤੱਕ ਪਹੁੰਚਾਉਣ ਦੇ ਲਈ ਸਾਨੂੰ ਪਤਾ ਹੈ ਨੈਟਵਰਕ ਲੇਅਰ ਵਰਤੀ ਜਾਂਦੀ ਆ ਕਿ ਮੈਸੇਜ ਆਪਦੀ ਕਰੈਕਟ ਜਗ੍ਹਾ ਤੇ ਪਹੁੰਚ ਗਿਆ ਨਹੀਂ ਪਹੁੰਚਿਆ, ਕਿਉਂਕਿ ਉਹ ਹੋਸਟਲ ਦੇ ਵਿੱਚ ਬਹੁਤ ਸਾਰੇ ਕਮਰੇ ਬਣੇ ਹੋਏ ਨੇ, ਉਹ ਕਮਰਿਆਂ ਨੂੰ ਆਇਡੈਂਟੀਫਾਈ ਰੀਅਲ ਲਾਈਫ ਦੇ ਵਿੱਚ ਕਮਰਾ ਨੰਬਰ ਨਾਲ ਕਰਦੇ ਆ, ਕੰਪਿਊਟਰ ਦੇ ਵਿੱਚ ਆਇਡੈਂਟੀਫਾਈ ਉਹ ਪੋਰਟ ਨੰਬਰ ਨਾਲ ਹੁੰਦੇ ਨੇ। ਜਿਵੇਂ ਪਿੱਛੇ ਜੇ ਪੜ੍ਹ ਕੇ HTTPS ਦਾ HTTP ਦਾ 80 ਸੀ, HTTPS ਦਾ 443 ਸੀ, SMTP ਦਾ 25 ਪੜ੍ਹਿਆ ਸੀ ਆਪਾਂ, SSH ਦਾ ਸ਼ਾਇਦ 22 ਪੜ੍ਹਿਆ ਸੀ ਹਨਾ। ਸੋ ਉਹ ਪੋਰਟ ਨੰਬਰ ਕੀ ਆਇਡੈਂਟੀਫਾਈ ਕਰਦੇ ਨੇ ਡਿਫਰੈਂਟ ਟਾਈਪਸ ਆਫ ਦੀ ਸਰਵਿਸਿਜ਼ ਜਾਂ ਪ੍ਰੋਸੈਸਸ ਰਨਿੰਗ ਇਨਸਾਈਡ ਏ ਕੰਪਿਊਟਰ। ਫਿਰ ਇੱਕ ਪ੍ਰੋਸੈਸ ਤੋਂ ਲੈ ਕੇ ਦੂਜੇ ਕੰਪਿਊਟਰ ਦੀ ਪ੍ਰੋਸੈਸ ਤੱਕ ਡਿਲੀਵਰੀ ਕਰਨ ਦੇ ਲਈ ਜਿਹੜੀ ਪ੍ਰੋਟੋਕਾਲ ਵਰਤੀ ਜਾਂਦੀ ਆ ਉਹ ਪ੍ਰੋਟੋਕਾਲ ਨੂੰ ਅਸੀਂ ਬੋਲ ਦਿੰਦੇ ਆ ਟਰਾਂਸਪੋਰਟ ਲੇਅਰ। ਜਾਂ ਕਿਹੜੀ ਲੇਅਰ ਵਰਤੀ ਜਾਂਦੀ ਹੈ? ਟਰਾਂਸਪੋਰਟ ਲੇਅਰ। ਟਰਾਂਸਪੋਰਟ ਲੇਅਰ ਇਹ ਕੀ ਕਰਦਾ? ਪ੍ਰੋਸੈਸ ਟੂ ਪ੍ਰੋਸੈਸ ਡਿਲੀਵਰੀ। ਪ੍ਰੋਸੈਸ ਟੂ ਪ੍ਰੋਸੈਸ ਡਿਲੀਵਰੀ ਆਫ ਡੇਟਾ। ਤਾਂ ਮੈਨੂੰ ਲੱਗਦਾ ਤੁਹਾਨੂੰ ਗੱਲਾਂ ਸਮਝ ਆ ਗਈਆਂ, ਮੈਂ ਦੁਬਾਰੇ ਰਿਪੀਟ ਕਰ ਦੇਣਾ। ਇੱਕ ਹੋਪ ਤੋਂ ਲੈ ਕੇ ਦੂਜੇ ਹੋਪ ਤੱਕ ਡਿਲੀਵਰੀ ਕੌਣ ਕਰਾਉਂਦਾ? ਡੇਟਾ ਲਿੰਕ ਲੇਅਰ। ਇੱਕ ਸੋਰਸ ਤੋਂ ਲੈ ਕੇ ਡੈਸਟੀਨੇਸ਼ਨ ਤੱਕ ਕੌਣ ਪਹੁੰਚਾਉਂਦਾ ਹੈ? ਨੈਟਵਰਕ ਲੇਅਰ। ਤੇ ਇੱਕ ਪ੍ਰੋਪਰ ਪ੍ਰੋਸੈਸ ਤੋਂ ਲੈ ਕੇ ਦੂਜੀ ਪ੍ਰੋਸੈਸ ਤੱਕ ਪਹੁੰਚਾਉਣ ਦੇ ਲਈ ਕਿਹੜੀ ਲੇਅਰ ਹੁੰਦੀ ਆ? ਆਪਣੇ ਕੋਲੇ ਉੱਡ ਗਿਆ, ਦੇਖੋ ਹੁਣ ਵਾਪਸ ਨਹੀਂ ਆਊਗਾ ਕਿਉਂਕਿ ਬਲੈਂਕ ਪੇਜ ਲਿਆ ਸੀ। ਤਾਂ ਉੱਥੇ ਕਿਹੜੀ ਪ੍ਰੋਟੋਕਾਲ ਵਰਤੀ ਜਾਂਦੀ ਆ? ਦੇਖੋ ਟਰਾਂਸਪੋਰਟ ਲੇਅਰ, ਪ੍ਰੋਸੈਸ ਟੂ ਪ੍ਰੋਸੈਸ। ਤਾਂ ਇਹ ਸਾਰੀਆਂ ਲੇਅਰ ਦੇ ਫੰਕਸ਼ਨ ਬਹੁਤ ਜ਼ਿਆਦਾ ਇੰਪੋਰਟੈਂਟ ਨੇ। ਇਹ ਨੈਟਵਰਕਸ ਵਾਲੇ ਚੈਪਟਰ ਦੇ ਵਿੱਚੋਂ ਕਹਿ ਲਓ, ਚਾਹੇ VoIP ਦੇ ਕਹਿ ਲਓ, ਜੇ ਇਹਨੂੰ ਛੱਡ ਕੇ ਆਪਾਂ ਇਹ ਕਹਿ ਲਈਏ ਵੀ ਸਾਬ ਇੰਸਪੈਕਟਰ ਦੇ ਕੰਪਿਊਟਰ ਦੇ ਵਿੱਚ ਇਹ ਸਵਾਲ ਬਣ ਸਕਦੇ ਨੇ, ਤਾਂ ਹੀ ਮੈਂ ਤੁਹਾਨੂੰ ਇਹ ਕਰਵਾ ਰਿਹਾ। ਠੀਕ ਹੈ, ਅੱਗੇ ਆਪਾਂ ਫਰਕ ਦੇਖਦੇ ਹਾਂ ਵੀ TCP ਤੇ UDP ਕਮਿਊਨੀਕੇਸ਼ਨ ਦੇ ਵਿੱਚ ਕੀ ਫਰਕ ਹੁੰਦਾ। ਸਭ ਤੋਂ ਪਹਿਲਾਂ ਇਹਦੀ ਐਬਰੀਵੇਸ਼ਨ ਆਉਣੀ ਜ਼ਰੂਰੀ ਹੈ, ਟਰਾਂਸਮਿਸ਼ਨ ਕੰਟਰੋਲ ਪ੍ਰੋਟੋਕਾਲ ਤੇ ਯੂਜ਼ਰ ਡੇਟਾਗ੍ਰਾਮ ਪ੍ਰੋਟੋਕਾਲ। ਇਹ ਦੋਨੋਂ ਪ੍ਰੋਟੋਕਾਲਸ ਨੇ ਜਿਹੜੀਆਂ ਟਰਾਂਸਪੋਰਟ ਲੇਅਰ ਤੇ ਕੰਮ ਕਰਦੀਆਂ ਨੇ। ਪਹਿਲੀ ਤਾਂ ਸਾਨੂੰ ਇਹ ਚੀਜ਼ ਪਤਾ ਹੋਣੀ ਚਾਹੀਦੀ ਹੈ ਵੀ ਇਹ ਦੋਨੋਂ ਪ੍ਰੋਟੋਕਾਲਸ ਨੇ ਜਿਹੜੀਆਂ TCP ਤੇ UDP ਹੁਣੀ ਪੜ੍ਹ ਕੇ ਗਏ ਆਪਾਂ, ਕਿਹੜੀ ਲੇਅਰ ਤੇ ਇਹ ਕੰਮ ਕਰਦੀਆਂ ਨੇ? ਤਾਂ ਟਰਾਂਸਪੋਰਟ ਲੇਅਰ ਤੇ ਇਹ ਦੋਨੋਂ ਪ੍ਰੋਟੋਕਾਲ ਕੰਮ ਕਰਦੀਆਂ ਨੇ, ਟਰਾਂਸਮਿਸ਼ਨ ਕੰਟਰੋਲ ਪ੍ਰੋਟੋਕਾਲ ਤੇ ਯੂਜ਼ਰ ਡੇਟਾਗ੍ਰਾਮ ਪ੍ਰੋਟੋਕਾਲ। ਠੀਕ ਆ, ਹੁਣ ਇਹ ਮਤਲਬ ਕਿ ਦੋ ਤਰੀਕੇ ਦਾ ਆਪਾਂ ਨੂੰ ਪਹਿਲਾਂ ਵੀ ਆਪਾਂ ਐਗਜ਼ਾਮਪਲ ਕਰੀ ਸੀ, ਇਸ ਦੀ ਆਪਾਂ ਲੇਮੈਨ ਐਗਜ਼ਾਮਪਲ ਲੈਨੇ ਆ। ਪਹਿਲਾਂ ਜਿਹੜੇ TCP ਵਾਲੇ ਬੰਦੇ ਨੇ ਇਹ ਤਾਂ ਹੈਗੇ ਨੇ ਵੀ ਸਕੂਲ ਬੱਸ ਤੇ ਜਿਹੜੇ UDP ਵਾਲੇ ਨੇ ਇਹ ਆਮ PRTC ਕਹਿ ਲਓ। ਹੁਣ ਬੱਸਾਂ ਨੇ, ਬੱਸ ਚਾਹੇ ਉਹ ਸਕੂਲ ਬੱਸ ਵੀ ਹੋ ਸਕਦੀ ਹੈ, ਚਾਹੇ PRTC ਤੇ ਪ੍ਰਾਈਵੇਟ ਵੀ ਹੋ ਸਕਦੀ ਹੈ ਹਨਾ। ਹੁਣ ਪਹਿਲਾਂ ਆਪਾਂ ਲੇਮੈਨ ਸਮਝਦੇ ਹਾਂ ਵੀ ਇਹਨਾਂ ਦੀ ਨੇਚਰ ਦੇ ਵਿੱਚ ਕੀ ਫਰਕ ਹੈ, ਇਹਨਾਂ ਦਾ ਕੰਮ ਕੀ ਹੈ। ਜਿਹੜੇ ਸਕੂਲ ਬੱਸ ਵਾਲੇ ਹੁੰਦੇ ਨੇ ਉਹ ਬੱਚਿਆਂ ਨੂੰ ਘਰੋਂ ਟਾਈਮ ਤੇ ਲੈ ਕੇ ਜਾਂਦੇ ਨੇ, ਪ੍ਰੋਪਰ ਉਹਨਾਂ ਦੀ ਕੇਅਰ ਕਰਦੇ ਨੇ। ਜਿਹੜੇ ਛੋਟੇ ਬੱਚੇ ਹੁੰਦੇ ਨੇ ਉਹਨਾਂ ਨੂੰ ਉਹ ਚੱਕ ਕੇ ਚੜਾ ਲੈਂਦੇ ਨੇ, ਗੋਦੀ ਚੱਕ ਕੇ, ਤੇ ਸਕੂਲ ਦੇ ਵਿੱਚ ਵੀ ਉਤਾਰਦੇ ਨੇ ਉਹ, ਤੇ ਬੱਚਿਆਂ ਦਾ ਧਿਆਨ ਰੱਖਦੇ ਨੇ ਵੀ ਕੋਈ ਵਿੰਡੋ ਨਾ ਖੋਲ ਰਿਹਾ, ਕੋਈ ਬੱਚਾ ਨਹੀਂ ਘਰੇ ਪਹੁੰਚਿਆ ਰਾਹ ਦੇ ਵਿੱਚ ਮਿਸ ਹੋ ਗਿਆ। ਵੈਸੇ ਤਾਂ ਉਹ ਮਿਸ ਹੋਣ ਨਹੀਂ ਦਿੰਦੇ, ਜੇ ਮਿਸ ਹੋ ਗਿਆ ਤਾਂ ਉਹਨਾਂ ਦੀ ਜ਼ਿੰਮੇਵਾਰੀ ਹੈ ਕਿਵੇਂ ਨਾ ਕਿਵੇਂ ਅਰੇਂਜ ਕਰਕੇ ਆਪਣੇ ਕੋਲੇ ਘਰੇ ਬੱਚਾ ਪਹੁੰਚਾਉਣਾ। ਸੋ ਇਹ ਤਾਂ ਹੈਗੇ ਨੇ TCP ਵਾਲੇ ਜਿਹੜੇ ਸਕੂਲ ਬੱਸ ਵਾਲੇ ਨੇ। ਤੇ ਦੂਜੇ ਪਾਸੇ ਫਿਰ PRTC ਵਾਲੇ, ਉਹਨਾਂ ਵੱਲੋਂ ਕੋਈ ਬੰਦਾ ਚੜ ਗਿਆ, ਕੋਈ ਰਹਿ ਗਿਆ, ਕੋਈ ਆਪਦੀ ਡੈਸਟੀਨੇਸ਼ਨ ਤੇ ਪਹੁੰਚ ਗਿਆ, ਕਿਸੇ ਨੇ ਬਾਹਰ ਬਾਂਹ ਕੱਢ ਕੇ ਕਿਸੇ ਦੀ ਬਾਂਹ ਟੁੱਟ ਗਈ, ਡਿੱਗ ਪਿਆ, ਕਈ ਵਾਰੀ ਉਹ ਉੱਤਰਦੇ ਬੰਦੇ ਨੂੰ ਤੋੜ ਕੇ ਲੈ ਜਾਂਦੇ ਨੇ। ਤਾਂ ਇਹ ਹੈਗੇ ਨੇ UDP ਵਾਲੇ। ਤਾਂ ਇਹ ਕਹਿੰਦੇ ਨੇ ਵੀ ਅਸੀਂ ਤੁਹਾਨੂੰ ਛੇਤੀ ਪਹੁੰਚਾ ਦਾਂਗੇ, ਬਟ ਤੁਸੀਂ ਉੱਥੇ ਆਪਦੀ ਡੈਸਟੀਨੇਸ਼ਨ ਤੇ ਪਹੁੰਚੋ ਜਾਂ ਨਾ ਪਹੁੰਚੋ, ਇੱਥੇ ਸਾਡੀ ਕੋਈ ਜ਼ਿੰਮੇਵਾਰੀ ਨਹੀਂ। ਬਸ ਸਾਡੀ ਬੱਸ ਕਹਿੰਦੇ ਛੇਤੀ ਜਾਊਗੀ, ਨੌਨ ਸਟਾਪ ਜਾਊ। ਜਿਵੇਂ ਤੁਸੀਂ ਦੇਖਿਆ ਵੀ HRTC ਹਰਿਆਣਾ ਰੋਡਵੇਜ ਹੁੰਦੀਆਂ ਨੇ, ਉਹ ਕਿਹੜੇ ਲੋਟ ਲੈ ਕੇ ਜਾਂਦੇ ਆ ਹਨਾ। ਸੋ ਇਹ ਉਹ ਨੇ। ਤਾਂ ਹੁਣ ਜਦੋਂ ਇੱਕ ਇਮੇਜ ਕਲੀਅਰ ਹੋ ਗਈ, ਜਿੱਥੇ ਜੀ ਆਪਾਂ ਗੱਲ ਕਰਾਂਗੇ TCP ਦੀ, ਉੱਥੇ ਤੁਹਾਡੇ ਦਿਮਾਗ 'ਚ ਆ ਜਾਊਗਾ ਵੀ ਇਹ ਬਹੁਤ ਕੇਅਰ ਦੇ ਨਾਲ ਡੀਲ ਕਰਦੇ ਨੇ ਹਰ ਚੀਜ਼ ਨੂੰ। ਜਿੱਥੇ ਸਾਡੇ ਦਿਮਾਗ ਦੇ ਵਿੱਚ ਆ ਜਾਊਗਾ UDP, ਤਾਂ ਉੱਥੇ ਆਪਾਂ ਪੜਾਂਗੇ ਵੀ ਇਹ ਬਹੁਤ ਹੀ ਹੌਲੀ ਕੰਮ ਕਰਦੇ, ਬਹੁਤ ਹੀ ਤੇਜ਼ ਸਪੀਡ ਤੇ ਕੰਮ ਹੈ ਇਹਨਾਂ ਦਾ। ਮੇਨ ਸਪੀਡ ਇਹਨਾਂ ਦਾ ਮੇਨ ਮੋਟਿਵ ਹੈ ਵੀ ਸਪੀਡ ਸਾਡੇ ਕੋਲੇ ਹੋਵੇ। ਇਹ ਨਹੀਂ ਸੋਚਦੇ ਵੀ ਉਹ ਕਰੈਕਟ ਲੋਕੇਸ਼ਨ ਤੇ ਡਾਟਾ ਪਹੁੰਚਿਆ ਕਿ ਨਹੀਂ ਪਹੁੰਚਿਆ। ਚਲੋ ਪਹਿਲਾਂ ਆਪਾਂ ਦੇਖਦੇ ਹਾਂ, ਸਭ ਤੋਂ ਪਹਿਲਾਂ TCP ਦੇ ਵਿੱਚ ਦੇਖਦੇ ਹਾਂ ਵੀ ਸਪੋਜ਼ ਕਰੋ ਕਲਾਇੰਟ ਨੇ ਸਰਵਰ ਨੂੰ ਆਪਣੇ ਕੋਲੇ ਡਾਟਾ ਸੈਂਡ ਕਰਨਾਗਾ, ਤਾਂ ਉਹ ਪਹਿਲਾਂ ਕੀ ਕਰਦਾ? ਗਰਮ ਪਾਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਗਲਾ ਬੈਠ ਜਾਂਦਾ ਤੇ ਥੋੜੀ ਜਿਹੀ ਤਾਜ਼ਗੀ ਮਿਲ ਜਾਂਦੀ ਹੈ ਫਿਰ, ਹਨਾ। ਸੋ ਵਧੀਆ ਹੋ ਗਿਆ। ਸੋ TCP ਆਪਾਂ ਗੱਲ ਕਰਦੇ ਹਾਂ,
TCP ਟਰਾਂਸਮਿਸ਼ਨ ਕੰਟਰੋਲ ਪ੍ਰੋਟੋਕਾਲ ਕਲਾਇੰਟ ਨੇ ਸਰਵਰ ਨੂੰ ਜਿਹੜਾ ਹੈਗਾ ਮੈਸੇਜ ਸੈਂਡ ਕਰਨਾ ਤਾਂ ਸਭ ਤੋਂ ਪਹਿਲਾਂ ਕਲਾਇੰਟ ਕਨੈਕਸ਼ਨ ਨੂੰ ਸਟੈਬਲਿਸ਼ ਕਰੂਗਾ, ਕਨੈਕਸ਼ਨ ਬਣਾਉਂਦਾ ਪਹਿਲਾਂ। ਤਾਂ ਜਿਵੇਂ ਅਸੀਂ ਸਕੂਲ ਦੇ ਵਿੱਚ ਵੈਨ ਤੇ ਬੱਚਾ ਭੇਜਣਾ ਤਾਂ ਪਹਿਲਾਂ ਅਸੀਂ ਫੀਸ ਭਰਾਂਗੇ ਪ੍ਰੋਪਰ ਵੀ ਅਸੀਂ ਆਹ ਮਹੀਨਾ ਭੇਜਣਾ, ਤੇ ਪਰ ਇੱਧਰ ਕੋਈ ਕਨੈਕਸ਼ਨ ਨਹੀਂ, ਸਿੱਧਾ ਜਾ ਕੇ ਬੱਸ ਸਟੈਂਡ ਤੇ ਖੜ ਜਾਓ, ਆ ਗਈ ਚੜ੍ਹ ਜਾਓ, ਨਹੀਂ ਆਈ ਵੈਸੇ ਕਿਸੇ ਹੋਰ ਨਾਲ ਲਿਫਟ ਲੈ ਕੇ ਚੜ੍ਹ ਜਾਓ। ਤਾਂ ਸਭ ਤੋਂ ਪਹਿਲਾਂ ਇਹ ਸਿੰਕ ਭੇਜਦਾ ਸਰਵਰ ਨੂੰ, ਤਾਂ ਸਰਵਰ ਕੀ ਕਰਦਾ, ਐਕਨੋਲੇਜਮੈਂਟ ਭੇਜ ਦਿੰਦਾ, ਉਸੇ ਸਿੰਕ ਦਾ ਰਿਪਲਾਈ ਭੇਜ ਦਿੰਦਾ ਵੀ ਹਾਂ ਮੈਂ ਐਕਨੋਲੇਜਮੈਂਟ ਮੇਰੇ ਵੀ ਮੈਂ ਤੈਨੂੰ ਡੇਟਾ ਵੀ ਤੂੰ ਮੈਥੋਂ ਕੋਈ ਡੇਟਾ ਲੈ ਸਕਦਾ। ਇਹ ਸਿੰਕ ਦਾ ਰਿਪਲਾਈ ਕਰ ਦਿੰਦਾ ਤੇ ਆਪਣਾ ਸਿੰਕ ਭੇਜ ਦਿੰਦਾ ਵੀ ਜੇ ਮੈਂ ਤੇਥੋਂ ਕੋਈ ਡੇਟਾ ਲੈਣਾ ਚਾਹਾਂ ਤੂੰ ਮੈਨੂੰ ਭੇਜੇਗਾ, ਤਾਂ ਇਹ ਕਲਾਇੰਟ ਕਹਿੰਦਾ ਐਕਨੋਲੇਜਮੈਂਟ ਦੇ ਦਿੰਦਾ ਵੀ ਹਾਂ ਮੈਂ ਤੈਨੂੰ ਡੇਟਾ ਭੇਜੂਗਾ। ਦੇਖੋ ਤੇ ਬਹੁਤ ਵਧੀਆ ਕਨਸੈਪਟ ਹੈ। ਇੱਕ ਤੁਹਾਨੂੰ ਸਵਾਲ ਦੱਸਦਾ, ਮੈਨੂੰ ਲੱਗਦਾ ਵੀ ਉਹ ਨਹੀਂ ਪੁੱਛਿਆ ਜਾਊਗਾ ਪਰ ਪੁੱਛਿਆ ਜਾ ਵੀ ਸਕਦਾ ਕਿਉਂਕਿ ਬੜਾ ਵਧੀਆ ਕੁਐਸਚਨ ਹੈ, ਹੋ ਸਕਦਾ ਨਾ ਪੁੱਛਿਆ ਜਾਵੇ ਪਰ ਮੈਨੂੰ ਲੱਗਦਾ ਵੀ ਉਹ ਤੁਹਾਨੂੰ ਇੱਥੇ ਦੱਸਣਾ ਜ਼ਰੂਰੀ ਹੈ। ਦੁਬਾਰੇ ਦੱਸਦਾ, ਕਲਾਇੰਟ ਨੇ ਪਹਿਲਾਂ ਸਿੰਕ ਭੇਜਿਆ, ਸਿੰਕਰੋਨਾਈਜੇਸ਼ਨ, ਕਿ ਸਰਵਰ ਨੂੰ ਪੁੱਛਦਾ ਕਿ ਮੈਨੂੰ ਤੇਰੇ ਤੋਂ ਡੇਟਾ ਚਾਹੀਦਾ, ਤੂੰ ਮੈਨੂੰ ਡੇਟਾ ਦੇ ਦੇਗਾ, ਤਾਂ ਉਹਨੇ ਐਕਨੋਲੇਜ ਭੇਜਤੀ, ਕਹਿੰਦਾ ਯੈਸ ਆਈ ਵਿਲ ਸੈਂਡ ਯੂ ਡੇਟਾ। ਬਟ ਸਰਵਰ ਵੀ ਉਹਨੂੰ ਪੁੱਛਦਾ, ਸਿੰਕ ਭੇਜਦਾ ਵੀ ਜੇ ਮੈਨੂੰ ਤੂੰ ਡੇਟਾ ਭੇਜੇਗਾ, ਮੈਂ ਡੇਟਾ ਤੁਸੀਂ ਲੈਣਾ ਚਾਹਾਂ ਦੇ ਦੇਗਾ, ਤਾਂ ਉਹ ਐਕਨੋਲੇਜਮੈਂਟ ਦੇ ਦਿੰਦਾ। ਤਾਂ ਇੱਕੋ ਹੀ ਮੈਸੇਜ ਦੇ ਵਿੱਚ ਦੋ ਚੀਜ਼ਾਂ ਜਾ ਰਹੀਆਂ ਨੇ, ਐਕਨੋਲੇਜਮੈਂਟ ਜਾ ਰਿਹਾ ਇਹਦੇ ਸਿੰਕ ਦਾ ਪਲੱਸ ਇਹਦਾ ਸਿੰਕ ਜਾ ਰਿਹਾ, ਤਾਂ ਇਹਨੂੰ ਅਸੀਂ ਬੋਲਦੇ ਹਾਂ ਪਿੱਗੀ ਵੈਗਿੰਗ। ਇਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਪਿੱਗੀ ਵੈਗਿੰਗ। ਠੀਕ ਹੈ, ਦੁਬਾਰੇ ਦੱਸ ਦੇਣਾ, ਪਿੱਗੀ ਵੈਗਿੰਗ, ਪਿੱਗੀ ਵੈਗਿੰਗ, ਪਿੱਗੀ ਬੈਗਿੰਗ ਹੈ ਸ਼ਾਇਦ, ਪਤਾ ਨਹੀਂ ਬੈਕਿੰਗ ਹੈ, ਪਿੱਗੀ ਬੈਕਿੰਗ, ਹਾਂ ਬੈਗਿੰਗ ਨਹੀਂ, ਪਿੱਗੀ ਬੈਕਿੰਗ, BACKING। ਪਿੱਗੀ ਬੈਕਿੰਗ is a process in which one message both acknowledgement and sync message is transmitted ਜਾਂ is transported। ਉਹ ਵਾਲਾ ਪੈਕੇਟ ਜਿਹਦੇ ਵਿੱਚ ਡੇਟਾ ਦੇ ਨਾਲ ਅਸੀਂ ਐਕਨੋਲੇਜਮੈਂਟ ਭੇਜ ਦਈਏ ਉਸ ਨੂੰ ਅਸੀਂ ਕੀ ਬੋਲਦੇ ਹਾਂ, ਪਿੱਗੀ ਬੈਕਿੰਗ ਬੋਲਦੇ ਹਾਂ। ਤਾਂ ਪਹਿਲਾਂ ਇਹਨਾਂ ਦਾ ਕਨੈਕਸ਼ਨ ਐਸਟੈਬਲਿਸ਼ ਹੋ ਜਾਊਗਾ, ਫਿਰ ਡੇਟਾ ਦੀ ਟਰਾਂਸਮਿਸ਼ਨ ਹੋਊਗੀ ਤੇ ਫਿਰ ਕਨੈਕਸ਼ਨ ਰਿਲੀਜ਼ ਹੋਊਗਾ। ਤਾਂ ਕਰਕੇ ਇਸ ਨੂੰ ਕਨੈਕਸ਼ਨ ਓਰੀਐਂਟਡ ਬੋਲਦੇ ਆ ਵੀ ਇਹ ਪਹਿਲਾਂ ਕਨੈਕਸ਼ਨ ਐਸਟੈਬਲਿਸ਼ ਕਰਦਾ। ਬਟ ਉਲਟਾ ਹੁੰਦਾ ਹੈ ਸਰਵਰ ਦਾ, ਜੇਕਰ ਸਰਵਰ ਨੇ ਕਲਾਇੰਟ ਦੇ ਕੋਲੋਂ ਰਿਕੁਐਸਟ ਭੇਜੀ ਕਿ ਮੈਨੂੰ ਡੇਟਾ ਚਾਹੀਦਾ, ਤਾਂ ਕਲਾਇੰਟ ਨੇ ਜਲਦੀ ਜਲਦੀ ਇਹਨੂੰ ਕੀ ਕਰ ਦੇਣਾ, ਰਿਸਪੌਂਸ ਭੇਜ ਦੇਣਾ। ਕੋਈ ਕਨੈਕਸ਼ਨ ਐਸਟੈਬਲਿਸ਼ ਨਹੀਂ ਹੋਇਆ, ਡਾਇਰੈਕਟ ਕਹਿੰਦਾ ਮੈਨੂੰ ਡੇਟਾ ਚਾਹੀਦਾ, ਕਹਿੰਦਾ ਚੱਕ। ਜਿਵੇਂ ਕਿਸੇ ਵੀ ਬੱਸ ਤੇ ਚੜ੍ਹਨਾ, ਕੋਈ ਪਹਿਲਾਂ ਪੈਸੇ ਭਰਨ ਦੀ ਲੋੜ ਨਹੀਂ, ਜਿਹੜੀ ਬੱਸ ਆਈ, ਜਿਹੜੀਆਂ ਦੋ ਤਿੰਨ ਆ ਗਈਆਂ ਚੜ੍ਹ ਜਾਓ ਚੁੱਪ ਕਰਕੇ। ਠੀਕ ਹੈ, ਸੋ TCP ਹੈ ਜਿਹੜਾ ਯੂਨੀਕਾਸਟ ਕਰਦਾ, 1 to 1 ਭੇਜਦਾ, ਯਾਨੀ ਕਿ ਹਰ ਬੱਚੇ ਦਾ ਤੁਸੀਂ ਇਹ ਸਮਝ ਲਓ ਵੀ ਇਕੱਲੇ ਇਕੱਲੇ ਬੱਚੇ ਨੂੰ ਉਹਨਾਂ ਦੇ ਘਰੇ ਛੱਡ ਕੇ ਆਉਂਦੇ ਨੇ। ਤੇ ਜਿਹੜਾ UDP ਹੈ ਇਹ ਬ੍ਰੌਡਕਾਸਟ ਹੈ, ਸਾਰਿਆਂ ਨੂੰ ਛੱਡ ਦਿੰਦਾ ਇੱਕ ਅੱਡੇ ਤੇ, ਬੱਸ ਸਟੈਂਡ ਤੇ ਉਤਰ ਕੇ ਜਿੱਥੇ ਮਰਜ਼ੀ ਜਾਓ। ਮਲਟੀਕਾਸਟ ਗਰੁੱਪ ਨੂੰ ਛੱਡ ਸਕਦਾ ਹੈ, ਕਈ ਵਾਰੀ ਨੇਰਾ ਸਵੇਰਾ ਹੋ ਜਾਂਦਾ ਬੱਸ ਵਾਲੇ 8-10 ਬੰਦੇ, ਉਹਨੂੰ ਕਹਿੰਦੇ ਕੋਈ ਗੱਲ ਨਹੀਂ ਤੁਹਾਡੇ ਪਿੰਡ ਛੱਡਿਆ ਮੈਂ, ਵੈਸੇ ਅਸੀਂ ਉੱਥੇ ਜਾਣਾ ਨਹੀਂ ਸੀ। ਤਾਂ ਯੂਨੀਕਾਸਟ ਦਾ ਮਤਲਬ ਹੁੰਦਾ ਕਿਸੇ ਇੱਕ ਬੰਦੇ ਨੂੰ ਭੇਜਣਾ। ਮੈਂ ਬਹੁਤ ਵਾਰੀ ਦੱਸਿਆ ਵੀ ਯੂਨੀਕਾਸਟ, ਬ੍ਰੌਡਕਾਸਟ ਤੇ ਮਲਟੀਕਾਸਟ ਕੀ ਹੁੰਦਾ ਹੈ। ਜੇਕਰ ਮੈਂ ਤੁਸੀਂ ਪੜ੍ਹ ਰਹੇ ਸਾਰੇ ਬੱਚਿਆਂ ਨੂੰ ਇੱਕ ਇੱਕ ਬੱਚੇ ਨੂੰ ਕਾਲ ਕਰਾਂ ਤਾਂ ਮੈਂ ਯੂਨੀਕਾਸਟ ਕਰ ਰਿਹਾ। ਜੇ ਮੈਂ ਸਾਰਿਆਂ ਨੂੰ ਕਾਲ ਕਰਾਂ, ਮੰਨ ਲਓ 500 ਬੱਚੇ ਨੇ ਵੀਡੀਓ ਦੇਖੀ, 500 ਦੇ 500 ਨੂੰ ਕਾਲ ਕਰਾਂ ਤਾਂ ਮੈਂ ਕੀ ਕਰ ਰਿਹਾ, ਬ੍ਰੌਡਕਾਸਟ। ਬ੍ਰੌਡਕਾਸਟ ਮੀਨਸ ਆਲ। ਜੇ ਮੈਂ 500 ਦੇ ਵਿੱਚੋਂ 50-50 ਬੱਚਿਆਂ ਨੂੰ ਕਾਲ ਕਰ ਰਿਹਾ ਤਾਂ ਮੈਂ ਕੀ ਕਰ ਰਿਹਾ, ਮਲਟੀਕਾਸਟ। ਆਪਾਂ ਕਹਿ ਸਕਦੇ ਹਾਂ ਯੂਨੀਕਾਸਟ ਮਤਲਬ ਸਿੰਗਲ, ਬ੍ਰੌਡਕਾਸਟ ਮਤਲਬ ਆਲ, ਤੇ ਮਲਟੀਕਾਸਟ ਮੀਨਸ ਗਰੁੱਪ। ਕਲੀਅਰ ਹੋਈ ਗੱਲ। ਤਾਂ ਇੱਥੇ ਉਹੀ ਲਿਖਿਆ ਵੀ TCP ਸਲੋਅਰ ਹੈ, ਕਿਉਂ? ਕਿਉਂਕਿ ਵੈਨ ਹੈ ਜਿਹੜੀ ਉਹ ਘਰਾਂ ਦੇ ਵਿੱਚ ਜਾ ਕੇ ਸਾਰੇ ਥਾਂ ਬੱਚਿਆਂ ਨੂੰ ਤਾਰ ਕੇ ਆਉਣਾ, ਤਾਂ ਸਪੀਡ ਤਾਂ ਸਲੋ ਹੋ ਹੀ ਜਾਂਦੀ ਹੈ। ਬਟ ਰਿਲਾਇਬਲ ਟਰਾਂਸਫਰ ਹੈ, ਬਟ ਭਰੋਸੇਯੋਗ ਤਾਂ ਹੈਗੀ ਆ ਵੀ ਬੱਚੇ ਜਿਹੜੇ ਨੇ ਘਰੋਂ ਘਰੀ ਪਹੁੰਚਣਗੇ। UDP ਫਾਸਟ ਤਾਂ ਹੈਗਾ ਬਟ ਉਹ ਗਰੰਟੀ ਨਹੀਂ ਕਰਦਾ ਟਰਾਂਸਫਰ ਦੀ, ਵੀ ਤੁਸੀਂ ਬੰਦਾ ਵਾਸਤੇ ਚੜਾਇਆ, ਉਹਨਾਂ ਦੀ ਕੋਈ ਗਰੰਟੀ ਨਹੀਂ ਵੀ ਉਹ ਘਰੇ ਪਹੁੰਚੂਗਾ ਕਿ ਨਹੀਂ ਪਹੁੰਚੂਗਾ, ਬਟ ਆਪਦੀ ਬੈਸਟ ਐਫਰਟ ਲਾਉਂਦੇ ਨੇ ਉਹ। ਤੇ ਇਹ ਕਿਹੜੀਆਂ ਐਪਲੀਕੇਸ਼ਨਾਂ ਦੇ ਵਿੱਚ TCP ਵਰਤਿਆ ਜਾਂਦਾ, ਜਿਵੇਂ ਈਮੇਲ ਆ, ਈਮੇਲ ਸਾਡੀ ਪਹੁੰਚਣੀ ਜ਼ਰੂਰੀ ਆ। ਸਾਡਾ ਇਹ ਨਹੀਂ ਅਸੀਂ ਇਹ ਸਾਨੂੰ ਨਹੀਂ ਚੱਲੂਗਾ ਵੀ ਮੇਲ ਨਹੀਂ ਪਹੁੰਚੀ ਹੋਈ ਤਾਂ TCP ਵਾਲੇ ਦੁਬਾਰਾ ਰੀਸੈਂਡ ਕਰ ਦਿੰਦੇ ਨੇ। ਉਵੇਂ ਹੀ ਵੈਬ ਬਰਾਊਜ਼ਿੰਗ ਹੈ, ਅਸੀਂ ਨੈਟ ਤੋਂ ਕੁਝ ਸਰਚ ਕਰਦੇ ਹਾਂ ਤਾਂ ਉਹ ਵਾਲੀਆਂ ਐਪਲੀਕੇਸ਼ਨਾਂ ਜਿੱਥੇ ਸਾਨੂੰ ਡੇਟਾ ਦੀ ਗਰੰਟੀ ਡਿਲੀਵਰੀ ਚਾਹੀਦੀ ਆ, ਤਾਂ ਉੱਥੇ ਅਸੀਂ ਕੀ ਯੂਜ਼ ਕਰਦੇ ਹਾਂ, TCP ਯੂਜ਼ ਕਰਦੇ ਹਾਂ। ਕਲੀਅਰ ਹੋਈ ਗੱਲ। ਸੋ ਨੈਕਸਟ ਆਪਣੇ ਕੋਲੇ ਜਿਹੜੀਆਂ ਇਹ ਕਿੱਥੇ ਯੂਜ਼ ਕੀਤਾ ਜਾਂਦਾ ਹੈ, UDP ਕਿੱਥੇ ਯੂਜ਼ ਕੀਤਾ ਜਾਂਦਾ ਹੈ? UDP ਹੈ ਜਿਹੜਾ ਇਹ VoIP ਦੇ ਵਿੱਚ ਯੂਜ਼ ਕੀਤਾ ਜਾਂਦਾ। VoIP ਦੇ ਵਿੱਚ ਜਿਵੇਂ ਆਵਾਜ਼ ਆਪਾਂ ਵੌਇਸ ਕਾਲ ਕਰ ਰਹੇ ਹਾਂ ਤਾਂ ਉੱਥੇ ਜ਼ਰੂਰੀ ਨਹੀਂ ਹੈਗਾ ਵੀ ਹਰੇਕ ਪੈਕੇਟ ਹੈ ਜਿਹੜਾ ਸਾਡੇ ਕੋਲੇ ਪਹੁੰਚੇ ਇੰਟਰਨੈਟ ਦੇ ਥਰੂ। ਪੈਕੇਟ ਨਹੀਂ ਵੀ ਪਹੁੰਚਿਆ ਕੋਈ ਗੱਲ ਨਹੀਂ, ਬਟ ਇਹ ਵੀ ਸਪੀਡ ਹੋਣੀ ਚਾਹੀਦੀ ਹੈ, ਫਾਸਟ ਡਿਲੀਵਰੀ ਹੋਣੀ ਚਾਹੀਦੀ ਹੈ।
ਕੋਈ ਕਨੈਕਸ਼ਨ ਐਸਟੈਬਲਿਸ਼ਮੈਂਟ ਕਰਨ ਦੀ ਲੋੜ ਨਹੀਂ। ਜਿਵੇਂ ਆਪਾਂ ਸਰਕਟ ਸਵਿਚਿੰਗ ਦੇ ਵਿੱਚ ਨਹੀਂ ਪੜਿਆ ਸੀਗਾ ਵੀ ਉੱਥੇ ਪਹਿਲਾਂ ਕਨੈਕਸ਼ਨ ਐਸਟੈਬਲਿਸ਼ਮੈਂਟ ਹੁੰਦਾ ਹੈ, ਫਿਰ ਡੇਟਾ ਟ੍ਰਾਂਸਫਰ ਹੁੰਦਾ ਹੈ, ਫਿਰ ਕਨੈਕਸ਼ਨ ਰਿਲੀਜ਼ ਹੁੰਦਾ ਹੈ। ਬਟ ਇੰਟਰਨੈਟ ਦੇ ਵਿੱਚ VoIP ਦੇ ਵਿੱਚ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੁੰਦਾ, ਸਿੱਧਾ UDP ਦੇ ਵਿੱਚ ਪੈਕੇਟ ਸੈਂਡ ਕਰਨੇ ਸ਼ੁਰੂ ਕਰ ਦਿੰਦਾ ਉਹ। ਜਿਵੇਂ ਮਿਊਜ਼ਿਕ ਸਟ੍ਰੀਮਿੰਗ ਹੋ ਰਹੀ ਹੈ ਤਾਂ ਉੱਥੇ ਵੀ ਸਪੀਡ ਮੈਟਰ ਕਰਦੀ ਹੈ, ਨਾ ਕਿ ਰਿਲਾਇਬਿਲਿਟੀ ਮੈਟਰ ਨਹੀਂ ਕਰਦੀ। ਤਾਂ UDP ਤਿੰਨੋਂ ਕੰਮ ਕਰ ਸਕਦਾ ਹੈ, ਯੂਨੀਕਾਸਟ ਵੀ ਕਰ ਸਕਦਾ ਹੈ, ਮਲਟੀਕਾਸਟ ਵੀ ਕਰ ਸਕਦਾ ਹੈ ਤੇ ਬ੍ਰੌਡਕਾਸਟ ਵੀ ਕਰ ਸਕਦਾ ਹੈ। ਕਲੀਅਰ ਹੋ ਗਈ ਗੱਲ? ਤਾਂ ਇਹੀ ਡਿਫਰੈਂਸ ਬਹੁਤ ਜ਼ਿਆਦਾ ਇੰਪੋਰਟੈਂਟ ਨੇ ਜਿਹੜੇ ਆਪਾਂ ਸਮਝ ਲੈਂਦੇ ਹਾਂ। TCP ਤੇ UDP ਦੇ ਬਹੁਤ ਜ਼ਿਆਦਾ ਇੰਪੋਰਟੈਂਟ ਨੇ, ਪੁੱਛੇ ਜਾ ਸਕਦੇ ਨੇ। ਪਹਿਲਾਂ ਐਬਰੀਵੇਸ਼ਨ ਦੱਸ ਚੁੱਕਿਆ। ਟ੍ਰਾਂਸਮਿਸ਼ਨ ਕੰਟਰੋਲ ਪ੍ਰੋਟੋਕਾਲ, UDP ਦਾ ਯੂਜ਼ਰ ਡੇਟਾਗ੍ਰਾਮ ਪ੍ਰੋਟੋਕਾਲ। ਹੁਣ ਆਪਣਾ ਬੇਸ ਬਣ ਗਿਆ ਲੇਮਨ ਐਗਜ਼ਾਮਪਲ ਦੇ ਨਾਲ। ਇਹ ਆਪਾਂ ਯਾਦ ਰੱਖਣਾ, TCP ਹੈਗਾ ਸਕੂਲ ਬੱਸ ਵਾਲੇ ਤੇ UDP ਹੈਗੇ ਨੇ PRTC ਵਾਲੇ, ਕਹਿ ਲਓ ਜਾਂ HRTC ਵਾਲੇ। TCP ਕਨੈਕਸ਼ਨ ਓਰੀਐਂਟਡ ਪ੍ਰੋਟੋਕਾਲ ਹੁਣੀ ਦੱਸ ਚੁੱਕਿਆ ਵੀ ਇਹਦੇ ਵਿੱਚ ਕਨੈਕਸ਼ਨ ਬਣਦਾ, ਕਨੈਕਸ਼ਨ ਐਸਟੈਬਲਿਸ਼ਮੈਂਟ ਹੁੰਦਾ, ਫਿਰ ਡੇਟਾ ਟ੍ਰਾਂਸਫਰ ਹੁੰਦਾ। ਦੇਖੋ, ਸ਼ੁੱਡ ਐਸਟੈਬਲਿਸ਼ ਕਨੈਕਸ਼ਨ ਬਿਫੋਰ ਟ੍ਰਾਂਸਮਿਟਿੰਗ ਡੇਟਾ ਐਂਡ ਸ਼ੁੱਡ ਕਲੋਜ਼ ਦੀ ਕਨੈਕਸ਼ਨ ਆਫਟਰ ਟ੍ਰਾਂਸਮਿਟਿੰਗ ਦੀ ਡੇਟਾ। ਜੇਕਰ ਤੁਸੀਂ ਬੱਚਾ ਪਹਿਲਾਂ ਭੇਜਣਾ ਤਾਂ ਤੁਹਾਨੂੰ ਪਹਿਲਾਂ ਫੀਸ ਭਰ ਕੇ ਕਨੈਕਸ਼ਨ ਐਸਟੈਬਲਿਸ਼ਮੈਂਟ ਕਰਨਾ। ਜੇ ਬੱਚਾ ਹਟਾਉਣਾ ਬੈਨ ਤੋਂ, ਤੁਹਾਨੂੰ ਉਹਨਾਂ ਨੂੰ ਦੱਸਣਾ ਪਊਗਾ ਕਿ ਹੁਣ ਅਸੀਂ ਬੱਚਾ ਨਹੀਂ ਭੇਜਣਾ। ਬਟ UDP ਕਹਿੰਦਾ ਕੋਈ ਕਨੈਕਸ਼ਨ, ਇਹ ਕਨੈਕਸ਼ਨ ਲੈਸ ਹੈ। ਹੁਣ ਇਹਦਾ ਮਤਲਬ ਇਹ ਤਾਂ ਨਹੀਂ ਹੈਗਾ ਵੀ ਕਨੈਕਸ਼ਨ, ਜਦੋਂ ਅਸੀਂ ਪੜ੍ਹਦੇ ਸੀ BTech ਦੇ ਵਿੱਚ ਪਹਿਲੀ ਵਾਰੀ ਮੈਂ ਇਹ ਟਰਮਾਂ ਪੜ੍ਹੀਆਂ ਕਿ TCP ਦੇ ਕਨੈਕਸ਼ਨ ਓਰੀਐਂਟਡ, UDP ਦੇ ਕਨੈਕਸ਼ਨ ਲੈਸ। ਮੇਰੇ ਦਿਮਾਗ ਦੇ ਵਿੱਚ ਆਉਂਦਾ ਸੀਗਾ ਵੀ ਜੇ ਅਸੀਂ TCP ਦੇ ਵਿੱਚੋਂ ਡਾਟਾ ਭੇਜਣਾ ਤਾਂ ਸਾਨੂੰ ਤਾਰਾਂ ਲਾਉਣੀਆਂ ਪੈਂਦੀਆਂ ਨੇ, ਕਨੈਕਸ਼ਨ ਓਰੀਐਂਟਡ ਹੋ ਗਿਆ। UDP ਦਾ ਮਤਲਬ ਹੋ ਗਿਆ ਵੀ ਕਨੈਕਸ਼ਨ ਲੈਸ ਹੈ, ਤਾਂ ਮਤਲਬ ਕਨੈਕਸ਼ਨ ਬਣਦਾ ਨਹੀਂ, ਉਹੀ ਅਸੀਂ ਹਵਾ 'ਚ ਭੇਜ ਦਿੰਦੇ ਹਾਂ, ਆਟੋਮੈਟਿਕਲੀ ਉਹਦੇ ਕੋਲ ਚੱਲ ਜਾਂਦਾ। ਇਹਦਾ ਮਤਲਬ ਇਹ ਨਹੀਂ ਸੀਗਾ, ਮੈਨੂੰ ਕਾਫੀ ਲੇਟ ਸਮਝ ਆਈ ਇਹ ਚੀਜ਼ ਦੀ। ਕਨੈਕਸ਼ਨ ਓਰੀਐਂਟਡ ਦਾ ਮਤਲਬ ਇੱਥੇ 3 ਫੇਜ਼ ਹੁੰਦੇ ਨੇ। ਪਹਿਲਾਂ ਕਨੈਕਸ਼ਨ ਐਸਟੈਬਲਿਸ਼ਮੈਂਟ ਹੁੰਦਾ, ਫਿਰ ਜਿਹੜਾ ਹੈ ਆਪਣੇ ਕੋਲ ਡੇਟਾ ਟ੍ਰਾਂਸਫਰ ਹੁੰਦਾ, ਤੇ ਫਿਰ ਉਸ ਦੀ ਕਨੈਕਸ਼ਨ ਰਿਲੀਜ਼ ਹੋ ਜਾਂਦਾ ਜਦੋਂ ਡੇਟਾ ਟ੍ਰਾਂਸਫਰ ਫਿਨਿਸ਼ ਹੋ ਜਾਂਦਾ। ਬਟ UDP ਦੇ ਵਿੱਚ ਕੋਈ ਵੀ ਕਨੈਕਸ਼ਨ ਐਸਟੈਬਲਿਸ਼ਮੈਂਟ ਫੇਜ਼ ਨਹੀਂ ਹੁੰਦਾ, ਇਸ ਕਰਕੇ ਇਸ ਨੂੰ ਕਿਹਾ ਜਾਂਦਾ ਹੈ ਕਨੈਕਸ਼ਨ ਲੈਸ ਸਰਵਿਸ ਜਾਂ ਡੇਟਾਗ੍ਰਾਮ ਓਰੀਐਂਟਡ ਪ੍ਰੋਟੋਕਾਲ ਵੀ ਕਿਹਾ ਜਾ ਸਕਦਾ ਹੈ। ਸਵਾਲ ਇਹ ਬਣ ਸਕਦਾ ਹੈ ਵੀ ਵਿਚ ਆਫ ਦੀ ਫੋਲੋਇੰਗ ਪ੍ਰੋਟੋਕਾਲ ਪ੍ਰੋਵਾਈਡਸ ਕਨੈਕਸ਼ਨ ਓਰੀਐਂਟਡ ਸਰਵਿਸ, TCP UDP, ਤਾਂ ਫਿਰ ਅਸੀਂ ਦੱਸਾਂਗੇ TCP। ਜੇ ਕਹਦੇ ਯੂਜ਼ਰ ਡੇਟਾਗ੍ਰਾਮ ਪ੍ਰੋਟੋਕਾਲ ਹੈਗੀ ਹੈ ਜਿਹੜੀ ਕਨੈਕਸ਼ਨ ਓਰੀਐਂਟਡ ਹੈ ਕਿ ਕਨੈਕਸ਼ਨ ਲੈਸ ਹੈ, ਤਾਂ ਆਨਸਰ ਹੋ ਜਾਊਗਾ ਕਨੈਕਸ਼ਨ ਲੈਸ ਸਰਵਿਸ। ਬਿਕੋਜ਼ ਕਿਉਂ? ਬਿਕੋਜ਼ देयर इज नो overhead for opening a connection, maintaining a connection and termination of connection। ਤਾਂ ਜੇ ਸਾਨੂੰ ਪੁੱਛ ਲੇ ਵੀ ਕਨੈਕਸ਼ਨ ਟਰਮੀਨੇਸ਼ਨ ਤੇ ਕਨੈਕਸ਼ਨ ਐਸਟੈਬਲਿਸ਼ਮੈਂਟ ਫੇਸ ਕਿਹਦੇ ਵਿੱਚ ਨਹੀਂ ਹੁੰਦਾ, ਤਾਂ ਆਨਸਰ ਹੋ ਜਾਊਗਾ UDP। ਅਗਲਾ ਸਵਾਲ, ਰਿਲਾਇਬਿਲਿਟੀ। TCP ਇਜ਼ ਰਿਲਾਇਬਲ। ਰਿਲਾਇਬਿਲਿਟੀ ਦਾ ਮਤਲਬ ਹੁੰਦਾ ਭਰੋਸੇਯੋਗਤਾ। ਬੱਚਾ ਤੁਹਾਡੇ ਘਰੇ ਪਹੁੰਚਾਉਣਾ, ਇਹਦੀ ਗਰੰਟੀ ਡਿਲੀਵਰੀ ਹੈ। reliable as it guarantee of the delivery of the data to the destination router। The delivery of the data destination cannot be guarantee in UDP। UDP ਦੇ ਵਿੱਚ ਕੋਈ ਗਾਰੰਟੀ ਨਹੀਂ, ਜਿਹੜੀ ਤੁਸੀਂ ਫੋਨ ਕਾਲ ਕਰ ਰਹੇ ਹੋ ਸਾਰੀ ਉਸ ਬੰਦੇ ਦੀ ਆਵਾਜ਼ ਸੁਣੇ ਕਿ ਨਾ ਸੁਣੇ। ਹੁਣ TCP ਇੱਥੇ ਇੰਪਲੀਮੈਂਟ ਨਹੀਂ ਕਰ ਸਕਦੇ ਕਿਉਂਕਿ TCP ਬਹੁਤ ਜ਼ਿਆਦਾ ਸਲੋ ਹੋ ਜਾਂਦੀ ਹੈ। ਫਿਰ ਤੁਹਾਨੂੰ ਇੱਕ ਗੱਲ ਕਹਿ ਕੇ 5 ਮਿੰਟ ਵੇਟ ਕਰਨੀ ਪਿਆ ਕਰਨੀ ਆ ਵੀ ਦੂਜੇ ਬੰਦੇ ਦੀ ਗੱਲ ਹਜੇ ਰਸਤੇ 'ਚ ਹੈ, ਪਹੁੰਚਣ ਵਾਲੀ ਹੈ ਨਾ। ਤਾਂ ਆਪਾਂ TCP ਹੈ ਜਿਹੜਾ ਆਡੀਓ ਸਟ੍ਰੀਮਿੰਗ ਦੇ ਲਈ ਆਪਾਂ TCP ਨਹੀਂ ਯੂਜ਼ ਕਰਦੇ। ਮੋਸਟਲੀ ਜਿਹੜੀਆਂ ਸਾਰੀਆਂ ਐਪਲੀਕੇਸ਼ਨ ਨੇ, ਚਾਹੇ ਫੇਸਬੁੱਕ, ਇੰਸਟਾਗ੍ਰਾਮ, WhatsApp, ਜਿੰਨੇ ਤੇ ਵੀ VoIP ਕਾਲ ਹੁੰਦੀ ਹੈ ਉੱਥੇ UDP ਇੰਪਲੀਮੈਂਟ ਹੁੰਦੀ ਹੈ ਨਾ। ਬਹੁਤ ਜ਼ਿਆਦਾ ਡਿਟੇਲ 'ਚ ਆਪਾਂ ਕੰਮ ਕਰ ਰਹੇ ਹਾਂ। ਮੈਨੂੰ ਲੱਗਦਾ ਤੁਹਾਨੂੰ ਨਜ਼ਾਰਾ ਵੀ ਆ ਰਿਹਾ ਹੋਣਾ ਚੀਜ਼ਾਂ ਨੂੰ ਦੇਖ ਕੇ, ਹਨਾ। ਸੋ ਨਵੀਆਂ ਨੇ ਤੁਹਾਡੇ ਲਈ, ਪਰ ਇਹ ਨਹੀਂ ਹੈਗਾ ਵੀ ਤੁਹਾਨੂੰ ਸਮਝ ਨਹੀਂ ਆ ਸਕਦੀਆਂ। ਸੋ ਡਟੇ ਰਹਿਣਾ ਆਪਾਂ। ਐਕਨੋਲੇਜਮੈਂਟ ਸੈਗਮੈਂਟ ਇਜ਼ ਪ੍ਰੈਜ਼ੈਂਟ, ਇਹ ਆਪਾਂ ਪੜ੍ਹਿਆ ਸੀਗਾ ਵੀ ਐਕਨੋਲੇਜਮੈਂਟ ਸਿੰਕ ਭੇਜਦਾ, ਐਕਨੋਲੇਜਮੈਂਟ ਹੁੰਦੀ ਆ। ਇਹਦੇ ਵਿੱਚ ਕੋਈ ਐਕਨੋਲੇਜਮੈਂਟ ਨਹੀਂ। ਜੇ ਕੁਐਸਚਨ ਆ ਜੇ which of the following protocol do not present ਜਾਂ does not present acknowledgement ਦਾ UDP। TCP is comparatively slower ਤੇ UDP faster ਹੈ, ਆਪਾਂ ਦੇਖ ਹੀ ਲਿਆ। ਅਗਲਾ, ਰੀਟ੍ਰਾਂਸਮਿਸ਼ਨ ਆਫ ਲੋਸਟ ਪੈਕੇਟ ਇਜ਼ ਪੋਸੀਬਲ ਇਨ TCP। ਜੇ ਤੁਹਾਡਾ ਬੱਚਾ ਨਹੀਂ ਘਰੇ ਪਹੁੰਚਿਆ ਤਾਂ ਉਹ ਦੁਬਾਰਾ ਪਹੁੰਚਾ ਕੇ ਜਾਣਗੇ, ਤਾਂ ਰੀਟ੍ਰਾਂਸਮਿਸ਼ਨ ਹੈ। ਜੇਕਰ ਡੇਟਾ ਪੈਕੇਟ ਲਾਸ ਹੋ ਗਿਆ ਤਾਂ ਉਹ ਪੱਕਾ ਪਹੁੰਚਣਾ ਹੀ ਪਹੁੰਚਣਾ ਆਪਣੇ ਕੋਲ। ਤੇ UDP ਦੇ ਵਿੱਚ ਜੇ ਕੋਈ ਸਵਾਰੀ ਵਾਸਤੇ ਮੰਨ ਲਓ ਪਟਿਆਲੇ ਤੋਂ ਕੋਈ ਜਲੰਧਰ ਜਾ ਰਿਹਾ, ਜੇ ਰਸਤੇ 'ਚ ਸਵਾਰੀ ਕੋਈ ਰਹਿ ਗਈ, ਉਹ ਦੁਬਾਰੇ ਆਉਣਗੇ ਕੋਈ ਲੈਣ? ਉਹ ਕਹਿਣਗੇ ਨਹੀਂ ਆਪੇ ਆ ਜਾਊਗਾ, ਦੂਜੇ ਅਸੀਂ ਕੀ ਲੈਣਾ। ਜਾਂ ਤੁਹਾਡਾ ਬੱਸ ਸਟੈਂਡ ਤੁਸੀਂ ਕਿਸੇ ਹੋਰ ਤੇ ਉਤਰਨਾ ਸੀ, ਉਹ ਗਾਹਾਂ ਲੈ ਗਏ, ਉੱਥੇ ਜਾ ਰਹੇ ਉਤਰ ਜਾ, ਤੁਰ ਕੇ ਹੋ ਜਾ, ਕਿੰਨੀ ਕੁ ਦੂਰ ਹੈ। ਸੋ ਇਹ UDP ਹੈ। ਜੇ ਅੱਗੇ ਗੱਲ ਕਰੀਏ ਹੈਡਰ ਲੈਂਥ ਕਿੰਨੀ ਹੈ ਇਹਦੀ, 20 ਤੋਂ ਲੈ ਕੇ 60 ਬਾਈਟਸ, 20 to 60 ਬਾਈਟਸ। ਬਾਈਟਸ ਦੇ ਲਈ ਅਸੀਂ ਵੱਡਾ ਵੀ ਯੂਜ਼ ਕਰਦੇ ਹਾਂ। ਇਹਦਾ ਹੈਡਰ ਲੈਂਥ ਜੇ ਫਿਕਸਡ ਹੁੰਦੀ ਹੈ 8 ਬਾਈਟਸ ਦੀ। ਇਹ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ। UDP ਦਾ ਹੈਡਰ ਸਾਈਜ਼ ਕਿੰਨਾ ਹੁੰਦਾ? 8 ਬਾਈਟ। ਤੇ ਇਹ ਹੈਵੀ ਵੇਟ ਹੈ, TCP UDP ਲਾਈਟ ਵੇਟ ਹੈ। TCP ਹੈ ਜਿਹੜਾ ਡਜ਼ ਨਾਟ ਸਪੋਰਟ ਬ੍ਰੌਡਕਾਸਟਿੰਗ।
ਬ੍ਰੌਡਕਾਸਟਿੰਗ ਨੂੰ ਸਪੋਰਟ ਨਹੀਂ ਕਰਦਾ, ਓਨਲੀ ਯੂਨੀਕਾਸਟ ਹੁੰਦਾ। ਇਹਦੇ ਵਿੱਚ ਯੂਨੀਕਾਸਟ, ਬ੍ਰੌਡਕਾਸਟ ਤੇ ਮਲਟੀਕਾਸਟ ਤਿੰਨੋਂ ਹੀ ਹੋ ਸਕਦੇ। ਹੁਣ ਆਪਾਂ ਅੱਗੇ ਦੇਖਦੇ ਹਾਂ। ਹੁਣ ਇਹ ਦੋ ਮੇਨ ਪ੍ਰੋਟੋਕਾਲ ਨੇ ਜਿਹੜੀਆਂ ਟਰਾਂਸਪੋਰਟ ਦੇ ਲਈ ਵਰਤੀਆਂ ਜਾਂਦੀਆਂ ਨੇ, ਕਿਉਂਕਿ ਇਹ ਟਰਾਂਸਪੋਰਟ ਲੇਅਰ ਤੇ ਹੈ। ਟਰਾਂਸਪੋਰਟ ਲੇਅਰ ਕਿਹੜੀ ਡਿਲੀਵਰੀ ਪ੍ਰੋਵਾਈਡ ਕਰਦਾ ਹੈ? ਪ੍ਰੋਸੈਸ ਟੂ ਪ੍ਰੋਸੈਸ, ਯਾਨੀ ਕਿ ਫੇਸਬੁੱਕ ਵਾਲੇ ਸੈਂਡਰ ਦੀ ਪ੍ਰੋਸੈਸ ਤੋਂ ਲੈ ਕੇ ਰਿਸੀਵਰ ਵਾਲੇ ਦੀ ਫੇਸਬੁੱਕ ਤੱਕ ਪਹੁੰਚਾਉਣ ਦੇ ਲਈ ਕਿਹੜੀ ਪ੍ਰੋਟੋਕਾਲ ਵਰਤੀ, ਕਿਹੜੀ ਲੇਅਰ ਯੂਜ਼ ਕੀਤੀ ਜਾਂਦੀ ਹੈ? ਟਰਾਂਸਪੋਰਟ ਲੇਅਰ। ਟਰਾਂਸਪੋਰਟ ਤਾਂ ਜਾਂ ਐਂ ਕਹਿ ਲਓ ਵੀ ਟਰਾਂਸਪੋਰਟ ਦਾ ਡਿਪਾਰਟਮੈਂਟ ਹੈ ਇਹ। ਟਰਾਂਸਪੋਰਟ ਦਾ ਡਿਪਾਰਟਮੈਂਟ ਆ, ਉੱਥੇ ਦੋ ਤਰ੍ਹਾਂ ਦੀਆਂ ਬੱਸਾਂ ਹੁੰਦੀਆਂ ਨੇ, ਸਕੂਲ ਵਾਲੀਆਂ ਬੱਸਾਂ ਤੇ ਦੂਜੀਆਂ ਬੱਸਾਂ। ਤਾਂ ਉਹ ਹੁਣ ਇਹ ਇੱਥੇ ਪੁੱਛੂਗਾ, ਇਹਦੇ ਤੋਂ ਬਿਨਾ ਬਹੁਤ ਸਾਰੀਆਂ ਪ੍ਰੋਟੋਕਾਲ ਨੇ, ਚਾਹੇ HTTP ਹੈ, ਚਾਹੇ DNS ਹੈ, ਚਾਹੇ ਆਪਣੇ ਕੋਲੇ FTP ਹੈ, ਹਨਾ। ਉਹ ਵਾਲੀਆਂ ਪ੍ਰੋਟੋਕਾਲ ਕਿਹੜੀਆਂ ਪ੍ਰੋਟੋਕਾਲ TCP ਨੂੰ ਵਰਤਣਗੀਆਂ, ਕਿਹੜੀਆਂ ਪ੍ਰੋਟੋਕਾਲ UDP ਨੂੰ ਵਰਤਣਗੀਆਂ। ਹੁਣ ਮੰਨ ਲਓ ਆਪਾਂ ਮੋਸਟਲੀ ਕੋਈ ਕਾਨਪੂਰ ਜਾਣਾ, ਹਨਾ, ਕੋਈ ਮਰਕਤ ਹੋ ਗਈ, ਉੱਥੇ ਹੁਣ ਆਪਾਂ ਸਪੈਸ਼ਲ ਬੱਸ ਕਰਾ ਕੇ ਲੈ ਜਾਂਦੇ ਹਾਂ, ਸਕੂਲ ਬੱਸ ਕਰਾ ਕੇ ਲੈ ਜਾਂਦੇ ਹਾਂ ਵੀ ਯਾਰ ਕਈ ਵਾਰੀ ਚਲੋ ਕੋਈ ਬੰਦਿਆਂ ਨੂੰ ਪ੍ਰੋਬਲਮ ਆ ਜਾਂਦੀ, ਉਹ ਰਸਤੇ 'ਚ ਰੋਕ ਕੇ ਸਾਨੂੰ ਫਸਟ ਏਡ ਵੀ ਪ੍ਰੋਵਾਈਡ ਕਰ ਦੇਣਗੇ ਜਾਂ ਪ੍ਰੋਪਰ ਲੈ ਜਾਣਗੇ ਭੋਗ ਤੇ ਵਾਪਸ ਲੈ ਆਉਣਗੇ। ਉੱਥੇ ਫਿਰ ਆਪਾਂ TCP ਵਰਤਾਂਗੇ ਨਾ। ਜੇ ਉੱਥੇ UDP ਬੱਸਾਂ ਤੇ ਚੜ੍ਹ ਕੇ ਦੂਜੀਆਂ ਤੇ, ਤਾਂ ਹੋ ਸਕਦਾ ਉਹ ਨਾ ਹੀ ਪਹੁੰਚਾਉਣ, ਉੱਥੇ ਪੈਂਚਰ ਹੋ ਗਿਆ, ਅਸੀਂ ਤਾਂ ਜਾਂਦੇ ਨਹੀਂ, ਤੁਹਾਡੀ ਮਰਜ਼ੀ ਹੈ, ਜਾਣਾ ਵਗ ਜਾਓ, ਸਾਡੀ ਕੋਈ ਗਰੰਟੀ ਨਹੀਂ ਪਹੁੰਚਾਉਣ ਦੀ। ਤਾਂ ਇਹੋ ਜਿਹੇ ਕੰਮ ਨੇ ਜਿਹੜੇ ਸਾਨੂੰ ਲੱਗਦਾ ਵੀ ਇਹ ਕੰਮ ਜ਼ਰੂਰੀ ਸਾਡੇ ਪੂਰੇ ਹੋਣੇ ਚਾਹੀਦੇ ਨੇ, ਉੱਥੇ ਅਸੀਂ TCP ਵਰਤਾਂਗੇ। ਜਿੱਥੇ ਸਾਨੂੰ ਰਿਲਾਇਬਿਲਿਟੀ ਚਾਹੀਦੀ ਹੈ, ਆਹ ਸਾਰੇ ਫੀਚਰ ਚਾਹੀਦੇ ਨੇ। ਜਿੱਥੇ ਸਾਨੂੰ ਕੱਲੀ ਸਪੀਡ ਚਾਹੀਦੀ ਆ, ਜਿਵੇਂ ਇੱਕ ਉਹ ਨਹੀਂ ਹੁੰਦਾ, ਤੁਸੀਂ ਸ਼ਾਇਦ ਪ੍ਰਿੰਸੀਪਲ ਪੜ੍ਹਿਆ ਹੋਵੇ ਸਾਇੰਸ ਦੇ ਵਿੱਚ, ਹੁੰਦਾ ਮਿਲਕ ਐਂਡ ਵਾਈਨ। ਮਿਲਕ ਐਂਡ ਵਾਈਨ ਦਾ ਕਨਸੈਪਟ ਕੀ ਕਹਿੰਦਾ? ਮਿਲਕ ਸਾਨੂੰ ਤਾਜ਼ਾ ਚਾਹੀਦਾ ਹੈ ਕਿ ਪੁਰਾਣਾ ਮਿਲਕ ਜਿੰਨਾ ਵਧੀਆ ਓਨਾ ਹੀ ਵਧੀਆ ਹੋਊਗਾ। ਤਾਂ ਮਿਲਕ ਸਾਨੂੰ ਤਾਜ਼ਾ ਚਾਹੀਦਾ। ਵਾਈਨ ਸ਼ਰਾਬ ਸਾਨੂੰ ਤਾਜ਼ੀ ਚਾਹੀਦੀ ਹੈ ਕਿ ਪੁਰਾਣੀ? ਸ਼ਰਾਬ ਕਹਿੰਦੇ ਹੁੰਦੇ ਵੀ ਜਿੰਨੀ ਜ਼ਿਆਦਾ ਪੁਰਾਣੀ ਹੋਊਗੀ ਉਨੀ ਜ਼ਿਆਦਾ ਵਧੀਆ ਹੋਊਗੀ। ਸ਼ਰਾਬ ਪੁਰਾਣੀ ਵਧੀਆ ਹੋਊਗੀ, ਮਿਲਕ ਹੋਊਗਾ ਜਿਹੜਾ ਉਹ ਤਾਜ਼ਾ ਵਧੀਆ ਹੋਊਗਾ। ਤਾਂ ਮਿਲਕ ਐਂਡ ਵਾਈਨ ਦਾ ਕਨਸੈਪਟ ਸਾਇੰਸ ਦੇ ਵਿੱਚ ਵਰਤਿਆ ਜਾਂਦਾ। ਉਵੇਂ ਹੀ ਜਿਹੜੀਆਂ ਫੀਚਰਸ TCP ਵਾਸਤੇ ਚਾਹੀਦੇ ਨੇ, ਜਿਹੜੇ TCP ਦੇ ਫੀਚਰ ਨੇ, ਜੇ ਸਾਨੂੰ ਉਹ ਚਾਹੀਦੇ ਨੇ TCP ਵਰਤ ਲਾਂਗੇ, ਜੇ ਸਾਨੂੰ ਸਪੀਡ ਚਾਹੀਦਾ UDP। ਤਾਂ ਇਹ ਸਵਾਲ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਪੁੱਛਿਆ ਜਾਂਦਾ ਹੈ ਕਿਹੜੀਆਂ ਕਿਹੜੀਆਂ ਐਪਲੀਕੇਸ਼ਨਾਂ TCP ਬੇਸਡ ਨੇ, ਕਿਹੜੀਆਂ UDP ਬੇਸਡ ਨੇ। ਇਹ PEE ਦੇ ਵਿੱਚ ਵੀ ਪੁੱਛਿਆ ਗਿਆ, ਠੀਕ ਹੈ। ਬੇਸਿਕ ਲੈਵਲ 'ਚ ਵੀ ਪੁੱਛਣਾ ਸ਼ੁਰੂ ਕਰਤਾ ਉਹਨੇ। ਤੁਹਾਡਾ ਤਾਂ ਆਪਣਾ ਤਾਂ ਹੈਗਾ ਹੀ ਪੰਜਾਬ ਪੁਲਿਸ ਸਬ ਇੰਸਪੈਕਟਰ ਦੇ ਵਿੱਚ, ਤਾਂ ਇਹ ਗੱਲਾਂ ਪੁੱਛੀਆਂ ਜਾ ਸਕਦੀਆਂ ਨੇ। ਤਾਂ ਪ੍ਰੋਟੋਕਾਲ ਹੇਠ ਲਿਖੀਆਂ ਪ੍ਰੋਟੋਕਾਲ ਕਹਿੰਦਾ TCP ਨੂੰ ਵਰਤਦੀਆਂ ਨੇ, ਜਿਵੇਂ HTTP ਹੈ, ਹਾਈਪਰ ਟੈਕਸਟ ਟ੍ਰਾਂਸਫਰ ਪ੍ਰੋਟੋਕਾਲ, HTTPS, FTP, SMTP, ਟੈਲਨੈਟ, POP, IMAP, BGP। ਆ ਦੇਖੋ ਜਿਹੜੀਆਂ ਇਹ ਤਿੰਨ ਹੈਗੀਆਂ ਨੇ ਈਮੇਲ ਦੀਆਂ। ਈਮੇਲ ਦੇ ਵਿੱਚ ਸਾਨੂੰ ਭਰੋਸੇਯੋਗਤਾ ਚਾਹੀਦੀ ਹੁੰਦੀ ਹੈ ਵੀ ਚਾਹੇ ਲੇਟ ਪਹੁੰਚ ਜੇ ਕੋਈ ਗੱਲ ਨਹੀਂ, ਅੱਧੇ ਘੰਟੇ 'ਚ ਪਹੁੰਚ ਜੇ, ਬਟ ਪਹੁੰਚਣੀ ਬਹੁਤ ਜ਼ਿਆਦਾ ਜ਼ਰੂਰੀ ਹੈ। ਤਾਂ ਇਹ TCP ਦੇ ਅੰਡਰ ਆਉਂਦੀਆਂ ਨੇ। BGP ਹੁੰਦੀ ਹੈ ਬਾਰਡਰ ਗੇਟਵੇ ਪ੍ਰੋਟੋਕਾਲ, FTP ਫਾਈਲ ਟ੍ਰਾਂਸਫਰ ਪ੍ਰੋਟੋਕਾਲ, ਟੈਲਨੈਟ ਆਪਾਂ ਪੜ੍ਹ ਲਿਆ ਟੈਲੀਕਮਿਊਨੀਕੇਸ਼ਨ ਨੈਟਵਰਕ, ਠੀਕ ਹੈ। ਸੋ ਇਹ ਸਾਰੀਆਂ ਪ੍ਰੋਟੋਕਾਲਸ TCP ਨੂੰ ਐਜ਼ ਏ ਸਰਵਿਸ ਯੂਜ਼ ਕਰਦੀਆਂ ਨੇ, ਜਾਂ TCP ਬੱਸ ਯੂਜ਼ ਕਰਦੀਆਂ ਨੇ, ਜਾਂ ਇਹ ਸਾਰੇ ਬੰਦੇ ਸਕੂਲ ਬੱਸ ਨੂੰ ਲਿਜਾਣਾ ਪ੍ਰੈਫਰ ਕਰਦੇ ਨੇ। ਕੁਝ UDP ਵਾਲੇ ਨੇ ਜਿਹੜੇ ਕਹਿੰਦੇ ਸਾਨੂੰ ਸਪੀਡ ਚਾਹੀਦੀ ਹੈ, ਅਸੀਂ ਹੌਲੀ ਹੌਲੀ ਨਹੀਂ ਜਾਣਾ। ਜਿਹੜੀ ਸਕੂਲ ਬੱਸ ਹੈ ਵੀ ਤੁਹਾਡਾ ਬੱਚਾ, ਤੁਸੀਂ ਚਾਹੁੰਦੇ ਹੋ ਬੱਚਾ ਜਲਦੀ ਘਰੇ ਆ ਜਾਏ, 10ਵੀਂ 'ਚ ਹੋ ਗਿਆ, ਹੁਣ ਸਕੂਲ ਬੱਸ ਹੈ ਜਿਹੜੀ ਉਹ 4 ਵਜੇ ਘਰੇ ਪਹੁੰਚਾਉਂਦੀ ਹੈ, ਛੁੱਟੀ 1:30 ਵਜੇ ਹੋ ਜਾਂਦੀ ਹੈ, ਬੱਚਾ 2 ਵਜੇ ਨੂੰ ਘਰੇ ਆ ਜਾਊਗਾ। ਤਾਂ ਦੂਜੀ ਨਾਰਮਲ ਬੱਸ ਤੇ ਆਉਣ ਲੱਗ ਜਾਂਦੇ ਆਪਾਂ। ਤਾਂ ਉੱਥੇ ਸਪੀਡ ਚਾਹੀਦੀ ਹੈ। ਕਿਹੜੀਆਂ ਕਿਹੜੀਆਂ ਨੇ? DHCP, ਇਹ ਵੀ ਮੈਂ ਪੜ੍ਹਾਊਂਗਾ ਵੀ DHCP ਕਾਹਦੇ ਲਈ ਹੁੰਦੀ ਹੈ? ਡਾਇਨਾਮਿਕ ਹੋਸਟ ਕਨਫੀਗਰੇਸ਼ਨ ਪ੍ਰੋਟੋਕਾਲ। ਜਦੋਂ ਸਾਨੂੰ IP ਐਡਰੈਸ ਚਾਹੀਦਾ ਹੋਵੇ, ਉੱਥੇ DHCP ਤੇ BOOTP ਪ੍ਰੋਟੋਕਾਲ ਵਰਤੀਆਂ ਜਾਂਦੀਆਂ ਨੇ। ਇਹ ਪ੍ਰੋਟੋਕਾਲ ਦੇ ਵਿੱਚੋਂ ਵੀ ਬਹੁਤ ਸਾਰੇ ਸਵਾਲ ਉਹਨੇ ਪੁੱਛੇ ਨੇ। TFTP ਟ੍ਰਿਵਲ ਫਾਈਲ ਟ੍ਰਾਂਸਫਰ ਪ੍ਰੋਟੋਕਾਲ, FTP ਇੱਧਰ ਹੈ, ਟ੍ਰਿਵਲ ਫਾਈਲ ਟ੍ਰਾਂਸਫਰ ਪ੍ਰੋਟੋਕਾਲ UDP ਹੈ। RIP ਹੈ, RIP ਮੈਂ ਭੁੱਲ ਗਿਆ ਇਹਦਾ ਕੀ ਹੁੰਦਾ, ਸ਼ਾਇਦ ਰੈਸਟ ਇਨ ਪੀਸ ਨਹੀਂ ਹੈਗਾ ਇਹ RIP ਕੁਝ ਹੋਰ ਹੈ। ਤਾਂ VoIP ਦੇ ਵਿੱਚ UDP ਯੂਜ਼ ਕੀਤਾ ਜਾਂਦਾ। ਇਹ ਧਿਆਨ ਰੱਖਣਾ, ਬਹੁਤ ਜ਼ਿਆਦਾ ਇੰਪੋਰਟੈਂਟ ਹੈ। VoIP ਕਾਲਿੰਗ ਦੇ ਵਿੱਚ, ਵੀਡੀਓ ਦੇ ਵਿੱਚ ਅਸੀਂ ਕੀ ਯੂਜ਼ ਕਰਦੇ ਹਾਂ? UDP। ਕੁਝ ਪ੍ਰੋਟੋਕਾਲਸ ਐਵੇਂ ਦੀਆਂ ਨੇ ਜਿਹੜੀਆਂ ਦੋਨੋਂ TCP ਤੇ UDP ਨੂੰ ਯੂਜ਼ ਕਰਦੀਆਂ ਨੇ। ਉਹ ਕਿਹੜੀਆਂ ਕਿਹੜੀਆਂ ਨੇ? DNS, SMTP ਸਿੰਪਲ ਨੈਟਵਰਕ ਮੈਨੇਜਮੈਂਟ ਪ੍ਰੋਟੋਕਾਲ, SSH ਸਿਕਿਉਰ ਸ਼ੈਲ, LDAP। ਇਹ ਮੈਂ ਭੁੱਲ ਗਿਆ, ਲੀਪ ਪਤਾ ਨਹੀਂ ਕੀ ਸੀ, ਤੁਸੀਂ ਦੇਖ ਲਿਓ, ਚੈੱਕ ਕਰਿਓ, ਕਮੈਂਟ ਵੀ ਕਰਿਓ ਵੀ ਇਹਦਾ ਐਬਰੀਵੇਸ਼ਨ ਕੀ ਸੀ। ਤਾਂ ਇਹ ਬਹੁਤ, ਵੈਸੇ ਤਾਂ ਤਿੰਨੋਂ ਹੀ ਚੀਜ਼ਾਂ ਇੰਪੋਰਟੈਂਟ ਨੇ, ਪਹਿਲੀ, ਦੂਜੀ ਤੇ ਤੀਜੀ। ਪਰ ਫਿਰ ਵੀ ਜੇ ਸਵਾਲ ਪੁੱਛਣਾ ਤਾਂ ਉਹਨੇ ਬਹੁਤ ਵਾਰੀ ਪੁੱਛਿਆ ਵੀ DNS ਕੀ TCP ਨੂੰ ਯੂਜ਼ ਕਰਦਾ ਕਿ UDP ਨੂੰ? ਤਾਂ DNS ਦੋਨੋਂ ਚੀਜ਼ਾਂ ਨੂੰ ਯੂਜ਼ ਕਰਦਾ, ਜਿਹੜਾ ਉਹਦੇ ਹਿਸਾਬ 'ਚ ਆ ਜਾਏ। ਕਿਤੇ ਉਹ ਇਸ ਨੂੰ ਯੂਜ਼ ਕਰ ਦਿੰਦਾ, ਡਿਪੈਂਡ ਕਰਦਾ ਵੀ ਉਹ ਕਿਹੜੀਆਂ ਸਰਵਿਸਿਜ਼ ਦੇ ਲਈ ਵਰਤਿਆ ਜਾਂਦਾ। ਤਾਂ ਇਹ ਦੋਨਾਂ ਦੇ ਵਿੱਚ ਜਿਹੜੀਆਂ ਆਉਂਦੀਆਂ ਨੇ, ਇਹ ਸਵਾਲ ਬਣਦੇ ਹੀ ਬਣਦੇ ਹੁੰਦੇ ਨੇ ਪੱਕੇ, ਠੀਕ ਆ।
ਸੋ ਹੁਣ 2-4 ਸਵਾਲ ਕਰ ਲੈਂਦੇ ਆ। ਕਹਿੰਦਾ ਵਿਚ ਆਫ ਦੀ ਫੋਲੋਇੰਗ ਇਜ਼ ਫਾਲਸ ਵਿਦ ਰਿਸਪੈਕਟ ਟੂ ਯੂਡੀਪੀ। ਯੂਡੀਪੀ ਦੇ ਰਿਗਾਰਡਿੰਗ ਕਿਹੜਾ ਹੇਠ ਲਿਖਿਆ ਜੋ ਫਾਲਸ ਹੈ? ਫਾਲਸ ਤੇ ਗੋਲਾ ਲਾਵਾਂਗੇ, ਗੋਲੇ ਉੱਥੇ ਲਾ ਨਹੀਂ ਸਕਦੇ, ਤੁਸੀਂ ਵੈਸੇ ਹੀ ਨੋਟ ਕਰ ਲਿਓ ਆਪਣੀ ਨੋਟਬੁੱਕ ਤੇ। ਫਾਲਸ ਪੁੱਛਿਆ, ਕਨੈਕਸ਼ਨ ਓਰੀਐਂਟਡ ਹੈ ਯੂਡੀਪੀ, ਨਹੀਂ ਹੈਗਾ। ਅਨਰਿਲਾਇਬਲ ਹੈ, ਟਰਾਂਸਪੋਰਟ ਲੇਅਰ ਤੇ ਹੀ ਕੰਮ ਕਰਦਾ, ਬਿਲਕੁਲ ਠੀਕ ਹੈ। ਤੇ ਲੋ ਓਵਰਹੈਡ ਹੈ ਵੀ ਠੀਕ ਹੈ, ਅਨਰਿਲਾਇਬਲ ਹੈ ਵੀ ਠੀਕ ਹੈ। ਭਰੋਸੇਯੋਗਤਾ ਦੀ ਘੱਟ ਹੈ, ਬਟ ਇਹ ਕਨੈਕਸ਼ਨ ਓਰੀਐਂਟਡ ਨਹੀਂ ਹੈਗਾ, ਇਹ ਕਨੈਕਸ਼ਨ ਲੈਸ ਹੈ। ਤਾਂ ਆਨਸਰ ਕੀ ਹੋ ਗਿਆ? ਏ। ਅਗਲਾ ਸਵਾਲ, ਵਾਟ ਇਜ਼ ਦੀ ਹੈਡਰ ਸਾਈਜ਼ ਆਫ ਯੂਡੀਪੀ? ਦੇਖੋ ਬੜਾ ਆ ਤਾਂ ਨਹੀਂ ਹੈਗਾ 124, ਤੁਹਾਨੂੰ ਯਾਦ ਹੈ 16 ਨਹੀਂ ਹੈਗਾ। ਜੇ ਇੱਥੇ ਐਫ ਆਪਸ਼ਨ 20 ਤੋਂ ਲੈ ਕੇ 60 ਬਾਈਟ ਤੱਕ ਹੁੰਦਾ ਫਿਰ ਤੁਸੀਂ ਕਨਫਿਊਜ਼ ਹੋ ਜਾਂਦੇ। 20 ਤੋਂ ਲੈ ਕੇ 60 ਬਾਈਟ ਤੱਕ ਕਿਹਦਾ ਹੈਡਰ ਹੁੰਦਾ? TCP ਦਾ। ਤੇ UDP ਦਾ ਜਿਹੜਾ ਹੈਡਰ ਦਾ ਸਾਈਜ਼ ਹੁੰਦਾ ਉਹ 8 ਬਾਈਟਸ ਹੁੰਦਾ, ਨਾ ਕਿ ਉਹ 8 ਬਿਟਸ ਹੁੰਦਾ। ਇਹ ਗਲਤ ਹੋ ਜਾਊਗਾ, ਫਿਰ 8 ਬਿਟਸ ਆਨਸਰ ਨਹੀਂ ਹੈਗਾ, ਆਨਸਰ ਹੈਗਾ A 8 ਬਾਈਟਸ। ਅਗਲਾ ਸਵਾਲ, TCP ਡੈਸ਼ ਪ੍ਰੋਟੋਕੋਲ ਕੀ ਕਨੈਕਸ਼ਨ ਲੈਸ ਪ੍ਰੋਟੋਕੋਲ ਹੈ ਕਿ ਕਨੈਕਸ਼ਨ ਓਰੀਐਂਟਡ ਹੈ, ਜਾਂ ਦੋਵੇਂ ਨੇ, ਨਨ ਆਫ ਦੀ ਅਬਵ। ਇਹ ਵੀ ਨਹੀਂ ਹੈਗਾ, ਇਹ ਵੀ ਨਹੀਂ ਹੈਗਾ, ਕਨੈਕਸ਼ਨ ਲੈਸ ਵੀ ਨਹੀਂ ਹੈਗਾ, ਤਾਂ ਇਹ ਇਟ ਇਜ਼ ਅ ਕਨੈਕਸ਼ਨ ਓਰੀਐਂਟਡ ਪ੍ਰੋਟੋਕੋਲ। ਕਲੀਅਰ ਹੋਈ ਗੱਲ? ਸੋ ਇਹ ਸੀਗੇ ਮੈਨੂੰ ਲੱਗਦਾ ਹੈ ਆਪਣਾ ਲੈਵਲ 2, ਜਿਹੜਾ ਪਤਾ ਨਹੀਂ ਲੱਗਿਆ ਐਂਡ ਤੇ ਜਾ ਕੇ ਬੜਾ ਵਧੀਆ ਇੰਟਰਸਟ ਬਣਿਆ ਤੁਹਾਡਾ ਵੀ, ਜਿਹਨੂੰ ਮੇਰਾ ਬਣਿਆ ਤੁਹਾਡਾ ਤਾਂ ਬਣਿਆ ਹੀ ਹੋਣਾ ਹੈ ਨਾ। ਸੋ ਫਲੋ ਵਧੀਆ ਬਣ ਜਾਂਦਾ ਜਦੋਂ ਆਪਾਂ ਨੂੰ ਚੀਜ਼ਾਂ ਸਮਝ ਆਉਣ ਲੱਗ ਜਾਂਦੀਆਂ ਨੇ। ਤਾਂ ਇਹ BOIP ਪਾਰਟ 2 ਸੀ, ਜਿਹਦੇ ਵਿੱਚ ਆਪਾਂ ਕਾਫੀ ਚੀਜ਼ਾਂ ਡਿਸਕਸ ਕੀਤੀਆਂ ਨੇ। ਸੋ ਆਉਣ ਵਾਲੇ ਟਾਈਮ ਦੇ ਵਿੱਚ, ਆਉਣ ਵਾਲੀਆਂ ਵੀਡੀਓ ਦੇ ਵਿੱਚ ਆਪਾਂ ਪਾਰਟ 3 4 5 ਦੇ ਕਾਫੀ ਚੀਜ਼ਾਂ ਡੀਪ ਦੇ ਵਿੱਚ ਆਪਾਂ ਡਿਸਕਸ ਕਰਾਂਗੇ। ਉਹ ਵਾਲੀਆਂ ਤੁਸੀਂ ਪਾਰਟਸ ਵੀ ਆਪਾਂ ਤੁਹਾਡੇ ਲਈ ਜਲਦੀ ਹੀ ਲੈ ਕੇ ਆਵਾਂਗੇ। ਕਮੈਂਟ ਜ਼ਰੂਰ ਕਰਿਆ ਕਰੋ, ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਆਪਣੇ ਦੋਸਤਾਂ ਮਿੱਤਰਾਂ ਤੱਕ। ਆਪਣਾ ਟਾਰਗੇਟ ਤਾਂ ਚਲੋ ਨਹੀਂ ਮੈਨੂੰ ਲੱਗਦਾ ਪੂਰਾ ਹੋਣਾ, 5000 ਸਬਸਕ੍ਰਾਈਬਰ ਦਾ ਟਾਰਗੇਟ ਸੀਗਾ। ਚਲੋ ਵੈਸੇ ਜਿੰਨਾ ਆਪਾਂ ਨੇੜੇ ਪਹੁੰਚ ਸਕਦੇ ਆ ਬੈਨੀਫਿਟ ਹੋਊਗਾ। ਜ਼ਿਆਦਾ ਤੋਂ ਜ਼ਿਆਦਾ ਤੁਸੀਂ ਸ਼ੇਅਰ ਕਰਦਿਆ ਕਰੋ, ਉਸ ਚੀਜ਼ ਨਾਲ ਥੋੜਾ ਮੋਟੀਵੇਸ਼ਨ ਬਣਿਆ ਰਹਿੰਦਾ, ਬੱਚੇ ਜ਼ਿਆਦਾ ਦੇਖਦੇ ਨੇ, ਕਮੈਂਟ ਆਉਂਦੇ ਨੇ ਤੁਹਾਡੇ, ਥੋੜਾ ਪੜ੍ਹਨ ਨੂੰ ਆਪਦਾ ਵੀ ਜੀ ਕਰਦਾ ਵੀ ਆਪਾਂ ਜ਼ਿਆਦਾ ਡਿਟੇਲ ਚੀਜ਼ਾਂ ਕਰਾਈਏ। ਦੇ ਤੁਸੀਂ ਦੇਖਿਓ, ਕੰਪੇਅਰ ਕਰ ਲਿਓ ਪੁਰਾਣੀਆਂ ਵੀਡੀਓ VOIP ਦੀਆਂ ਤੇ ਇਸ ਵਾਲੀਆਂ ਵੀਡੀਓ BOIP ਦੀਆਂ, ਹਨਾ। ਜਿੰਨਾ ਜ਼ਿਆਦਾ ਤੁਸੀਂ ਸਪੋਰਟ ਕਰੋਗੇ ਆਪਾਂ ਉਨਾ ਹੀ ਜ਼ਿਆਦਾ ਤੁਹਾਡੇ ਲਈ ਵਧੀਆ ਕੰਟੈਂਟ ਲੈ ਕੇ ਆਵਾਂਗੇ। ਸੋ ਤਿਆਰੀ ਆਪਣੀ ਕੰਟੀਨਿਊ ਰੱਖੋ। ਨੈਗੇਟਿਵਿਟੀ ਹੋ ਜਾਂਦੀ ਹੈ ਕਈ ਵਾਰੀ, ਤਾਂ ਮੌਕਾ ਹੈ ਹੁਣ ਬਿਲਕੁਲ ਰਿਵੀਜ਼ਨ ਕਰਨ ਦਾ। ਦੱਬ ਕੇ ਤੁਸੀਂ ਰਿਵੀਜ਼ਨ ਲਾਓ। ਮੌਕ ਟੈਸਟ ਸੀਰੀਜ਼ ਜਿਹੜੇ ਬੱਚੇ ਹਜੇ ਐਨਰੋਲ ਨਹੀਂ ਹੋਏ, ਤੁਸੀਂ ਮੈਸੇਜ ਭੇਜੋ, ਹੁਣੀ ਆਪਾਂ ਤੁਹਾਨੂੰ ਐਨਰੋਲ ਕਰ ਦਿੰਦੇ ਹਾਂ। ਸੋ ਇਸੇ ਤਰ੍ਹਾਂ ਹੀ ਆਪਾਂ ਪੇਪਰ ਦੇ ਵਿੱਚ ਸਾਰੀਆਂ ਚੀਜ਼ਾਂ ਕਰਕੇ, ਆਪਣੀਆਂ ਗਲਤੀਆਂ ਤੋਂ ਸਿੱਖ ਕੇ, ਮਿਸਟੇਕਸ ਨੂੰ ਫਾਈਂਡ ਆਊਟ ਕਰਕੇ ਆਪਾਂ ਅੱਛਾ ਕੰਪੈਰੇਟਿਵ ਮੈਰਿਟ ਦੇ ਵਿੱਚ ਆਉਣ ਜੋਗਾ ਸਕੋਰ ਕਰ ਸਕਦੇ ਹਾਂ। ਸੋ ਮਿਲਦੇ ਹਾਂ ਆਪਾਂ ਨੈਕਸਟ ਵੀਡੀਓ ਦੇ ਵਿੱਚ। ਥੈਂਕ ਯੂ।